पाकिस्तान रह गया। पाकिस्तान का पिंड चक नंबर 36 जिला लैलपुर। मेरा नाम हूँ फैसलाबाद। फैसलाबाद। हाँ नाम बदलता नहीं ना। ਹੁਣ ਕੁਛ ਹੋਰ ਕਰਤਾ ਨਾ ਕਿ ਤੁਸੀਂ ਗਏ ਸੀਗੇ लैलपुर सी ना पहला तो। हाँ लैलपुर अंग्रेज के नाम से सोने एक अरबी के नाम से बनाता। हाँ उन्हें फिर पैसे भी पैसे अपना दिते नहीं ना। नाम को रखा। उन्हें पैसे दिते ਉਹਨੇ होने। ਸੜਕਾਂ ਸੁੜਕਾਂ ਬਣਾਈਆਂ ਮੇਰੇ ਖਿਆਲ हाँ उन्होंने पैसे दिते ना काफ़ी। ਕਾਫੀ ਸਾਰਾ ਪੈਸਾ उन्हें कहा मेरे फादर के नाम से बना दे उत्ते। अच्छा इन्होंने 2-3 शहर का नाम बदल। ਚੱਕ ਨੰਬਰ 36 ਦੇ ਵਿੱਚ ਸੀ ਤੁਹਾਡਾ ਆਪ ਜੀ ਦਾ ਮੇਨ ਡੇਰਾ। हाँ जमे जमे पड़े होते। ਕਿਹੜੇ ਸੰਨ ਦੀ ਗੱਲ ਹੈ? 1926 जमे। 1926 ਵੈਰੀ ਗੁੱਡ। ਅੱਛਾ ਤੇ ਉੱਥੇ ਫਿਰ ਤੁਹਾਡਾ ਮਤਲਬ ਫੈਮਿਲੀ ਦਾ ਕਾਰੋਬਾਰ ਪੇਂਟਿੰਗ ਦਾ ਹੀ ਸੀ ਸਾਰਾ? नहीं नहीं जी खेती बाड़ी है। ਅੱਛਾ पेंटिंग कौन करता पिंड। ਅੱਛਾ ਖੇਤੀਬਾੜੀ ਕਰਦੇ ਸੀ ਉੱਥੇ। ਮੈਨੂੰ ਪਤਾ ਲੱਗਿਆ ਸੀ ਦੱਸਦੇ ਸੀ ਕਹਿੰਦੇ ਇਮਰੋਜ਼ ਇੱਥੇ ਫੈਸਲਾਬਾਦ ਇੱਕ ਬਣਿਆ ਹੋਇਆ ਸੀ ਇੱਕ ਕੈਫੇ ਜੀ ਬਣੀ ਸੀ ਉਹਨਾਂ ਦੀ। ਉਹਦੇ ਥੱਲੇ ਕਹਿੰਦੇ ਇੱਥੇ ਸ਼ੌਪ ਉਹਨਾਂ ਦੀ ਮੈਨੂੰ ਦਿਖਾ ਰਹੇ ਸੀ। ਕਹਿੰਦੇ ਇੱਥੇ ਉਹ ਆਉਂਦੇ ਹੁੰਦੇ ਸੀ ਬੈਠਦੇ ਸੀ ਪੇਂਟਿੰਗ ਵੀ ਕਰਦੇ ਸੀ ਕਈ ਵਾਰੀ। नहीं फैसलाबाद तो नहीं। फैसलाबाद तो शहर या डिस्ट्रिक्ट है साडा। मैं उत्थे कोई रहा नहीं। ਅੱਛਾ ਉਹਦੇ ਜਦੋਂ ਕਾਪੇ ਨੇ ਕੋਈ ਚੀਜ਼ ਲੈਣ ਆਉਣੀ ਉਹਦੇ ਸ਼ਹਿਰ ਆਈ ਜਾਂ ਕੋਈ ਸਿਨੇਮਾ ਵੇਖਣਾ ਹੋਵੇ ਕਦੇ ਕਦੇ ਉਹ ਇਹਨਾਂ ਸਿਨੇਮਾ ਥੋੜ੍ਹਾ ਵੇਖਿਆ ਜਾਂਦਾ 12 ਮੀਲ 'ਚ ਨਾ ਉਦੋਂ ਆਉਣ ਜਾਣ ਉਦੋਂ ਕੋਈ ਆਉਣ ਜਾਣ ਦੀ ਟ੍ਰੈਫਿਕ ਵੀ ਨਹੀਂ ਸੀ। ਠੀਕ ਹੈ। ਪਹਿਲਾਂ 4-5 ਮੀਲ ਤੁਰੋ ਫਿਰ ਇੱਕ ਟਾਂਗੇ 'ਤੇ ਚੜ੍ਹ ਕੇ 8 ਮੀਲ ਫਿਰ ਸ਼ਹਿਰ ਤੋਂ। ਤਾਂ ਐਡਾ ਸਿਨੇਮੇ ਦਾ ਸ਼ੌਕ ਥੋੜ੍ਹਾ ਸੀ। ਪਹਿਲਾਂ ਤਾਂ ਪਤਾ ਹੀ ਲੱਗਾ ਕਿ ਸਿਨੇਮਾ ਕੀ ਹੁੰਦਾ। ਇਹਦੇ ਫਿਰ ਜਦੋਂ ਆਰਟ ਸਕੂਲ ਪੜ੍ਹਨ ਗਿਆ ਫਿਰ ਲਾਹੌਰ ਜਾਣਾ ਪੈਂਦਾ ਸੀ। ਰਸਤੇ ਸ਼ਹਿਰ ਆਇਆ ਫਿਰ ਕਦੇ ਠਹਿਰ ਗਈ ਜਾਂ ਦੇਖ ਲਿਆ। ਪੜ੍ਹਿਆ ਤੇ ਮੈਂ ਲਾਹੌਰ। ਠੀਕ ਹੈ ਪੜ੍ਹੇ ਲਾਹੌਰ। ਉੱਥੇ ਆਰਟ ਸਕੂਲ ਹੈ। ਅੱਛਾ ਜੀ ਤੁਸੀਂ ਆਰਟ ਸਕੂਲ ਚੋਂ ਲਾਹੌਰ ਚੋਂ ਡਿਪਲੋਮਾ ਵਗੈਰਾ ਕੀਤਾ? ਹਾਂ ਡਿਪਲੋਮਾ ਕੀਤਾ। ਉਹਦੇ ਬਾਅਦ ਪਾਰਟੀਸ਼ਨ ਹੋ ਗਈ। ਅੱਛਾ ਠੀਕ। ਤੇ ਤੁਹਾਨੂੰ ਪੇਂਟਿੰਗ ਦਾ ਜਿਹੜਾ ਤੁਹਾਡਾ ਪਹਿਲਾ ਫਸਟ ਨਾਮ ਤਾਂ ਤੁਹਾਡਾ ਹੋਰ ਹੈ ਤੇ ਇਮਰੋਜ਼ ਤੁਸੀਂ ਕਿੱਥੋਂ? ਉਹਦੇ ਮਾਂ ਪਿਓ ਦੇ ਨਾਲ ਰੱਖਿਆ ਨਾ ਮੈਂ ਆਪ ਰੱਖਿਆ। ਉਹ ਕਲਾਸ ਵਿੱਚ ਜਦੋਂ ਹਾਜ਼ਰੀ ਲੱਗਦੀ ਤੇ ਤਿੰਨ ਨਾਮ ਤਿੰਨ ਮੁੰਡਿਆਂ ਦਾ ਇਹੋ ਨਾਮ 1 2 3 ਕਹਿਣਾ ਪੈਂਦਾ। ਮੈਂ ਕਿਹਾ ਯਾਰ ਨਾਂ ਤਾਂ ਬਦਲ ਲਾਂਗਾ। ਮੈਂ ਕਿਹਾ ਇਹ ਨਹੀਂ ਚੋਇਸ ਸਾਡੇ ਕੋਲ ਹੈਗੀ। ਤੇ ਇਹ ਫਾਰਸੀ ਦਾ ਲਫ਼ਜ਼ ਹੈ। ਇਮਰੋਜ਼ ਦਾ ਐਕਚੁਅਲੀ ਮੈਂ ਨਾ ਫਿਰ ਮਾਨਾ ਕੀ ਹੈ ਅੱਜ ਟੁਡੇ ਪ੍ਰੈਜ਼ੈਂਟ ਜਾਣੀ ਕਿ। ਹਾਂ ਇਹ ਫਾਰਸੀ ਉਹ ਸਤਵੀਂ ਜਮਾਤ ਥੋੜ੍ਹੀ ਜਿਹੀ ਪੜ੍ਹੀ ਸੀ। ਉਹਦੇ ਇਹਨਾਂ ਕੋਲੋਂ ਫਿਰ ਨਾਂ ਫਿਰ ਮੈਂ ਵੱਡੇ ਹੋ ਕੇ ਰੱਖਿਆ ਜਦੋਂ ਆਰਟ ਸਕੂਲ ਪਾਸ ਕਰ। ਠੀਕ ਹੈ ਤੇ ਪਹਿਲਾਂ ਤੁਹਾਡਾ ਸ਼ੁਭ ਨਾਮ ਕੀ ਹੈ? ਇੰਦਰਜੀਤ। ਇੰਦਰਜੀਤ ਸਿੰਘ। ਠੀਕ ਹੈ ਤੇ ਅਮਰਤਾ ਜੀ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੋਈ ਉਹ ਕਦੋਂ ਹੋਈ? ਉਹ ਤਾਂ ਇੱਥੇ ਹੀ ਹੋਈ। ਕਿਹੜੇ ਅੱਛਾ ਪਾਰਟੀਸ਼ਨ ਵਾਲੀ ਕਿਹੜੇ ਸੰਨ 'ਚ ਹੋਈ? ਮੈਂ ਇਹ ਗੱਲ ਆਪ ਫੋਟੋ ਪਿੱਛੇ ਲਿਖਿਆ। ਇਹ ਸਾਨੂੰ ਵੀ ਲਿਖਿਆ? ਹਾਂ 58 हेलो हाँ जी हाँ जी मैं इंदौर पर इंदौर। हाँ 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 वो उनका नंबर और है। नहीं वो नीचे रहते हैं ना ये ऊपर का नंबर। हाँ 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 अब मैं आपका नंबर दे दूँगा। अभी ये बात नहीं की वाइफ से नवराज पत्र की वाइफ से बात कर रही हूँ। क्या नवराज नीचे हो मुझे मालूम नहीं है। नवराज बात कर। हेलो मेरा नाम विनोद है। मैं
बेटे का नवराज क्वार्टर, नवराज क्वार्टर। हाँ जी, उनकी लड़की का क्या वाइफ का, आप क्या पूछेंगे? ਤੇ ਸ਼ੁਰੂ ਵਿੱਚ ਤੁਸੀਂ ਪਹਿਲਾਂ ਕਾਪੀ ਵਰਕ ਵੀ ਕੀਤਾ ਹੋਣਾ, ਜਿਵੇਂ ਆਮ ਪੇਂਟਰ ਕਰਦੇ ਆ ਵੀ ਪੋਰਟਰੇਟ ਬਣਾ ਲਿਆ ਜਾਂ नहीं आर्ट स्कूल हाई स्कूल में तो कोई ड्राइंग हैगी नहीं। ਅੱਛਾ ਤੇ ਮੈਨੂੰ ਸ਼ੌਕ ਤੇ ਬਚਪਨ ਤੋਂ ਹੀ ਆ, ਨਹੀਂ ਵੀ ਹੈਗਾ ਸੀ ਉਦੋਂ ਮੈਂ ਕੋਈ ਨਾ ਕੋਈ ਆਪੇ ਮੋਰ ਘੁੱਗੀਆਂ ਬਣਾਉਂਦਾ ਰਿਹਾ। ਅੱਛਾ ਫਿਰ ਆਰਟ ਸਕੂਲ ਚਲੇ ਗਏ, ਉੱਥੇ ਵੀ ਬੜੀ ਦੇਰ ਬਾਅਦ ਪੋਰਟਰੇਟ ਬਣਾਉਣ ਦਿੰਦੇ, ਪਹਿਲਾਂ ਥੋੜ੍ਹਾ ਬਣਾਉਣ ਦਿੰਦੇ, ਪਹਿਲਾਂ ਜਾਂਚ ਵੀ ਨਹੀਂ ਹੋ ਰਹੀ। ਠੀਕ ਹੈ। ਇਹ ਆਰਟ ਸਕੂਲ ਪਾਸ ਕਰਨ ਦੇ ਬਾਅਦ ਹੀ ਐਕਚੁਅਲੀ ਸਭ ਕੁਝ ਹੋਇਆ। ਉਦੋਂ ਤੇ ਸਕੂਲ ਚਲੇ ਗਏ ਤੇ ਮਾਸਟਰ ਕੋਈ ਨਾ ਕੋਈ ਦੱਸਦੇ ਰਹਿੰਦੇ। आर्ट स्कूल कोई सिखने वाली चीज़ नहीं है बहुत। जैसा पोइट्री है वो जैसा पोइट्री कोई स्कूल नहीं, जैसा पेंटिंग भी आदमी वो अपनी कैपेसिटी है। ਉਹ ਕਲਰ ਵਗੈਰਾ ਤੁਹਾਨੂੰ ਭਾਵੇਂ ਸੌਦੇ ਹੁਣ ਕੋਈ ਕਰਦੇ नहीं वो नहीं कोई ਉਹ ਵੀ ਨਹੀਂ। ਇਹ ਤਾਂ ਗੋਡ ਗਿਫਟਡ ਹੀ ਹੈ ਅਸਲ ये तुम करोगे तो तुम रंग का पता लगेगा। कोई आदमी दसेगा एक नीला रंग चला रहा होता वो ਨਹੀਂ ਲਾ ਪਾਏ। एक हार्ड फास्ट रूल नहीं ना है। जैसे पोइट्री का कोई रूल नहीं, जैसे पेंटिंग का भी कोई रूल नहीं। जिसे मर्जी लाओ, नीला मुंह बनाओगे, लाल मुंह बनाओगे, वो मर्जी करो, पर चंगा लगे बस। बात है कुछ कोई बनता है चंगा लगता है कि नहीं लगता, पर ये आपे करना मास्टर से सिगरेटा पीते रहेंगे नाले। तुम वो भी सोचो कि जो आदमी जिनको जो सब सिखाते पे वो 25-30 साल पहला कि पेंटिंग करता है, जो टीचर बने वो पेंटिंग करता ही नहीं। हम कल ही मास्टर बन गए, ਆਪਾਂ ਦੱਸ ਹੀ ਨਾ ਸਕਦਾ जो आता है वो भी 25-30 साल पहला का। तो अज के जो मुंडे जी हूँ नस्ल आई है वो तैयार नहीं। वो जो 25-30 साल पहले रिपीट नहीं करके करेंगे, वो दसेगा भी असं रिपीट नहीं करनी, स्टूडेंट रिपीट नहीं करने। जो लाइक स्टूडेंट है वो बिल्कुल ही रिपीट नहीं करने हैं। तो लाइक स्टूडेंट तो ठीक है, उन्हें जो मर्जी कही जाओ। उन्हें आर्टिस्ट बनना भी नहीं, आर्ट स्कूल पास करके चले जाएगा, ज़्यादा से ज़्यादा वो ड्राइंग टीचर बन जाएगा कि स्कूल हाई स्कूल, और कोई नहीं बन सकता। जैसे हम पैरोकार ही होंगे मतलब से पीछे पीछे तुर के गुरु नानक कह रहे थोड़ी बनना। सोचो कि लखा आदमी उन्होंने पैरोकार है, कोई गुरु नानक थोड़ी बन जाए। जो मर्जी कैपेसिटी हो वो कोई कोई हो जाए, एक का बंदा जो पहुँच जाए। ठीक है गल कितने साल हो गए अभी कहाँ गए, मुल्क ने नहीं तरक्की की, सब कुछ जो है आज़ादी दी है, फिर भी पीछे बढ़ेगा अंदर। ਤੁਸੀਂ ਜਿਹੜੇ ਮੇਨ ਵੱਡੇ ਕੰਮ ਕੀਤੇ ਜਾਣੀ ਕਿ ਜਿਵੇਂ ਰਜਨੀਸ਼ ਦੇ ਮੇਰੇ ਖਿਆਲ ਟਾਈਟਲ ਤੁਸੀਂ ਕਾਫੀ ਬਣਾਏ ਹੈ। नहीं वो तो जैसा मैगजीन दे भी करता है, वो व्याख्या करता है, वो चंगी लगती है। कोई आदमी इतना खुला डुला बोल सकता है। ठीक है। तो हर एक वो कोई अन्य वहाँ कहीं की तारीफ नहीं करता। तो जैनिया देने मुखर करता, जैनिया दे कर जमे जैनी है। तो वो जैनिया दे कटाक ना समझ आए उन्होंने लीडਰਾਂ ਨੂੰ ਵੀ ਨਹੀਂ ਸਮਝ ਆਉਂਦਾ, ਉਹਨਾਂ ਦੇ ਮੁਨੀਆਂ ਨੂੰ ਵੀ ਸਮਝ ਨਹੀਂ ਆਉਂਦੀ ਉਹ ਗੱਲ। ਅੰਮ੍ਰਿਤਸਰ ਕੋਲ ਵੀ ਇੱਥੇ ਕਿੰਨੀ ਵਾਰ ਆਉਂਦੇ ਅੰਮ੍ਰਿਤਸਰ ਪੜ੍ਹਦੇ, ਜਿਹੜਾ ਆਦਮੀ ਅੰਮ੍ਰਿਤਸਰ ਪੜ੍ਹ ਲੈਂਦਾ ਉਹਨੂੰ ਚੰਗੇ ਲੱਗਦੇ। ਦੇਖੋ ਇੱਥੇ ਆਇਆ ਕਹਿੰਦਾ ਕੋਈ ਨਵੀਂ ਕਿਤਾਬ ਹੈ ਅੰਮ੍ਰਿਤਸਰ ਕੇ ਬੈਠੋ, तो बैठे ना कहता जी 100 पे नहीं बैठ सकते, बनाई 100 पे नहीं बैठो। जैनी हाँ जैनी ने काफी बंधन है बहुत। वो कहता मैं लकड़ से फटे से बैठ सकता। तो अमरतन ने किया कि फटे ते जे सोबे फर्क दिसदा, फिर तू मुनी का आज फर्क ही दस रहा है। फिर वो जेडे पीछे चोरी करने वाले वो सीगे वो असल आप कि आई गुरु फंस गया। अच्छा फिर अमृतन कह कि कोई और नवी किताब किताब में पढ़ी अमृतन देने लगी तो कहना नहीं 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 औरत के हाथ से नहीं होती। औरत ਨੂੰ ਤੁਸੀਂ ਪੜ੍ਹ ਸਕਦੇ ਹੋ ਹੈ ਤੇ ਉਹਦੀ ਕੋਲੋਂ ਕਿਤਾਬ ਲੈਣੇ ਤਾਂ ਕੀ ਮੁਸ਼ਕਲ ਹੁੰਦੀ। ਕਿੰਨੇ ਕਮਲੇ ਬੰਦੇ। ਉਹ ਕਹਿੰਦੇ ਜੀ ਤੁਸੀਂ ਉੱਥੇ ਰੱਖ ਦਿਓ ਫਿਰ ਮੈਂ ਆਪੇ ਚੁੱਕ ਲਾਂਗਾ। ਹੁਣ ਇਹ ਕਮਲ ਪੁਣਾ
चले आ रहे वो कोई ना तो लीडर बदल के आ रहा इसे करके जैन मजहब जो है ना बददा नहीं ये बंदे को पसंद कितों आएगा ये गल काम करते नहीं अपनी रोटी भी दोले की कमाने की तैयार नहीं बैठे रहते किसी घरों जो रोटी दिंदे होंगे हैं उत्थे जाएंगे शाम सारा दिन वेट करते रहेंगे कदों शाम हो तो कदों रोटी आके ले हुण ये भी नहीं पूछते कि रोटी जी तुहानूं मिल रही है इन्नियां तुसीं गल्लां करदे हो कि जमीन ते नंगे पैर फिरते जुत्ती थले कोई कीड़ा ना आ जाए मर ना जाए तूं अगे लैंदे हो कि कोई जरासीम ना मर जाए तो वो पता नहीं चोरी का माल है जिस तुहानूं रोटी मिल गई तुसीं किहड़ा कन्फर्म किया कि कमाई कादी है ये नहीं पुछते किन्ने बंदे मारे उन्होंने तुसीं पुछण जोगे नहीं है क्योंकि रोटी तुहानूं वो दे रहे अपनी कमाई की तुहाडी तो कमाई है ही नहीं जिहदी कमाई नहीं वो किवें सवाल कर सकता वो तो मंगता है मंगते तो कौन पुछदा मंगते की कोई निशानी नहीं हो सकती जो मिलेगा लेना पड़ेगा पर लोग तो प्यार भी मंगते हैं कि मैंने प्यार दे मैंने प्यार करो किसी नहीं बोलते कोई देने वाली चीज़ थोड़ी जी भी चीज़ तुम मंगोगे वो है खरात चाहे कुछ मंगो फिर जिनिस कहना चाहे तुम ये मंगो कि मैंने मोक्ष चाहिए फिर भी तुम मंगे ही है ना मंगे ही है ना मंगते तो तुम बन गए ਤੁਹਾਨੂੰ ਸਭ ਤੋਂ ਵਧੀਆ ਪੇਂਟਿੰਗ ਜਿਹੜੀ ਤੁਸੀਂ ਆਪਣੀ ਜ਼ਿੰਦਗੀ 'ਚ ਕੀਤੀ ਜਿਸ ਬਹੁਤ ਆਨੰਦ ਆਇਆ ਹੋਵੇ ਜਾਂ ਤੁਹਾਨੂੰ ਕਰਨ ਕੀ ਆਨੰਦ ਆਉਂਦਾ ਇਸ ਤਰ੍ਹਾਂ ਵੱਖਰਾ ਵੱਖਰਾ ਨਹੀਂ ਕਹਿ ਸਕਦੇ ਕਈ ਵਾਰੀ ਹੁੰਦਾ ਕਿ ਆਪ ਰਾਈਟਰ ਹੋਵੇ ਇੱਕ ਨਜ਼ਮ ਨਾਲ ਥੋੜੀ ਜਿਹੜਾ ਕਰੀਦਾ ਉਹ ਤੋਂ ਅਸੀਂ ਪਾਰ ਹੋ ਜਾਂਦੇ ਉਹ ਤਾਂ ਹੋ ਗਿਆ ਉਹਨੇ ਮੁੜ ਕੇ ਥੋੜਾ ਵੀ ਲਿਖਦੇ ਜਿੱਦਾਂ ਅਸੀਂ ਪਾਰ ਜਿਹੜਾ ਆਦਮੀ ਜਿੰਦਾ ਹੈ ਉਹ कल मैं पिंड की करता था वो मैं आइडलाइज नहीं करता कि पिंड की बड़ी जिंदगी चंगी थी है उदों भी जब कोई माड़ी नहीं थी मगर उन्होंने बार बार याद करनी की है पिछले ना तो याद सकते हो ना तुम इंप्रूव कर सकते हो ना कोई बदल कर सकते हो तो फिर उस पास में इतनी बार याद करके की कर हाँ करें कि तुम पूछा रहता ठीक है तो मुझे तो कभी याद नहीं आता ऐसा मैंने पाकिस्तान गया मैं अपने पिंड भी नहीं गया क्योंकि वो हम उत्थे पिंड मेरा पिंड कितने रह गया साढ़े घर कोई मुसलमान बढ़िया होगा है तो मैं अपने घर के बड़े देख के फिर वो इमेजिन करता रहा तकलीफ होएगी है हूँ तो मैं सोचता कि मैं अपने घर से मैं ही फिरना मैं अपनी फैमिली फिरती है जे मैं एक बार वेख लिया उत्थे किसी है कि हूँ साढ़े कमरे च कौन है किचन च कौन है जमीन च कौन है मतलब ये उसे दोस्तों ने मिल के ध्यान करूँ वापस आ लोग जब मरे नूं भी वेखते हैं फोटो दिखाते मरे लाश नूं तुसीं क्यों वेखदे क्योंकि वो है नहीं बंदा जो जिन्होंने तुसीं एडमायर करते सो है नहीं उन्हें चला गया उनकी डेड बॉडी रहेगी हाँ अमर तो होने के लिए मैंने कि तू जो मेरी डेथ होएगी तो तू नवाई चवाई ना मैं मिलना गा करके लोग किसी को ना नवाते हम आगे की करना उस बॉडी में कुछ आगे करना तो मिट्टी होगी हाँ वो एवें रस्म बनाई है लोगों ने नहीं वो तो मिट्टी हो गई उस बॉडी ने तो कितने जाना नहीं ना वो तो हमने इतने जमीन या दबी जाएगी या सड़ जाएगी वो बॉडी जेडी असली चीज सी वो तो चलेगी पर वो मनने वाले लोगों को ऐसा तेरा कोई खलारा पाता खलारा बहुत तकड़ा बहुत खलारा पाया ये चलो मतलब चलाने वाले ने पाया ना समाज चलाने वाले ने पाया वो इंसान ढूंढती ना कि कोई क्रिश्चियन मर गया तो बाद भी होगा जितना सारे भाई होगा वो आगे अरदास करेगा पलड़ा खर्च पा के जो बोलने लगे वो तारीफ करेंगे बस बंदे जैसा वो कोई क्रिश्चियन मर गया तो पादरी बोली जाए तो जरा जी उस बंदे की बीवी से ना वो अपने पुत्र के नाल खड़ी जो उसको रिहा नहीं किया कि इन्ना बोलता पाया वो अपने पुत्र को कहती वे जौर देखी ये ताबूत में तेरा प्यो ही है कि कोई होर बंदा है यो बंदा तो लिखे ही नहीं जो वो तारीफ करता
ਦੇਖੀ ਤੇਰਾ ਪਿਓ ਹੀ ਹੈ ਕੋਈ ਹੋਰ ਹੈ। ਐਵੇਂ ਪੁਲ ਬੰਨੀ ਜਾ ਐਵੇਂ ਬੰਨੀ ਜਾ ਰਹੇ ਹੋ, ਇਹ ਕਰਦਾ ਸੀ ਇਹ ਕਰਦਾ ਸੀ, ਕੋਈ ਵੀ ਇਹ ਨਹੀਂ। ਬਿਲਕੁਲ ਠੀਕ ਗੱਲ ਹੈ। ਪਰ ਇਹ ਸਾਰੇ ਜਣੇ ਇਹ ਕਰਦਾ ਜੋ ਮਰ ਜਾਂਦਾ ਜਿਉਂਦੇ ਆ ਉਹਦੇ ਨਾਲ ਉਹਨੂੰ ਵੇਖਣਾ ਪਸੰਦ ਨਹੀਂ ਕਰਦੇ। ਮਰੇ ਨੂੰ ਕਹਿਣਗੇ ਬਹੁਤ ਚੰਗਾ ਸੀ, ਬੜਾ ਕਹਿਦੀ ਸੀਗਾ ਸਾਰੀ ਇਹਦੀ ਸ਼ਰਾਬ ਨੇ ਛੱਡੀ ਹੋਵੇ। ਹਾਂ ਉਹ ਐ ਸੀ ਉਹ ਜੋ ਕੁਝ ਵੀ ਨਹੀਂ ਸੀ, ਉਹਨੇ ਤਾਂ ਭੁਗਤਿਆ ਉਹ ਬੰਦਾ। ਹਾਂ ਉਹ ਪੁੱਤ ਨੂੰ ਕਹਿੰਦੀ ਦੇਖ ਉਹ ਹੀ ਹੈ ਕਿ ਕੋਈ ਹੋਰ ਹੈ। ਤੇ ਤੁਹਾਨੂੰ ਇੱਥੇ ਦਿੱਲੀ 'ਚ ਹੁਣ ਕਿੰਨੇ ਸਾਲ ਹੋ ਗਏ ਮਹਾਰਾਜ? ਇਸ ਮੁਕਾਮ 'ਚ 64 ਚ ਆਏ। ਅੱਛਾ 64 ਇਹ ਬਣਿਆ ਵੀ ਆਕਾਸ਼ 'ਚ। ਪਹਿਲਾਂ ਇਹ ਪਟੇਲ ਨਗਰ ਆਮਤਾ ਇਹ ਪਟੇਲ ਨਗਰ ਦੀ ਸੀ ਪਟੇਲ ਨਗਰ। ਅੱਛਾ ਇਹ ਇਕੱਠੇ ਰਹਿਣਾ ਸ਼ੁਰੂ ਕੀਤਾ। ਮਿਲੇ ਤੋਂ ਪਹਿਲਾਂ ਦਾ 58 ਤੋਂ ਇਹ ਸੁਬਹ ਨੂੰ ਮਿਲਣ ਗਿਆ ਨਾ ਉੱਥੋਂ ਹੀ ਬੋਲੇ ਠੀਕ ਹੈ। ਇਹ 58 ਤੁਸੀਂ ਤਾਂ ਲਗਭਗ ਹਮ ਵਾਰੀ ਹੋ, ਥੋੜਾ ਬਹੁਤ ਫਰਕ ਹੋਗਾ ਸਾਲ 2 ਸਾਲ ਦਾ। 6 ਸਾਲ ਦਾ 6 ਸਾਲ ਹਮਾਰਾ 6 ਸਾਲ ਹੋ ਗਏ। ਠੀਕ ਹੈ। ਉਹ 1919 ਹੈ। ਅੱਛਾ ਤੁਸੀਂ ਛੱਡੀ। 1926 ਕਿਹੜੇ ਮਹੀਨੇ ਦੇ ਉਹਨਾਂ ਦਾ ਜਨਮ? ਉਹਨਾਂ ਦਾ ਅਗਸਤ ਜਾਂ ਮੇਰਾ ਜਨਵਰੀ ਚ। ਤੁਹਾਡਾ ਜਨਮ ਜੀ ਉਹਨਾਂ ਦਾ ਉਹਨਾਂ ਦਾ ਅਗਸਤ 31 ਅਗਸਤ, ਮੇਰਾ 26 ਜਨਵਰੀ। ਹਾਂ ਆਜ਼ਾਦੀ ਦਾ ਦਿਨ। ਹਾਂ ਉਹਨੂੰ ਕੀ ਪਤਾ ਸੀ ਉਹਦਾ ਸ਼ਹੀਦਾਂ ਦਾ ਦਿਨ ਹੈ। ਉਹ ਸੋਚ ਸਾਰ ਕੇ ਥੋੜਾ ਜਲਦੀ ਦਾ। ਤੇ ਇੱਥੇ ਫਿਰ ਤੁਸੀਂ ਮਤਲਬ ਬਾਕੀ ਦਾ ਜ਼ਿੰਦਗੀ ਦਾ ਹਿੱਸਾ ਪਾਕਿਸਤਾਨ ਬਤਾਇਆ, ਫਿਰ ਬਾਕੀ ਕਾਫੀ ਹਿੱਸਾ ਜਿਹੜਾ ਦਿੱਲੀ ਉਹ ਤੇ ਆਰਟ ਸਕੂਲ ਪਾਸ ਕਰਕੇ ਫਿਰ ਇੱਧਰ ਆ ਗਏ। ਦਿੱਲੀ 'ਚ ਰਹੇ ਫਿਰ ਜ਼ਿਆਦਾ। ਤੇ ਜਿਹੜਾ ਅਮਰਤਾ ਜੀ ਨੂੰ ਮੈਨੂੰ ਉਹਨਾਂ ਨੇ ਦੱਸਿਆ ਇਹ ਸਾਰਾ ਬਈ ਮੈਨੂੰ ਪੜ੍ਹਿਆ ਹੋਣਾ ਹੈ ਨਹੀਂ ਟਿਕਟ ਛਪਿਆ ਬਥੇਰਾ। ਨਹੀਂ ਮੈਨੂੰ ਆਪ ਦੱਸਿਆ ਉਹਨਾਂ ਨੇ, ਮੈਂ ਰਿਕਾਰਡ ਕੀਤਾ ਸੀ। ਕਹਿੰਦੇ ਸੀ ਮੈਂ 15 ਸਾਲ ਬਈ ਸਾਈਡ ਪੋਜ਼ ਦੇਖਦੀ ਰਹੀ ਇਹਨਾਂ ਦਾ। 15 ਸਾਲ ਤੋਂ ਬਾਅਦ ਜਦੋਂ ਮੈਂ ਦੇਖਿਆ ਤਾਂ ਵੀ ਇਹ ਬੰਦਾ ਉਹੀ ਨਿਕਲਿਆ ਜਿਹਨੂੰ ਮੈਂ ਦੇਖਦੀ ਸੀ ਸੁਪਨੇ 'ਚ। ਹਾਂ ਨਹੀਂ ਉਹ 20 ਸਾਲ ਸੁਪਨਾ ਉਹ ਇਹਨਾਂ ਨੂੰ ਇੱਕ ਸੁਪਨਾ 20 ਸਾਲ ਕੰਟੀਨਿਊਸਲੀ ਆਉਂਦਾ ਰਿਹਾ। ਉਹੀ ਅਸੀਂ ਕਹਿੰਦੇ ਕਈ ਵਾਰ ਤੁਸੀਂ ਸੋਚਦੇ ਹੋ ਹੁਣ ਇਹਨਾਂ ਦਾ ਮੈਰਿਜ ਤਾਂ ਐਸੇ ਹੀ ਹੋ ਗਈ ਬਚਪਨ 'ਚ ਮਾਂ ਪਿਓ ਜਿਸ ਤਰ੍ਹਾਂ ਆਮ ਕਰਦੇ ਆ ਕਿ ਉਹ ਕਜ਼ਨ ਹੀ ਨਹੀਂ ਉਸ ਵੇਲੇ ਇਹਨਾਂ ਦਾ ਕਜ਼ਨ ਸੀ। ਤੋ ਨਿੱਕੇ ਨਿੱਕੇ ਜੇ ਉਹਨਾਂ ਦੇ ਘਰ ਕੁੜੀ ਜੰਮੀ ਉਹਨਾਂ ਦੇ ਘਰ ਮੁੰਡਾ ਜੰਮਿਆ ਤਾਂ ਉਹਨਾਂ ਨੇ ਕਿਹਾ ਅੱਛਾ ਵੀ ਵੱਡੇ ਹੋ ਗਏ ਕੁੜੀ ਨਾਲ ਵਿਆਹ ਕਰ ਦਿਆਂਗੇ। ਨਾ ਇਹ ਪਤਾ ਕਿ ਵੱਡੀ ਹੋ ਗਈ ਉਹ ਕੀ ਬਣੇਗੀ, ਨਾ ਉਹ ਕੀ ਬਣੇਗਾ। ਇਸ ਤਰ੍ਹਾਂ ਉਹ ਅਰੇਂਜ ਹੋ ਗਈ ਮੈਰਿਜ। 15-16 ਸਾਲ ਦੀ ਉਮਰ 'ਚ ਵਿਆਹ ਹੋ ਗਿਆ। ਨਾ ਕੋਈ ਚਾਹੇ ਦਾ ਪਤਾ ਨਾ ਕੋਈ ਉਹਨਾਂ ਦੀ ਤਬੀਅਤ ਦਾ ਪਤਾ ਵਿਆਹ ਹੋ ਗਈ। ਹੁਣ ਉਹ ਤਬੀਅਤ ਵੱਖਰੀ ਵੱਖਰੀ ਹੈ ਬਿਲਕੁਲ। ਤੋ ਮੁਸ਼ਕਿਲ ਨਾਲ ਚੱਲਦੀ ਪਈ ਸੀ ਮੈਰਿਜ। ਮੈਂ ਮੇਰੇ ਕਰਕੇ ਨਹੀਂ ਮੈਰਿਜ ਟੁੱਟੀ, ਮੈਰਿਜ ਤੋਂ ਪਹਿਲਾਂ ਹੀ ਟੁੱਟੀ ਹੋਈ ਸੀ। ਦੂਸਰੇ ਬੰਦਾ ਕੋਈ ਘਰ ਤੋੜਦਾ ਥੋੜੀ ਹੈ, ਉਹ ਘਰ ਤੇ ਟੁੱਟਾ ਹੀ ਹੁੰਦਾ। ਉਹ ਖਾਲੀ ਨਾਂ ਲੱਗ ਜਾਂਦਾ ਉਹਦਾ ਵੀ ਉਹਦੇ ਕਰਕੇ। ਅਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਤਾਂ ਡਿਸਾਈਡ ਨਹੀਂ ਕੀਤਾ ਉਹਨਾਂ ਕਿ ਤਲਾਕ ਦੇਣਾ ਹੀ, ਇਹ ਨਾ ਤਲਾਕ ਦੇਵਾਂਗੇ ਨਾ ਇਹ ਵਿਆਹ ਕਰ ਸਕਾਂਗੇ। ਅਸੀਂ ਵਿਆਹ ਕਰਕੇ ਕੀ ਕਰਨਾ? ਦੋ ਬੰਦੇ ਇਕੱਠਾ ਰਹਿਣਾ ਚਾਹੁੰਦੇ, ਤੁਸੀਂ ਉਹਨੂੰ ਵਿਆਹ ਕਹੋ ਜਾਂ ਨਾ ਕਹੋ ਕੀ ਕਰੋ। ਇਹਦਾ ਇੱਕ ਕਾਨੂੰਨੀ ਰਿਸ਼ਤਾ ਹੈ। ਇਹਨਾਂ ਦੀ ਲੋੜ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਦਰਮਿਆਨ 'ਚ ਰਿਸ਼ਤਾ ਨਹੀਂ ਹੁੰਦਾ। ਅਸੀਂ ਅਰੇਂਜ ਮੈਰਿਜ ਕਰਦੇ ਹਾਂ, ਉਹ ਸਟ੍ਰੇਂਜਰ ਹੁੰਦਾ ਉਹ ਵੀ ਸਟ੍ਰੇਂਜਰ ਹੁੰਦਾ, ਦੋ ਸਟ੍ਰੇਂਜਰ ਇਕੱਠੇ ਕਰ ਦਿੰਦੇ ਤੇ ਕਾਨੂੰਨੀ ਰਿਸ਼ਤਾ ਉਹਨਾਂ ਨੂੰ ਦੇ ਦਿੰਦੇ ਕਿ ਜੀ ਹੁਣ ਅੱਜ ਤੋਂ ਕਾਨੂੰਨ ਦੀ ਨਿਗਾਹ 'ਚ ਮਤਲਬ ਬਣ ਜਾਂਦੇ ਆ ਰਿਸ਼ਤਾ। ਤਾਂ ਉਹਨਾਂ 'ਚ ਪਹਿਲਾਂ ਕੋਈ ਨਹੀਂ ਨਾ ਹੈਗਾ ਤੇ ਜਿਨ੍ਹਾਂ 'ਚ ਜੇ ਤੁਸੀਂ ਵਾਕਫ ਹੋ ਲਵਰ ਹੋ ਤੁਹਾਡਾ ਰਿਸ਼ਤਾ ਤਾਂ ਪਹਿਲਾਂ ਹੀ ਹੈਗਾ। ਤੁਹਾਨੂੰ ਕਾਨੂੰਨ ਦੀ ਕੀ ਲੋੜ ਹੈ? ਕਾਨੂੰਨ ਦੀ ਤਾਂ ਇਰਰਿਸਪੌਂਸਿਬਲ ਬੰਦੇ ਨੂੰ ਲੋੜ ਹੈ। ਰਿਸਪੌਂਸਿਬਲ ਬੰਦੇ ਨੂੰ ਕਾਨੂੰਨ ਦੀ ਕੋਈ ਲੋੜ ਨਹੀਂ। ਦੁਨੀਆ 'ਚ ਅਗਰ ਸਾਰੇ ਬੰਦੇ ਰਿਸਪੌਂਸਿਬਲ ਹੁੰਦੇ ਤੇ ਕਾਨੂੰਨ ਹੁੰਦੇ ਹੀ ਨਾ। ਕਾਨੂੰਨ ਬਣੇ ਉਸ ਕਰਕੇ ਵੀ ਕੱਲ ਨੂੰ ਕੁਛ ਹੋ ਜਾਏ ਅਸੀਂ ਕਹਿ ਸਕਦੇ ਹਾਂ ਵਿਆਹ ਕਰਾਇਆ ਸੀ। ਹਾਂ ਉਹ ਨਹੀਂ ਕੱਲ ਨਹੀਂ ਕਹਿਣਾ ਨਹੀਂ, ਰਿਸਪੌਂਸਿਬਲ ਬੰਦੇ ਨੂੰ ਤਾਂ ਲੋੜ ਨਹੀਂ ਨਾ ਹੈ। ਸਮਾਜ ਤੇ ਇੰਨੀ ਹਿਪੋਕਰੇਟ ਆ, ਬਦਲਦੇ ਹੀ ਨਹੀਂ ਕਾਨੂੰਨ। ਇੱਕ ਆਦਮੀ ਦੀ ਬੀਵੀ ਛੱਡ ਕੇ ਉਹਨੂੰ ਚਲੇ ਜਾਂਦੇ, ਤੁਸੀਂ ਕਾਨੂੰਨ ਨਹੀਂ ਉਹਨੂੰ ਉਹਦੇ ਪਿੱਛੇ ਮੁਕੱਦਮਾ ਕਰਦੇ ਹੋ, ਇਹ ਕਰਦੇ ਹੋ ਕਿਉਂ ਮੈਨੂੰ ਮੇਰੀ ਬੀਵੀ ਛੱਡ ਜਿਹੜੀ ਤੂੰ ਕਿਹਨੂੰ ਚਾਹੁੰਦਾ, ਜਿਹੜੀ ਬੀਵੀ ਤੈਨੂੰ ਛੱਡ ਕੇ ਚਲੇ ਗਈ ਉਹਨੂੰ ਤੂੰ ਚਾਹੁੰਦਾ। ਲੋੜ ਕੀ ਹੈ ਜਿਹੜੀ ਛੱਡ ਕੇ ਗਈ ਜਾਣ ਦੇ? ਜੋ ਛੱਡ ਕੇ ਚਲੇ ਗਈ ਹੈ ਤੇ ਤੂੰ ਮੰਨ ਲਾ ਕਿ ਛੱਡ ਕੇ ਚਲੇ ਗਈ ਬਸ ਵੀ ਨਹੀਂ ਸੀ ਤੇਰੀ, ਹੁਣ ਉਹ ਤੇਰੀ ਨਹੀਂ ਹੈ। ਪਰ ਫਿਰ ਵੀ ਅਸੀਂ ਕਹੀ ਜਾਂਦੇ ਕਿ ਨਹੀਂ। ਹਾਂ ਤੇ ਤਲਾਕ ਵੀ ਇਸ ਤਰ੍ਹਾਂ ਹੁੰਦਾ। ਇੱਕ ਬੰਦਾ ਤਲਾਕ ਦੇਣਾ ਚਾਹੁੰਦਾ ਜਾਂ ਔਰਤ ਤਲਾਕ ਦੇਣਾ ਚਾਹੁੰਦੀ ਹੈ ਤੇ ਫਿਰ ਵੀ ਕੋਰਟ ਕਿੰਨਾ ਚਿਰ ਲਾ ਦਿੰਦੀ ਉਹਨੂੰ
अबे एक बंदा कह रहा कि नहीं, दूसरा कही जाए कि नहीं मैं चाहना, तो वो कहने का की मान है, दूसरा तो चाहता ही नहीं, तो तुम कही जाओगे नहीं मुझे कोई नहीं चाहिए, तो वो कहे कि नहीं मैं ये बंदा नहीं चाहिए, तो फिर तुम क्यों जाओगे? ये हूँ कानून सुना कि आस्ट्रेलिया बन गया, उन्होंने कहा कि एक बंदा भी आके आके कोर्ट है कि मैं इस जनानी ना या इस बंदे ना नहीं रहना चाहता, तो डाइवोर्स अलाउ हो जाता, वो दूजे को पूछने की लोड़ नहीं, हम खाली इन्फॉर्म कर देंगे कि लोग बोल रहे तो बीवी हूँ नहीं होगी, दूजे को पूछने का कोई आइडिया ही नहीं, एक जना तो नहीं चाहता तो ऐसे तो कोर्ट कहती है 6 महीने लाਉਂਦੀ ਆ, ਤੂੰ ਸਮਝਾ ਸਮਝਾਉਣਾ ਕਿ ਤੁਸੀਂ ਫਿਰ ਵੀ ਕਹੀ ਜਾਂਦੇ ਹੋ, ਉਹੀ ਸਾਲਾਂ ਬੱਧੀ ਲਾ ਦਿੰਦੇ ਆ, ਤੁਹਾਨੂੰ ਤੁਸੀਂ ਕਹੀ ਜਾਂਦੇ ਕਿ ਨਹੀਂ ਮੈਨੂੰ ਉਹੀ ਜਨਾਨੀ ਚਾਹੀਦੀ, ਜਿਹੜੀ ਤੁਹਾਨੂੰ ਚਾਹੁੰਦੀ ਨਹੀਂ ਤੁਸੀਂ ਉਹ ਜਨਾਨੀ ਚਾਹੁੰਦੇ, ਪਾਗਲਪਨ ਹੈ, ਇਹ ਪਾਗਲਪਨ ਹੈ ਮੇਰਾ, ਪਰ ਇਸ ਤੇ ਚੱਲਦੀ ਸਾਰੀ ਦੁਨੀਆ ਚੱਲੀ ਜਾਂਦੀ ਹੈ, ਕਿਉਂ ਚੱਲਦੀ ਹੈ? ਸਮਝ ਨਹੀਂ ਆਉਂਦੀ, ਕੋਈ ਉੱਠ ਕੇ ਇਹ ਬੋਲਦਾ ਹੀ ਨਹੀਂ, ਤੇ ਸਾਨੂੰ ਕੀ ਲੋੜ ਹੈ? ਅਸੀਂ ਲੀਗਲੀ ਮੈਰਿਜ ਕਰਨ ਦੀ ਸਾਨੂੰ ਲੋੜ ਹੀ ਨਹੀਂ ਪਈ, ਉਹਨਾਂ ਨੂੰ ਲੋੜ ਪਈ 15 ਸਾਲ ਬਾਅਦ ਇਹਨਾਂ ਦੇ ਹਸਬੈਂਡ ਨੂੰ किसी जमीन के अलॉटमेंट ਲਈ उन्होंने तलाक, फिर इन्होंने क्या कि मैं हूँ तलाक ठीक है काम है फ्री हो गया, मैंने जमीन मिल सकती, दिल्ली के एक बंदे दो प्लाट नहीं मिल सकते, ऐसा है ये मतलब वो दो नहीं रहते, सो उन्होंने फिर तलाक फिर लिया, उन्होंने लोड़ पड़ी, साड़ी कोई लोड़ नहीं हमें लोड़, ठीक है। ऐसा फ्री क्यों नहीं है देखना, कई पिंडा राजस्थान के किनिया पिंडा पिंडा की मैरिज होंगी, सरपंच को गए या पंचायत को गए, उनके लिए बंदे ना है मेरा मर्द है कि मैं एक औरत आई, तो बस उनके जाओ हो गए भैया, उन जाके गाओ ना गाओ, कहीं रोटी खाओ ना खाओ, वो थोड़ी मर्जी है, वो शादी ना कोई चल लगी रोटी खवाना या रस्म करना, ये अभी आप जिन्ना मर्जी गुरुद्वारा जाके लावा लो या ना लो, लावाना तो ब्याह नहीं होता, ब्याह किसी और बंदे पसंद करो कोई कर लैगे जनानी तो ब्याह हो गया, कैनेडा च नहीं रूल है कि एक बंदा लिव इन करे, एक कुड़ी एक मुंडा चुप करके अपने ना पेरेंट्स दसन इकट्ठे रहें, वो 2 साल अगर इकट्ठे नहीं रहे दे आर कंसिडर्ड मैरिज, वो ओनली कंसिडर हो जाते, वो बिना कोर्ट जान ना जान डिस्कस करना फॉर्म भरना, यूके च भी आई हैं लिविंग ਤੁਸੀਂ ਵੈਸੇ ਵੀ ਜੇ ਮੈਰਿਜ ਛੋਟੀ ਹੈਗੀ ਵੀ ਹੈ, ਇੱਕ ਆਦਮੀ ਔਰਤ ਇਕੱਠੇ ਰਹਿ ਰਹੇ ਤਾਂ ਹੋਰ ਕੀ ਹੈ ਮੈਰਿਜ ਹੀ, ਹੁਣ ਤੁਸੀਂ ਫਿਰ ਕੋ ਪੁਰਾਣੇ ਤਰੀਕੇ ਨਾਲ ਕਹੋਗੇ ਨਹੀਂ ਜੀ ਇਹਨਾਂ ਨੇ ਜੇ ਕੋਰਟ ਜਾ ਕੇ ਦਸਤਖਤ ਨਹੀਂ ਕੀਤੇ, ਫਾਰਮ ਨਹੀਂ ਭਰਿਆ, ਉਹ ਫਾਰਮ ਭਰ ਕੇ ਕੀ ਕਰਨਾ, ਇੱਕ ਸਟ੍ਰੇਂਜਰ ਦੇ ਸਾਹਮਣੇ ਤੁਸੀਂ ਫਾਰਮ ਭਰ ਦਿਓ, ਉਹਨੂੰ ਕੀ ਪਤਾ ਕੌਣ ਹੈ ਕੌਣ ਨਹੀਂ, ਐਵੇਂ ਉਹਨੇ ਦਸਤਖਤ ਕਰਦੇ ਨੇ, ਜਿਹੜਾ ਹੁਣ ਵਿਆਹ ਕਰਨ ਵਾਲਾ ਉਹਨੂੰ ਕੀ ਪਤਾ, ਭਾਈ ਆਏਗਾ भाई को पता है, बामन आएगा उनको पता है आदमी कौन है औरत कौन है, कि इन्होंने की रिलेशन है, वो अपना जो थोड़े पैसे मिलते हैं वो आके चूचा करके चले, ਉਹਨੇ ਨਾਂ ਪੁੱਛ ਕੇ ਤੁਹਾਡਾ ਦੋ ਬੰਦੇ ਇਕੱਠੇ ਰਹਿਣਾ, ਜਿਵੇਂ ਉਹਦਾ ਕਨੈਕਸ਼ਨ ਹੁੰਦਾ ਨਾ ਗਾ ਟੈਲੀਫੋਨ, ਮੇਰੇ ਨਾਂ ਪੁੱਛ ਕੇ ਦੱਸ ਦੇਣਾ ਹਾਂਜੀ ਜੀ ਇਹਨਾਂ ਨੇ ਵਿਆਹ ਕਰਾ ਲਿਆ ਜੀ ਰੱਬ ਜੀ ਹੁਣ ਪ੍ਰਵਾਨ ਕਰੋ। ਹਾਂ ਦੇਖੋ ਸਾਰੇ ਮੁਸਲਮਾਨ ਨੇ, ਇਹਨਾਂ 'ਚ ਕੋਈ ਰਿਲੇਸ਼ਨ ਨਹੀਂ, ਉਹਨੂੰ ਕੌਂਟਰੈਕਟ ਕਹਿੰਦੇ ਨੇ, ਨਿਕਾਹ ਦਾ ਮਤਲਬ ਹੈ ਕੌਂਟਰੈਕਟ, ਹਾਂ ਉਹ ਕੰਟੈਕਟ ਕਰਦੇ ਹੈ, ਉਹ ਰਿਲੀਜੀਅਸ ਨਾਮ ਹੀ ਨਹੀਂ, निकाह का मतलब है कॉन्ट्रैक्ट, ये कॉन्ट्रैक्ट मैरिज है, और वो हो चल रही जो लिखवा लेंगे कि जब छड़े तो पैसे देने पैने, हाँ हाँ वो जो मेरे कहने का मतलब ये हुई है, बिल्कुल इन्ने पैसे जे तू इन छड़े औरत ਨੂੰ ਤੇ ਤੂੰ 1 ਲੱਖ रुपया देंगे, वो लिखवा लेंगे, ਪਹਿਲਾਂ ਔਰਤ ਨੂੰ ਫੜਨ ਦਾ ਜੁਰਮਾਨਾ ਫਿਰ ਛੱਡਣ ਦਾ ਜੁਰਮਾਨਾ, हाँ वो जुर्माना ब्याह करना ही है, ब्याह भी जुर्माना ही बहुत तो मुश्किल लगी। ਵੈਰੀ ਗੁੱਡ। ਤਾਂ ਤੁਹਾਡੇ ਫਿਊਚਰ ਵਿੱਚ ਕੋਈ ਪਲਾਨ ਇਸ ਤਰ੍ਹਾਂ ਦਾ, ਕੋਈ ਆਰਟ ਲਈ ਜਾਂ ਪੰਜਾਬੀਅਤ ਲਈ ਪਲਾਨ ਕਰਕੇ ਨਹੀਂ ਹੁੰਦੇ, ਆਰਟਸ ਦੀ ਕ੍ਰੀਏਟੀਵਿਟੀ ਇਹਨੇ ਪਲਾਨ ਨਹੀਂ, ਜਾਂ ਮਨ 'ਚ ਕੋਈ ਸੁਪਨਾ ਹੋਵੇ, ਜਦੋਂ ਬਣਾਉਣ ਲੱਗੀਦਾ ਤੇ ਸੋਚੀਦਾ ਹੋਰ ਬਣ ਜਾਂਦਾ, ਕੁਝ ਹੋਰ ਜਾਂਦਾ, ਰੰਗ ਸਾਡੀ ਮਰਜ਼ੀ ਨਾਲ ਨਹੀਂ ਚੱਲਦੇ, ਮੈਂ ਤੇ ਇਸੇ ਕਰਕੇ ਹੱਸ ਕੇ ਕਹਿੰਦਾ ਕਦੇ ਕਦੇ ਮੈਂ ਤੇ ਰੰਗ ਖੇਡਦੇ ਰਹਿੰਦੇ, ਕਦੇ ਉਹ ਮੇਰੇ ਨਾਲ ਖੇਡਦੇ ਰੰਗ, ਕਦੇ ਮੈਂ ਰੰਗਾਂ ਨਾਲ ਖੇਡਦੇ, ਤੇ ਕੁਝ ਬਣ ਜਾਂਦਾ ਚੰਗਾ ਲੱਗਦਾ, ਉਹ ਬਣ ਨਹੀਂ ਸਕਦਾ, ਇਸ ਤਰ੍ਹਾਂ ਸੋਚ ਵੀ ਹੈ, ਅਸੀਂ ਸੋਚਦੇ ਬੜਾ ਕੁਝ ਹਾਂ, ਪੋਇਟਰੀ ਵੀ ਲਿਖਦੇ ਹੋ ਤਾਂ ਜੋ ਸੋਚਦੇ ਹੋ ਥੋੜ੍ਹਾ ਲਿਖਿਆ ਕਰੋ, ਕੁਝ ਬਣਦਾ ਹੁਣ ਦੁਨੀਆ 'ਚ ਕਿਸੇ ਨੂੰ ਥੋੜ੍ਹਾ ਪਤਾ ਕਿਸੇ ਨੂੰ ਐਸਾ ਸਾਇੰਸਦਾਨ ਨੂੰ ਪਤਾ ਲੱਗਾ, ਉਹਨੂੰ ਇਹ ਥੋੜ੍ਹਾ ਪਤਾ ਸੀ ਕਿ ਇਹ ਲੋਕ
कि 20 लाख बंदे मार देंगे। तो वो साइंसदान ये तो सोचता नहीं कि पूरे काम भी ये होंगे। ये इतनी पावरफुल चीज़ है तो उधर एटम बम बन गया, जिन्होंने सारे दुनिया डरती रहती, सारे को बम गए, इसे करके लड़ाई नहीं होती। दोनों पास बंदे नहीं रहेंगे। जैसे पाकिस्तान तो नहीं चला देंगे, वो है उनमें टेररिज्म की लोड़ थी, वो नहीं बम चला दे। पर उन्हें पता है कि पाकिस्तान तो लंबेगा नहीं, हिंदुस्तान तो फिर भी एड्डा बड़ा मुल्क है, वो कोई ना कोई हिस्सा में बच जाएगा, ये साडा तो बचना ही नहीं। तो ऐसे करके टेररिज्म करता था। हूँ लड़ जो कि मुसलमान है नहीं, वो उन्होंने तो पीरियड खत्म हो गया। अगे ऐ मुल्क फतेह कर लिया और मुल्क मुसलमान ने फतेह कर लिया, वो नहीं है। क्योंकि उदों जो जिन्होंने मुल्कों में फतेह किया उत्थे फौजा पहले ही आती सी, इतने कोई लड़ाई करने बिलीव नहीं करता, किसी ने फौज ही नहीं बनाई मुल्कों ने। तो जिसे फौज नहीं होएगी कि फौज वाला आएगा उत्थे कब्जा कर ही लेगा। तो हूँ इतने भी फौज है, अगे फौज ना फौज लड़ेगी, हूँ लड़ते नहीं। पाकिस्तान लड़ ली तैयार नहीं, तो फौज ना नहीं लड़ेगा। ਹੁਣ ਤੁਸੀਂ ਮਤਲਬ ਜਿਹੜੀ ਕਲਾ ਬਾਰੇ ਮੈਂ ਗੱਲ ਕਰਾਂਗੇ ਵੀ ਪੋਇਟਰੀ ਅੰਮ੍ਰਿਤਾ ਜੀ ਦਾ ਪੜ੍ਹੀ, ਬਾਕੀ ਚੀਜ਼ਾਂ ਕੀ ਕੋਈ ਫਿਲੋਸਫੀ ਜਾਂ ਹੋਰ ਕੋਈ ਚੀਜ਼ ਕੀ ਤੁਸੀਂ ਸਟੱਡੀ ਕਰਕੇ, ਕਿਉਂਕਿ ਤੁਹਾਡਾ ਜਿਹੜਾ ਵਿਜ਼ਨ ਹੈਗਾ ਪੇਂਟਿੰਗ 'ਚੋਂ ਨਜ਼ਰ ਆਉਂਦਾ ਉਹ ਬਿਲਕੁਲ ਇੰਟਾਇਰਲੀ ਡਿਫਰੈਂਟ ਆ ਬਾਕੀ ਬੰਦਿਆਂ ਨੂੰ, ਕਿਉਂਕਿ ਜੇ ਕੁਛ ਅੰਦਰ ਹੁੰਦਾ ਬੰਦੇ ਦੇ ਚਾਹੇ ਅਸੀਂ ਤਾਂ ਖੂਬਸੂਰਤ ਜੀਣ ਲਈ ਮੈਂ ਤਾਂ ਪੇਂਟਿੰਗ ਕਰਦਾ, ਮੈਂ ਪੇਂਟਿੰਗ ਕਿਸੇ ਵਿਸ਼ੇ ਲਈ ਨਹੀਂ ਕਰਦਾ, ਨਾ ਇਸ ਚੀਜ਼ ਲਈ ਕਿ ਮੈਨੂੰ ਕੋਈ ਆਰਟਿਸਟ ਕਵੇ, ਉਹਦੇ ਨਾਲ ਕੀ ਕਰ ਲੇਗਾ ਜ਼ਿੰਦਗੀ ਦਾ, ਮੈਨੂੰ ਕੋਈ ਆਰਟਿਸਟ ਕਵੇ ਜਾਂ ਨਾ ਕਵੇ, ਫਰਕ ਪਵੇ ਅਖਬਾਰ 'ਚ ਨਾ ਛਪੇ ਜਾਂ ਨਾ ਛਪੇ, ਜਿਨ੍ਹਾਂ ਦਾ ਛਪ ਵੀ ਜਾਂਦਾ ਜੇ ਉਹ ਚੰਗੀ ਤਰ੍ਹਾਂ ਜੀ ਨਹੀਂ ਪਾਏ ਤਾਂ ਉਹਦਾ ਕੀ ਨਾਂ ਦਾ ਕੀ ਇੱਕ ਦਿਨ ਨਾਮ ਲਿਖਿਆ ਜਾਂਦਾ, ਦੂਜੇ ਦਿਨ ਲੋਕ ਭੁੱਲ ਜਾਂਦੇ। ਲੋਕੀ ਤਾਂ ਇਸ ਤਰ੍ਹਾਂ ਨਹੀਂ ਹੈ, ਇੱਕ ਦਿਨ ਚਰਚਾ ਕਰਦੇ ਦੂਜੇ ਦਿਨ ਉਹ ਨਾਮ ਹੀ ਨਹੀਂ ਲੈਂਦੇ। ਬਿਲਕੁਲ। ਤੇ ਉਹਨਾਂ ਦੇ ਤੁਸੀਂ ਡਿਪੈਂਡੈਂਟ ਕਰ ਲਈ ਹੁੰਦੇ ਹੋ, ਉਹਨਾਂ ਦੇ ਚੰਗੇ ਹੋਣ ਤੇ ਜਾਂ ਕਹਿੰਦੇ ਮਾੜੇ ਕਹਿਣ ਤੇ। ये था ये सब रखते हैं पोइट्री लिखना। ये आदमी खूबसूरत जी सकता है पोइट्री वर्गा, कोई बंदा अपनी पोइट्री वर्गे किन्ने शायर देखे होंगे जो अपनी पोइट्री की एक लाइन वर्गे जींदे हो नहीं लोग जो लगते हैं पोइट्री उन्होंने कोई स्टाइल आता है उसलिए खूबसूरत लिख लेते, यहाँ समझ लो क्राफ्ट आती उन्होंने कुछ कह लो, कोई यहाँ क्राफ्टिंग भी हैगी है, क्राफ्टिंग भी है और किसी वेले वो आदमी सब कुछ है, माड़ा चंगा भी है ना, माड़ा ही तो नहीं है, चंगा भी है, वो किसी उस मोमेंट पे वो नजर लिख लेता, पर आप वो अपनी नजर वर्गा कदे भी नहीं कटिया माड़े लफ्ज बोलता, गाला भी कटता, माड़ी तरह देखता भी है, बहुत कट लो बोलता भी है, नहीं तो पोइट्री लिखने वाला माड़ा क्यों बोले। पोइट्री लिखने वाला बंदा जे उमें जिवें तो फिर गल ही बन जाए बहुत वधिया। मतलब एक चंगा बंदा किसी मुसलमान ने ਜਿਹੜਾ ਨੌਨ ਬਲੀਵਰ ਹੈ ਉਹਨੂੰ ਉਹ ਕਾਫਰ ਕਹਿੰਦੇ, ਮੈਂ ਉਹਨਾਂ ਨੂੰ ਕਹਿੰਦਾ ਕਿ ਜਿਹੜਾ ਆਦਮੀ ਮੁਸਲਮਾਨ ਕਿਸੇ ਨੂੰ ਕਾਫਰ ਕਹਿੰਦਾ ਉਹ ਮੁਸਲਮਾਨ ਨਹੀਂ ਹੁੰਦਾ। ਮੂਮਨ ਤੱਕ ਕਿਸੇ ਨੂੰ ਕਾਫਰ ਨਹੀਂ ਕਹਿੰਦਾ, ਫਿਰ ਉਹ ਮੂਮਨ ਨਹੀਂ ਹੋਏਗਾ। ਪਰ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹ ਕਹਿੰਦੇ ਨਹੀਂ ਦੂਜੇ ਨੂੰ ਕਿਹਾ ਜਾ ਸਕਦਾ। ਮਤਲਬ ਤੁਹਾਡਾ ਇਹ ਤਾਂ ਯੂਨੀਵਰਸਲ ਗੱਲ ਹੈ ਨਾ, ਕੋਈ ਵੀ ਚੰਗਾ ਬੰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਜਿਹੜਾ ਮਾੜਾ ਕਹਿੰਦਾ ਉਹ ਚੰਗਾ ਨਹੀਂ, ਸਿੰਪਲ ਜੀ ਗੱਲ ਹੈ। ਜਿਹੜਾ ਹੁਣ ਤੁਸੀਂ ਇਹ ਗੱਲ ਕਿਹਨੂੰ ਨਹੀਂ ਸਮਝ ਆਉਂਦੀ ਇਹ ਗੱਲ, ਸਿੰਪਲ ਹੈ, ਮਾੜਾ ਕਹਿੰਦਾ ਕਿਸੇ ਨੂੰ ਕਿਸੇ ਸ਼ਕਲ 'ਚ ਵੀ ਮਾੜਾ ਕਹਿੰਦਾ ਉਹ ਆਪ ਚੰਗਾ ਨਹੀਂ। ਗੁਰਬਾਣੀ ਦੀ ਲਾਈਨ ਹੈ ਨਿੰਦਾ, ਜਿਸ ਤਰ੍ਹਾਂ ਹੁਣ ਪੋਲੀਟਿਕਸ 'ਚ ਦੇਖੋ ਕੁਝ ਵੀ ਨਹੀਂ, ਉਹ ਇਲੈਕਸ਼ਨ ਬੋਲਦੇ ਪਏ ਨੇ, ਉਹ ਟੈਲੀਵਿਜ਼ਨ ਦੇਖਦੇ ਉਹ ਕਾਂਗਰਸ ਨੂੰ ਮਾੜਾ ਕਹਿ ਰਹੇ ਤੇ ਕਾਂਗਰਸ ਉਹਨਾਂ ਨੂੰ ਮਾੜਾ ਕਹਿ ਰਹੇ, ਦੋਵੇਂ 'ਚ ਫਰਕ ਹੀ। ਤੁਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਰਾਜ ਕਰਾਂਗੇ ਤੇ ਅਸੀਂ ਆਹ ਕੰਮ ਕਰਾਂਗੇ ਇਹ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੇ ਕਰਨਾ ਹੀ ਨਹੀਂ। ਤੁਸੀਂ ਸਿਰਫ ਵੋਟ ਲੈਣ ਲਈ ਇਹ ਗੱਲਾਂ ਕਰਦੇ, ਜਿਹੜਾ ਪ੍ਰੋਮਿਸ ਵੀ ਕਰਦੇ ਤਾਂ ਕੋਈ ਵੀ ਪ੍ਰੋਮਿਸ ਨਹੀਂ ਪੂਰਾ ਹੁੰਦਾ। ਕਿਸੇ ਨੂੰ ਪੂਰੀ ਰੋਟੀ ਨਹੀਂ ਮਿਲਦੀ, ਕਿਸੇ ਪਾਣੀ ਨਹੀਂ ਮਿਲਦਾ, ਕਿਸੇ ਦਰਿਆ ਸੁੱਕੀਆਂ ਪਈਆਂ ਜ਼ਮੀਨਾਂ, ਉਹ ਤੁਸੀਂ ਕਦੇ ਕੋਈ ਨਹੀਂ ਉੱਥੇ ਜਾਂਦੇ ਹੀ ਨਹੀਂ। ਥੱਲੇ ਕੋਈ ਆਇਆ ਨਹੀਂ
ਤੁਸੀਂ ਇੱਕ ਕੱਪ ਚਾਹ ਪੀਓ। ਪੀਆਂਗੇ ਤੁਹਾਡੇ ਨਾਲ ਜੋ। ਵੈਰੀ ਗੁੱਡ। ਕੋਈ ਫਕੀਰਾਂ ਦੀ ਗੱਲ, ਕੋਈ ਸੁਲਤਾਨ ਬਾਹੂ ਹੁਣਾਂ ਦੀ ਗੱਲ, ਉਹਨਾਂ ਦੀ ਤੁਸੀਂ ਪੇਂਟਿੰਗ ਬਣਾਈ ਹੈ, ਬੋਲੇ ਕੁਝ ਕਹਿ ਗਏ ਨਾ, ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ। ਉਹ ਇੱਕ ਬੰਦਾ ਆਇਆ ਪਾਕਿਸਤਾਨ ਤੋਂ, ਵਕੀਲ ਸੀ, ਪ੍ਰੋਫੈਸ਼ਨਲ ਪੜ੍ਹਿਆ ਲਿਖਿਆ ਹੋਏਗਾ, ਵਕੀਲ ਹੈ। ਉਹ ਹਿੰਦੁਸਤਾਨ ਕਹਿੰਦਾ ਮੈਂ ਲਤਾ ਮੰਗੇਸ਼ਕਰ ਨੂੰ ਵੇਖਣ ਆਇਆ। तो ਕਿਸੇ ਨੇ ਕੋਈ ਮੈਸੇਜ ਦਿੱਤਾ ਉਹਨਾਂ ਅਮਰਤਾ ਨੂੰ ਮਿਲਣ ਆ ਗਏ। तो कहता मैं तो लता ली दुआ करांगा कि उन्हें जन्नत मिले, बाकी काफिरां ली नहीं मैं करा, बाकी उन्हें हिंदुस्तान सब काफिर। अच्छा। अमरता को रहा नहीं गया। अमरता उन्हें कहने लगी तो काफिर का मतलब होगा मुसलमान को। कहने तो शायर ने, मुसलमान शायर ने लिखा बाहू ने कि जो दम का गाफिल सो दम का। ਵੈਰੀ ਗੁੱਡ। ਜਦੋਂ ਤੁਸੀਂ ਐਬਸੈਂਟ ਹੋ ਉਦੋਂ ਹੀ ਕਾਫ ਜਿਹੜੇ ਦਮ ਹੁਣ ਇਹ ਗੱਲ ਉਹ ਮੁਸਲਮਾਨ ਦਿਆ ਨਹੀਂ ਕਿ ਉਹਨੇ ਪੜ੍ਹੇ ਵੀ ਉਹ ਇਹ ਨੋਟ ਨਹੀਂ ਕਰੇਗਾ ਕਿ ਜਦੋਂ ਤੁਸੀਂ ਇਹੋ ਜਿਹੀ ਬੋਲਦੇ ਹੋ, ਜ਼ੁਬਾਨ ਬੋਲੇ ਦਾ ਮਤਲਬ ਤੁਸੀਂ ਐਬਸੈਂਟ ਹੋ। ਬਿਲਕੁਲ, ਉਦੋਂ ਤੁਸੀਂ ਕਾਫਰ ਹੋ ਗਏ, ਤੁਸੀਂ ਉਹਨੂੰ ਹਾਜ਼ਰ ਨਹੀਂ ਸਮਝਦੇ, ਉਦੋਂ ਤੁਸੀਂ ਕਾਫਰ ਹੋ। ਤੁਸੀਂ ਉਹਨੂੰ ਨਾਲ ਜੇ ਹੁਣ ਇਹਨਾਂ ਨੇ ਰੱਬ ਵੀ ਦੇਖੇ ਨਾ, ਆਦਮੀ ਜਦੋਂ ਪਕਸ਼ਪਾਤ ਕਰਦਾ ਤੇ ਕਿਵੇਂ ਕਰਦਾ। ਹੁਣ ਉਹਨਾਂ ਨੂੰ ਲੱਗਦਾ ਕਿ ਅੱਲਾ ਹੋਰ ਹੈ ਤੇ ਭਗਵਾਨ ਹੋਰ। ਜੇ ਸਾਰੇ ਬੰਦੇ ਅੱਲਾ ਦੇ ਨੇ, ਤੁਸੀਂ ਉਹਨਾਂ ਨੂੰ ਹਿੰਦੂਆਂ ਨੂੰ ਮਾੜਾ ਕਿਉਂ ਕਹਿੰਦੇ? ਬਿਲਕੁਲ। ਉਹ ਵੀ ਇੱਕੋ ਰੱਬ ਨੇ ਬੁਲਾਏ ਤੇ ਮੁਸਲਮਾਨ ਵੀ ਇੱਕੋ ਰੱਬ ਨੇ ਬੁਲਾਏ। ਉਹ ਤੇ ਪਕਸ਼ਪਾਤ ਨਹੀਂ ਕਰਦਾ, ਪਕਸ਼ਪਾਤ ਤੁਸੀਂ ਕਰ ਰਹੇ ਹੋ। ਬੰਦਿਆਂ ਨੇ ਆ ਕੇ ਕੀਤਾ, ਰੱਬ ਨੇ ਨਹੀਂ ਕੀਤਾ। ਔਰ ਫਿਰ ਤੁਸੀਂ ਰੱਬ ਦੀ ਹੱਤਿਆ ਕਰਦੇ ਹੋ, ਉਹ ਕਹਿੰਦੇ ਨਹੀਂ ਉਹਨਾਂ ਨੂੰ ਅਸੀਂ ਕਾਫਰ ਕਹਿੰਦੇ ਕਿਉਂਕਿ ਉਹ ਬੁੱਤ ਮੰਨਦੇ ਕਿਸੇ ਚੀਜ਼ ਨੂੰ ਮੰਨਣ। ਉਹ ਤੇ ਅੱਜ ਆਦਮੀ ਦੀ ਪਰਸਨਲ ਚੋਇਸ ਹੈ। ਸਾਰੇ ਬੰਦੇ ਬੁੱਤ ਮੰਨਦੇ, ਕਿਹੜਾ ਨਹੀਂ। ਮੈਂ ਕਹਿੰਦਾ ਕਿਹੜੇ ਬੰਦੇ ਨੂੰ ਪਤਾ ਹੈ ਇੱਕ ਬੰਦਾ ਰੱਬ ਨੂੰ ਮੰਨਦਾ ਇੱਕ ਨਹੀਂ ਮੰਨਦਾ, ਤੇ ਦੋਵੇਂ ਤੁਹਾਨੂੰ ਫਰਕ ਕਿਵੇਂ ਦਿਸਦਾ? ਤੁਹਾਨੂੰ ਪੁੱਛਣਾ ਪੈਂਦਾ। ਦਿਸਦਾ ਨਹੀਂ? ਜਿਹੜਾ ਨਹੀਂ ਗੁਰਦੁਆਰੇ ਜਾਂਦਾ ਹੈ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਉਹ ਬੰਦਾ ਮਾੜਾ। ਬਿਲਕੁਲ। ਤੇ ਜਿਹੜਾ ਜਾਂਦਾ ਤੁਸੀਂ ਇਹ ਨਹੀਂ ਕਹਿ ਸਕਦੇ ਚੰਗਾ। ਇਹ ਕੋਈ ਗਰੰਟੀ ਨਹੀਂ। ਕੋਈ ਨਮਾਜ਼ ਪੜ੍ਹੇ ਤੇ ਨਾ ਨਮਾਜ਼ ਪੜ੍ਹੇ ਤੇ ਉਸ ਕੀ ਫਰਕ ਪੈਂਦਾ? ਉਹਦੇ ਕਿੰਨੇ ਮੁਸਲਮਾਨ ਨੇ ਜਿਹੜੇ ਨਮਾਜ਼ ਨਹੀਂ ਪੜ੍ਹਦੇ। ਬਿਲਕੁਲ। मुसलमान जी सारे तो नमाज नहीं पढ़ते हैं। वो पहले करें नमाज नहीं पढ़ी गोइट ने पढ़ते ही नहीं। कल नहीं पढ़नी, पढ़ना की है जे तुम शुक्र ही करना है वैसे भी अल्लाह कर सकते। बिल्कुल। वो जरूर ड्रिल करके करना, अगर उच्चे हो गए नीवे हो तुम बैठ के उठते हर वे शुक्र करो कि भी सानू रोटी खाने मिली, मकान रहने मिले, ये मिले, जो कुछ नहीं थैंक्स ही करना। प्रेयर तो है ही थैंक्स है, मगर प्रेयर तुसी बना ली मंगण वास्ते। हम तुम प्रेयर करते हो गए, नमाज पढ़ते हो गए कि हिंदुस्तान तबाह हो जाए या वो फला है माड़ा हो जाए, वो मर जाए, तो फिर वो की पूरी मांगते वो नमाज तो पूरी नहीं होने वाली। नमाज ही नहीं रही, प्रेयर भी नहीं रही। ਇਹ ਜੀ ਗੱਲ ਬੰਦਾ ਸੋਚਣ ਵਾਲੇ ਕਾਫਰ ਹੋ ਗਿਆ ਪਹਿਲਾਂ। नहीं वो रहेगी नहीं, वो प्रेयर कितने रहेगी। ਉਹਦੇ ਹੁਣ ਤੁਸੀਂ ਗੁਰਦੁਆਰੇ ਜਾਂਦੇ ਤਾਂ ਵੀ ਅਸੀਂ ਉਹ ਮੰਨਦੇ ਹਾਂ ਕਿ ਸਾਨੂੰ ਇਹ ਸਾਡੇ ਮੁੰਡਾ ਹੋ ਜਾਏ, ਸਾਡੇ ਘਰ ਹੈ ਹੋ ਜਾਏ, ਉਹ ਹੋਏ, ਫਿਰ ਵੀ ਮੰਗ ਹੀ ਮੰਗ ਹੈ ਤੇ ਪ੍ਰੇਅਰ ਤੇ ਖਰਾਬ ਹੋ ਗਈ। ਜੇ ਤੁਸੀਂ ਮੰਗਣ ਗਏ ਤਾਂ ਪ੍ਰੇਅਰ ਤੇ ਸਿਰਫ ਥੈਂਕਸ ਤੇ ਜੋ ਵੀ ਹੈ ਉਹਦੇ ਥੈਂਕਸ ਜੋ ਵੀ ਹੈਗਾ। ਮਤਲਬ ਥੋੜ੍ਹੀ ਜਿਹੀ ਤਾਂ ਵੀ ਠੀਕ ਹੈ, ਜੇ 1 ਮਹੀਨਾ ਤਾਂ ਵੀ ਠੀਕ ਹੈ, 10 ਮਹੀਨੇ ਹੁਣ ਤਾਂ ਵੀ ਥੈਂਕ, ਤਾਂ ਕੀ ਫਰਕ ਪੈਣਾ। ਮਗਰ ਉਹ ਬੰਦੇ ਨੂੰ ਮੰਗਣ ਦੀ ਆਦਤ ਬਹੁਤ, ਉਹਨੂੰ ਇਹ ਗੱਲ ਸਮਝ ਆਉਂਦੀ। ਇਸ ਤਰ੍ਹਾਂ ਦੀ ਮੂਵਮੈਂਟ ਬੁੱਧੀਜੀਵੀਆਂ ਨੂੰ ਥੋੜ੍ਹੀ ਤੋਰਨੀ ਚਾਹੀਦੀ। ਕੱਲ ਬੁੱਧੀਜੀਵੀ ਹੈ ਨਹੀਂ, ਉਸ ਜਿੰਦੇ ਨਹੀਂ ਨਾ। ਬੁੱਧੀਜੀਵੀ ਬੋਲਣ ਵਾਸਤੇ ਲੱਗਦੇ ਆ। ਬੋਲਿਆ ਜ਼ਿੰਦਗੀ ਕਿਤੇ ਇੱਕ ਬੰਦਾ 6 MA ਕਰ ਲੇ, ਜ਼ਰੂਰੀ ਨਹੀਂ ਉਹ ਚੰਗਾ ਬੰਦਾ ਬਣੇ। ਨਾ ਉਹ ਹੋ ਸਕਦਾ ਉਹਨੂੰ 6 ਜ਼ਬਾਨਾਂ ਦੀ ਇਨਫੋਰਮੇਸ਼ਨ ਹੋਵੇ, ਅਰਬੀ ਦੀ, ਫਾਰਸੀ ਦੀ, ਉਰਦੂ ਦੀ, ਪੰਜਾਬੀ ਦੀ, ਅੰਗਰੇਜ਼ੀ ਦੀ। ਇਹ ਤਾਂ ਇਨਫੋਰਮੇਸ਼ਨ, ਇਹ ਤਾਂ ਇਨਫੋਰਮੇਸ਼ਨ। ਵਿਜ਼ਡਮ ਤਾਂ ਨਹੀਂ ਆਉਂਦੀ। ਵਿਜ਼ਡਮ ਤਾਂ ਤੁਹਾਨੂੰ ਐਕਸਪੀਰੀਅੰਸ ਨਾ ਆਏ। ਵਿਜ਼ਡਮ ਹੋਰ ਚੀਜ਼ ਹੈ। ਇਸ ਤਰ੍ਹਾਂ ਅਕਲਮੰਦ ਨਹੀਂ ਹੋ ਜਾਂਦਾ ਬੰਦਾ MA ਪੜ੍ਹ। ਦੁਨੀਆ ਪੜ੍ਹੇ ਲਿਖੇ ਸਾਰੇ
अकलमंद हो जाते। ਜਾਣੀ ਉਹ ਕਿਤਾਬਾਂ ਦਾ ਤੁਹਾਡੇ ਕਹਿਣ ਮੁਤਾਬਕ ਵੀ ਕਿਸੇ ਖੋਤੇ ਤੇ ਵੀ ਲੱਦੀ ਜਾ ਸਕਦੀ ਹੈ। ਇਨਫੋਰਮੇਸ਼ਨ ਦੇਣਗੀਆਂ, ਦੇਖਣਾ ਭਾਵੇਂ ਗੁਰੂ ਗ੍ਰੰਥ ਸਾਹਿਬ ਪੜ੍ਹੀਏ ਉਹ ਵੀ ਤਾਂ ਇਨਫੋਰਮੇਸ਼ਨ ਹੀ ਦੇਣਗੇ, ਤੁਹਾਨੂੰ ਧਾਰਮਿਕ ਨਹੀਂ ਬਣਾਉਣਗੇ। ਉਹ ਤੁਹਾਡਾ ਟੈਂਪਰਾਮੈਂਟ ਜੇ ਨਾ ਹੋਏਗਾ ਧਾਰਮਿਕ ਤੇ ਤੁਸੀਂ ਧਾਰਮਿਕ ਹੋ ਹੀ ਨਹੀਂ ਸਕਦੇ, ਨਹੀਂ ਹੋ ਸਕਦਾ। ਜੇ ਧਾਰਮਿਕ ਹੋ ਫਿਰ ਤੁਹਾਨੂੰ ਕਿਤਾਬ ਸ਼ਾਸਤਰ ਪੜ੍ਹਨ ਦੀ ਵੀ ਲੋੜ ਨਹੀਂ, ਤੇ ਬਗੈਰ ਪੜ੍ਹਿਆ ਵੀ ਤੁਸੀਂ ਧਾਰਮਿਕ। ਮੈਂ ਅਮਰਤਨ ਧਾਰਮਿਕ ਕਹਿੰਦਾ, ਹਾਲਾਂਕਿ ਉਹ ਕਦੇ ਗੁਰਦੁਆਰੇ ਨਹੀਂ ਜਾਂਦੇ, ਪਰ ਉਹ ਕਿਸੇ ਲਈ ਮਾੜਾ ਨਹੀਂ ਸੋਚਦੀ। ਨਹੀਂ ਹੈ ਹੀ ਧਾਰਮਿਕ। तो वो गुरुद्वारे जाना, ये तो कहो जी उन्हें वाल छोटे करा ले तो हम वो सीख नहीं रही। कोई आदमी छोटे वाल रखे कोई बड़े रखे तो मुश्किल है। ਅਸੀਂ ਆ ਪਿੰਡਾਂ ਜਿਹੜਾ ਪਿੰਡਾਂ ਸਿੱਖਾਂ ਦੇ ਪਿੰਡਾਂ ਜੰਮੇ ਆ ਤੇ ਅਸੀਂ ਨਾ ਹੀ ਰੱਖਦੇ ਹਾਂ, ਕੋਈ ਦਾੜੀ ਛੋਟੀ ਰੱਖ ਲੈਂਦਾ, ਜਿਹੋ ਜਿਹੀ ਫਬਜੀ ਰੱਖ ਲੈਂਦਾ। ਪਿੰਡਾਂ ਵਿੱਚ ਇੰਨੀ ਕੋਈ ਮੁਸ਼ਕਿਲ ਨਹੀਂ ਹੈਗੀ, ਕੱਟੜਤਾ ਨਹੀਂ ਨਾ ਹੈਗੀ। ਇਹ ਤਾਂ ਜਦੋਂ ਭਾਈ ਬੋਲਣ ਲੱਗਦਾ ਫਿਰ ਬੋਲਦਾ ਨਹੀਂ, ਇਹਨੂੰ ਕੈਂਚੀ ਨਹੀਂ ਲਾਉਣੀ ਚਾਹੀਦੀ। ਤੁਸੀਂ ਡਰੈਸਅਪ ਤੇ ਹੋਣਾ ਚਾਹੁੰਦੇ ਹੋ, ਤੁਸੀਂ ਪੈਂਟ ਅਪਣਾ ਲਈ ਕੱਚੇ ਦੀ ਥਾਂ, ਉਸ ਵੇਲੇ ਤਾਂ ਮੁਸ਼ਕਿਲ ਨਹੀਂ ਹੋਈ। तो पता लग गया कि मास्टर ने बाल कटे, तो मैंने उन्हें मारे, क्यों बाल कटे। वो ये बिल्कुल नहीं पूछता कि बाल क्यों कटाए गए, ये रीज़न नहीं पूछता। मैं क्या तू अपनी जनानी याद साढ़े घर भेज दे कि वो न्याणे नहा नू जाए, फिर तो रखे जाए, वो नहीं इंटरस्ट नहीं। तुम ये पूछते हो कि वो बंदा एक बंदा 4-5 बच्चे, ये तो छोटे छोटे ने। सानू तो साढ़े घर पर रोटी पकाने की प्रॉब्लम हुई कि मेरा प्यो बड़ा तो चाचे सारे छोटे से, अजय किसी का ब्याह ही नहीं है, चाची भी कोई नहीं, ताई भी कोई नहीं। तो मेरी जी मेरे तो छोटी 9 साल की भैन सी ना, वो 9 साल की उम्र तो रोटी पका गई। असं उन्हें पढ़ा नहीं सके, वो जी उस छोटी कुड़ी सी उन्होंने वो MA कर गई, पढ़ती कि इन रोटी पकाने तो ला। ਫਿਰ ਤੁਹਾਡੇ ਜਿਹੜੇ ਚਾਚੇ ਉਹ ਕਿੱਥੇ ਆ? ਵਿਆਹ ਦੇ ਬਾਅਦ ਉਧਰ ਉੱਥੇ ਹੀ ਅੰਮ੍ਰਿਤਸਰ ਡਿਸਟ੍ਰਿਕਟ। ਅੰਮ੍ਰਿਤਸਰ ਹੀ। ਸਿਸਟਰ ਤੁਹਾਡੀ ਉਹ ਵੀ ਉਹ ਉਹਨਾਂ ਦੇ ਫਿਰ ਜਿੱਥੇ ਵਿਆਹ ਹੋ ਗਿਆ ਉੱਥੇ ਆਪਣੇ ਤੁਸੀਂ ਆਪਸ ਵਿੱਚ ਮਿਲਦੇ ਆਉਂਦੇ ਜਾਂਦੇ, ਤੁਸੀਂ ਵੀ ਜਾਂਦੇ? ਜ਼ਮੀਨ ਇੱਥੇ ਹੈ ਅੰਮ੍ਰਿਤਸਰ ਡਿਸਟ੍ਰਿਕਟ ਮਜੀਠਾ ਰੋਡ ਤੇ ਹੈ। ਪਰ ਮੈਨੂੰ ਜ਼ਮੀਨ 'ਚ ਕੋਈ ਇੰਟਰਸਟ ਨਹੀਂ, ਕਿਉਂਕਿ ਮੈਂ ਸਾਹਮਣੇ ਪਤਾ ਨਹੀਂ ਮੇਰੇ ਕਿੱਥੋਂ ਇਹ ਅਹਿਸਾਸ ਹੈ ਕਿ ਜਿਹੜੀ ਚੀਜ਼ ਮੈਂ ਅਰਨ ਨਹੀਂ ਕੀਤੀ ਉਹ ਮੇਰੀ ਨਹੀਂ। ਬਹੁਤ ਵਧੀਆ ਗੱਲ। ਉਹ ਜ਼ਮੀਨ ਤੇ ਮੈਂ ਅਰਨ ਨਹੀਂ ਕੀਤੀ, ਉਹਨੇ ਮੈਨੂੰ ਪਿਓ ਵੱਲੋਂ ਐਵੇਂ ਮਿਲ ਗਈ, ਪਿਓ ਨੂੰ ਵੀ ਉਹਦੇ ਪਿਓ ਵੱਲੋਂ ਮਿਲ ਗਈ, ਤਾਂ ਨਹੀਂ ਕੀਤੀ। ਤੇ ਜਿਹੜੀ ਚੀਜ਼ ਮੈਂ ਅਰਨ ਨਹੀਂ ਕੀਤੀ ਉਹ ਮੈਂ ਇੰਜੋਏ ਨਹੀਂ ਕਰਦਾ, ਪੈਸਾ ਵੀ ਮੈਂ ਤਾਂ ਮਤਲਬ ਦੋਨੋਂ ਜਾਣੇ, ਉਹ ਆਪਣਾ ਅਰਨ ਕਰਦੀ ਹੈ ਤੇ ਮੈਂ ਆਪਣਾ ਅਰਨ ਕਰਦਾ। ਉਹ ਜੋ ਮਰਜ਼ੀ ਖਰਚ ਕਰੇ, ਮੈਂ ਜਿਸ ਤਰ੍ਹਾਂ ਮਰਜ਼ੀ ਆਪਣੀ ਸਿਰਫ ਅਸੀਂ ਕਿਚਨ 'ਚ ਇੱਕੋ ਜਿਹੇ ਪੈਸੇ ਪਾਉਂਦੇ ਇੱਕ ਘਰ ਚਲਾਉਣ ਲਈ, ਵੀ ਮੈਂ ਉਹਨੇ ਤੇ ਉਹਨੇ ਫਿਰ ਉਹ ਕਿਚਨ ਚੱਲਦੇ ਪਏ, ਬਾਕੀ ਜੋ ਮਰਜ਼ੀ ਮੇਰੇ ਕੋਲ ਪੈਸੇ ਆਉਣ ਤਾਂ ਵੀ ਆਉਣ ਤੇ ਮੈਂ ਨਾ ਖਰਚ ਕਰਦੀ ਨਹੀਂ। ਕਿੰਨੀ ਵਧੀਆ ਗੱਲ। ਮੈਨੂੰ ਕੋਈ ਰੀਝ ਨਹੀਂ ਕਾਰ ਲੈਣ ਦੀ, ਮਕਾਨ ਲੈਣ ਦੀ। ਮਕਾਨ ਤੇ ਅਮਰਤਾ ਨੇ ਬਣਾ ਲਿਆ, ਉਹ ਚੰਗੀ ਮੇਰੀ ਜ਼ਮੀਨ ਲਈ ਹੋਈ ਸੀ, ਥੋੜੇ ਪੈਸੇ 'ਚ ਬਣ ਗਏ। ਇਹ 40,000 ਦਾ ਤਾਂ ਫਸਟ ਫਲੋਰ ਬਣਿਆ, 6,000 ਦੀ ਜ਼ਮੀਨ। ਅੱਛਾ। ਜਦੋਂ ਉਹਨਾਂ ਨੂੰ ਅਵਾਰਡ ਮਿਲਿਆ 56 ਵਿੱਚ, ਇਹ ਉਦੋਂ ਬੁੱਕ ਕੀਤੀ ਸੀ, ਉਦੋਂ ਕੋਈ 2-3 ਸਾਲਾਂ 'ਚ 1,000 ਰੁਪਏ ਦੇ ਕੇ ਉਹ ਫਿਰ ਉਦੋਂ ਬਣ ਗਈ। ਕਿੱਥੇ ਵਰਤਾ ਰਾਈਟਰ ਕਿੱਥੇ ਮਕਾਨ ਬਣਾ ਸਕਦਾ ਨਹੀਂ, ਬਹੁਤ ਅੱਛਾ। ਸੋ ਉਹ 40,000 ਨਾਲ ਫਿਰ ਜੇ ਪਟੇਲ ਨਗਰ ਦਾ ਮਕਾਨ ਜਿਹੜਾ ਰਫੀਜੀ ਨੂੰ ਛੋਟੇ ਮਕਾਨ ਮਿਲੇ ਸੀ ਉਹ ਵੇਚ ਕੇ ਉੱਪਰਲਾ ਬਣਾ ਲਿਆ। ਮੈਂ ਐਸੇ ਬਣ ਗਿਆ, ਇਹ ਖਿੜਕੀਆਂ ਦਰਵਾਜ਼ੇ ਬਾਅਦ 'ਚ ਬਣਾਏ, ਪੈਸੇ ਇੰਨੇ ਥੋੜ੍ਹੇ ਸੀ। ਪਰ ਉਹ ਬਾਈ ਤੁਹਾਨੂੰ 40 ਸਾਲ ਹੋ ਗਏ ਇਕੱਠੇ ਰਹਿੰਦੇ ਨੂੰ, 56 54 ਤੋਂ 50 ਸਾਲ ਦੇ ਲਗਭਗ। ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਅਸੀਂ ਪਹਿਲਾਂ ਕਿਤੇ ਵੱਖਰੇ। ਨਹੀਂ, ਸਾਨੂੰ ਨਹੀਂ ਇੱਥੇ ਆ ਕੇ ਲੱਗਦਾ, ਹੋਰ ਤਾਂ ਹੋਰ ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਦੋ ਬੰਦੇ ਹੋ। ਲੱਗਦਾ ਵੀ ਜਿਵੇਂ ਹੈ ਤਾਂ ਇੱਕੋ ਹੀ, ਪਰ ਦੋ ਫਕੀਰਾਂ ਦੀਆਂ ਝੁੱਗੀਆਂ ਜਿਹੀਆਂ, ਇੱਕ ਇੱਧਰ ਬਣੀ ਹੋਈ ਇੱਕ ਉੱਧਰ ਬਣੀ ਹੋਈ। ਹੁਣ ਉਹਦਾ ਕਮਰਾ ਉਸ ਪਾਸੇ ਹੈ, ਮੇਰਾ ਕਮਰਾ ਇਸ ਪਾਸੇ। ਸਾਡੇ ਦੋਵਾਂ ਦੇ ਟੇਸਟ ਵੱਖਰੇ ਵੱਖਰੇ ਨੇ। ਉਹ ਰਾਤ ਨੂੰ ਲਿਖਦੀ ਹੈ, ਉਹ 3 ਵਜੇ ਲਿਖਦੀ ਹੈ, 8 ਵਜੇ ਸੌ ਜਾਂਦੀ ਹੈ, ਅਤੇ ਮੈਂ 12 ਵਜੇ ਸੌਂਦਾ। ਜਿਸ ਵੇਲੇ ਮੇਰੇ ਸੌਣ ਦਾ ਟਾਈਮ ਹੁੰਦਾ ਉਹਦੇ ਜਾ ਸੋ ਅਸੀਂ ਇਹ ਕਮਰੇ 'ਚ ਕਦੇ ਵੀ ਨਹੀਂ ਰਹੇ। ਆਪਣੀਆਂ ਆਪਣੀਆਂ ਲੋੜਾਂ ਨੇ। ਸੋ
ਦੋਵਾਂ ਨੂੰ ਚੰਗੀ ਤਰ੍ਹਾਂ ਜਿਹਨੂੰ ਮਕਾਨ ਜਿਹੋ ਜਿਹਾ ਵੀ ਹੈਗਾ ਉਹ ਜਿੰਨਾ ਖੂਬਸੂਰਤ ਰੱਖ ਸਕਦੇ ਹਾਂ, ਜਿੰਨਾ ਚੰਗਾ ਜੀ ਸਕਦੇ ਹਾਂ। ਰੋਟੀ ਵੀ ਆਪੇ ਬਣਾਈ। ਇਹ ਔਰਤ ਜਿਹੜੀ ਹੈ ਇਹ ਜਦੋਂ ਦੀਆਂ ਮਤਲਬ ਬਿਮਾਰ ਹੋਈ ਉਦੋਂ ਦੇ ਨੂੰ ਹੈਲਪਰ ਰੱਖਿਆ, ਉਹ ਹੁਣ ਇਹਦਾ ਟਾਈਮ ਖਤਮ ਹੋ ਗਿਆ, ਔਰ ਅੱਧੇ ਟਾਈਮ ਦੀ ਹੋ ਗਈ। ਠੀਕ ਹੈ। ਕਿਉਂਕਿ ਹੁਣ ਅਸੀਂ ਸਬਜ਼ੀਆਂ ਬਣਾਤੀਆਂ ਤਾਂ ਥੱਲੇ ਜੰਗੂ ਹੈ, ਉਹਨੂੰ ਬਣਾਉਣ ਦੀ ਲੋੜ ਨਹੀਂ। ਜੁਆਇੰਟ ਫੈਮਿਲੀ ਹੈ, ਉਹ ਇਹੋ ਰੋਟੀ ਸਬਜ਼ੀਆਂ ਖਾ ਲੈਂਦੇ। ਸ਼ਾਮ ਨੂੰ ਉਹ ਬਣਾਏਗੀ, ਉਹ ਉੱਪਰ ਲੈ ਜਾਏਗੀ। ਹੁਣ ਅਸੀਂ ਉੱਪਰ ਬਣਾਈਆਂ ਥੱਲੇ ਭੇਜ ਦੇਂਗੇ। ਉਹ ਵੀ ਵੱਖਰੇ ਵੱਖਰੇ ਜੋ ਮਰਜ਼ੀ ਕਰ ਉਹਨਾਂ ਨੂੰ ਖੁੱਲ੍ਹਾ ਉਹਨਾਂ ਨੂੰ। ਉਹ 8 ਵਜੇ ਰੋਟੀ ਖਾਣ, 10 ਵਜੇ ਰੋਟੀ ਖਾਣ, ਜਦੋਂ ਸਾਡੇ ਜੀ ਕਰੇ ਖਾ ਲੈਣ। ਕੋਈ ਬੰਦਿਸ਼ ਨਹੀਂ। ਠੀਕ ਹੈ। ਜੁਆਇੰਟ ਫੈਮਿਲੀ ਆਫ ਇੰਡੀਵਿਜੂਅਲਸ। ਵੈਰੀ ਗੁੱਡ। ਚਾਹੀਦਾ ਵੀ ਆਏ ਬੰਦਾ ਮੁਕਤ ਰਹਿੰਦਾ ਇਹਦਾ। ਨਹੀਂ ਕਿ ਉਹ ਇੰਨੇ ਵਜੇ ਘੰਟੀ ਵੱਜ ਜਾਏਗੀ, ਮੇਜ਼ ਲੱਗੇਗਾ, ਸਾਰੇ ਜਾਣੇ ਇਕੱਠੇ ਹੋ ਨਾ ਆਏ ਹੋਏ ਕੁਛ ਨਹੀਂ। ਇਸ ਲਈ ਅੰਮ੍ਰਿਤਸਰ ਕੀ ਕਰਦਾ ਅੰਮ੍ਰਿਤਸਰ ਚਾਹ ਪੀ ਲਈ, ਰੋਟੀ ਖਾਣੀ, ਰੋਟੀ ਖਾ ਲੈਂਦੇ। ਉਹ ਥੱਲੇ ਜੋ ਮਰਜ਼ੀ ਸੋ ਇਸ ਕਰਕੇ ਮੈਨੂੰ ਤਾਂ ਕੁੱਟਿਆ। ਮੈਂ ਮੁੜ ਕੇ ਕਿਹਾ ਮੈਂ ਮਾਰ ਨਹੀਂ ਰੱਖਦਾ, ਸੋ ਜਿੰਨਾ ਮੈਂ ਕੁੱਟ ਲਓ। ਮੈਂ ਕਿਹਾ ਸਕੂਲੋਂ ਕੱਢ ਦਿਓ, ਖਾਲਸਾ ਸਕੂਲ ਕੱਢ ਦਿਓ, ਕੋਈ ਪ੍ਰੋਬਲਮ ਮੈਂ ਨਹੀਂ ਬਾਲ ਲੱਗਦਾ। ਨਹੀਂ, ਮੈਨੂੰ ਤਾਂ ਐਜੂਕੇਸ਼ਨ ਤੋਂ 10ਵੀਂ ਬਾਅਦ ਤੋਂ ਹੀ ਪਤਾ ਲੱਗ ਗਿਆ ਕਿ ਇਸ ਪੜ੍ਹਾਈ 'ਚ ਕੋਈ ਇੰਟਰਸਟ ਨਹੀਂ ਮੈਨੂੰ। ਮੇਰਾ ਪਿਓ ਕਹਿਣ ਲੱਗਾ ਨਹੀਂ ਤੂੰ 10ਵੀਂ 'ਚ ਪਾਸ ਕਰ ਲੈਣਾ, ਛੱਡ ਪਰ ਨਾ ਪੜ੍ਹੀ ਅੱਗੋਂ ਕਾਲਜ 'ਚ ਨਾ ਜਾਏ। ਮੈਂ ਕਿਹਾ ਅੱਛਾ ਚਲੋ 10ਵੀਂ ਪਾਸ ਕਰ ਲੈ। ਸੋ 10ਵੀਂ ਪਾਸ ਕਰ ਲਈ, ਫਿਰ ਕਿ ਮੈਂ ਕਾਲਜ ਨਹੀਂ ਜਾਣਾ। ਇਹੋ ਜਿਹੀ ਪੜ੍ਹਾਈ ਕਰਨੀ ਤੁਸੀਂ ਉਸ ਪੜ੍ਹਾਈ 'ਚ ਕੋਈ ਇੰਟੈਲੀਜੈਂਸ ਵੀ ਹੈ ਕਿ ਲੈਂਗੁਏਜ ਆ ਜਾਏਗੀ, ਅੰਗਰੇਜ਼ੀ ਪੜ੍ਹਨੀ ਆ ਜਾਏਗੀ, ਪੰਜਾਬੀ ਪੜ੍ਹਨੀ ਆ ਜਾਏਗੀ, ਉਰਦੂ ਪੜ੍ਹਨਾ ਆ ਜਾਏਗਾ, ਬਸ ਇੰਨਾ ਹੀ ਹੈ। ਹੋਰ ਉਹਦੇ ਵਿੱਚ ਯਾਦ ਕਰਨ ਵਾਲਾ ਕੋਈ ਨਹੀਂ ਹੈ ਕਿ ਉਹਦੇ ਨਾਲ ਬੱਚਾ ਕੋਈ ਗਰੋ ਕਰੇ। ਕੀ ਗਰੋ ਕਰੇਗਾ? ਪਰ ਹਿਸਟਰੀ 'ਚ ਤੁਸੀਂ ਇਹ ਪੜ੍ਹਾਉਂਦੇ ਹੋ, ਪਹਿਲਾਂ ਆਂਦਾ ਰਾਜ ਨੇ ਕਿਹਾ, ਫਿਰ ਕਹਿੰਦੇ ਸਾਰਾ ਲੈ ਲਓ ਪਰ ਮੈਨੂੰ ਮਾਂ ਤੱਕ ਪਹੁੰਚਾ ਦਿਓ। ਉਹ ਕਹਿੰਦੇ ਨਹੀਂ, ਤੂੰ ਉਹਨੇ ਕਿਹਾ ਬੇਕਾਰ ਹੈ, ਮੈਂ ਐਵੇਂ ਇੰਨੇ ਜਦੋਂ ਸਾਰੀ ਜ਼ਿੰਦਗੀ ਐਵੇਂ ਇੰਨਾ ਜਹਾਜ਼ ਛੇੜਿਆ। ਹਾਂ, ਸਾਰਿਆਂ ਨੂੰ ਵੱਖਰਾ ਹੋਇਆ ਤੇ ਕੀ ਇੰਨੇ ਬੰਦੇ ਉਹ ਮਾਰੇ ਨੂੰ ਮਾਰਾ ਮਾਰੀ ਕਰੇ ਕਰ। ਪੋਰਸ ਨਾ ਸੀ ਮੇਰੇ ਖਿਆਲ। ਪੋਰਸ ਕਿਹਦੇ ਨਾਲ ਸੀ ਜੰਗ? ਸਿਕੰਦਰ ਨੇ ਉਹ ਤਾਂ ਖੈਰ ਲੜਾਈਆਂ ਹੁੰਦੀਆਂ ਰਹੀਆਂ, ਲੇਕਿਨ ਇਹ ਤੇ ਜਦੋਂ ਵਾਪਸ ਗਏ ਨਾ ਉਹ ਇਸੇ ਕਰਕੇ ਹਿਸਟਰੀ ਜਿਹੜੀ ਇਹਨੇ ਪਤਾ ਨਹੀਂ ਕਿਹਨੇ ਲਿਖੀ ਹੈ, ਇਹ ਤੇ ਕਿਸੇ ਨੇ ਨਹੀਂ ਪਤਾ, ਉਹਨੇ ਵਿਖੀ ਵੀ ਕਿ ਨਹੀਂ ਵਿਖੀ। ਉਹ ਤਾਂ ਬਸ ਉਹ ਜਿਹੜੀ ਜਿਹੜਾ ਉਹਦਾ ਵਾਪਸ ਜਾਣਾ ਨਾ ਆਪਣੇ ਮਨ ਨੂੰ ਸਮਝਾਉਣ ਲਈ ਉਹ ਕਰਦਾ ਕਿ ਉਹ ਹਾਰ ਗਿਆ ਕਿਤੇ। ਉਹ ਪੁਰ ਹੋ ਸਕਦਾ ਪੁਰਸ ਤੋਂ ਹੀ ਹਾਰ ਗਿਆ ਹੋਵੇ। ਲੜਾਈ ਤੇ ਪੁਰਸ ਨਾਲ ਅਖੀਰਲੀ ਹੋਈ ਤੇ ਹੋ ਸਕਦਾ ਇੱਥੇ ਹੀ ਹਾਰ ਗਿਆ ਹੋਵੇ। ਹਾਰ ਕੇ ਫੌਜਾਂ ਨੇ ਅੱਗੇ ਜਾਣ ਤੋਂ ਇਨਕਾਰ ਕਰਤਾ। ਪਰ ਉਹ ਕਹਾਣੀ ਬਣਾਤੀ ਕਿ ਨਹੀਂ ਉਹਨੇ ਜਿੱਤ ਲਿਆ। ਜਿੱਤੀ ਹੋਈ ਫੌਜ ਵਾਪਸ ਨਹੀਂ ਜਾਣਾ। ਆਹੋ ਪੋਰਸ ਨੇ ਜਦੋਂ ਫੜ ਲਿਆ ਨਾ ਇਹਨੂੰ ਸਿਕੰਦਰ ਨੂੰ ਫੜ ਲਿਆ ਤਾਂ ਉਹ ਕਹਿੰਦਾ ਵੀ ਤੇਰੇ ਨਾਲ ਕਿਹੜਾ ਸਲੂਕ ਕੀਤਾ ਜਾਵੇ। ਸਿਕੰਦਰ ਸਿਆਣਾ ਬਹੁਤ ਸੀਗਾ, ਐਵੇਂ ਥੋੜੀ ਸਾਰੀ ਦੁਨੀਆ ਫਤਿਹ ਕਰ ਲਈ ਸੀ। ਉਹ ਕਹਿੰਦਾ ਵੀ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈਗਾ ਉਹਦਾ ਦਾ ਸਲੂਕ ਕਰ ਤੂੰ। ਦੁਨੀਆ ਤਾਂ ਨਹੀਂ ਫਤਿਹ ਕੀਤੀ ਉਹਨੇ। ਨਹੀਂ ਦੁਨੀਆ ਨਹੀਂ ਫਤਿਹ ਕੀਤੀ ਜਾਣੀ, ਜਿੰਨਾ ਵੀ ਮੁਲਕ ਜਿੱਤ ਸਕਦਾ ਜਿੱਤੇ ਉਹਨੇ। ਕਹਿੰਦਾ ਵੀ ਹੁਣ ਤੇਰਾ ਸਲੂਕ ਕੀਤਾ ਜਾਵੇ। ਉਹਦਾ ਸੁਪਨਾ ਸੀ ਦੁਨੀਆ ਫਤਿਹ ਕਰਨਾ। ਫਤਿਹ ਕਰਨਾ ਕਾਹਦਾ ਸੁਪਨਾ? ਕਹਾਣੀ ਇਹ ਵੀ ਹੈ ਕਿ ਜਦੋਂ ਇਹਨੇ ਲੜਾਈ ਕਰਨ ਜਾਣਾ ਸੀ ਨਾ, ਤਿਆਰੀ ਕਰ ਰਿਹਾ ਸੀ ਫਤਿਹ ਕਰਨ ਦੀ, ਤੇ ਇੱਕ ਦਿਨ ਦਰਿਆ ਤੇ ਗਿਆ ਤਾਂ ਉੱਥੇ ਫਕੀਰ ਸੀ, ਉਹ ਨੰਗਾ ਫਿਰ ਰਿਹਾ, ਆਪਣੇ ਆਰਾਮ ਨਾਲ ਧੁੱਪੇ ਫਿਰ ਰਿਹਾ, ਕੱਪੜੇ ਨਹੀਂ ਪਾਏ, ਐਡੀ ਖੂਬਸੂਰਤ ਉਹਦੀ ਬੋਡੀ ਕਿ ਉਹਨੂੰ ਐਂ ਲੱਗੇ ਰਜਨੀ ਸੁਣਾਉਂਦਾ ਤਾਂ ਇਹ ਲੱਗਦਾ ਕਿ ਇਹ ਐਡੀ ਖੂਬਸੂਰਤ ਬੋਡੀ ਕਿ ਉਹਨੂੰ ਕੱਪੜੇ ਪਾਉਣ ਦੀ ਲੋੜ ਹੀ ਨਹੀਂ, ਉਹਨੂੰ ਢੱਕਣ ਦੀ ਕੀ ਲੋੜ? ਢੱਕੇ ਤੋਂ ਜਿਹਦੀ ਬੋਡੀ ਸੋਹਣੀ ਨਾ ਹੋਵੇ। ਸੋ ਉਹ ਉਹਨੂੰ ਕਹਿਣ ਲੱਗਾ ਕਿ ਮੇਰਾ ਵੀ ਜੀ ਤੁਹਾਨੂੰ ਦੇਖ ਕੇ ਮੇਰਾ ਜੀ ਕਰਦਾ ਕਿ ਮੈਂ ਵੀ ਇਸ ਤਰ੍ਹਾਂ ਦਰਿਆ ਦੇ ਕੰਢੇ ਤੇ ਨੰਗਾ ਆਰਾਮ ਨਾਲ ਧੁੱਪੇ ਫਿਰਾਂ। ਤੇ ਕਹਿੰਦਾ ਫਿਰ ਦੇਰ ਕਾਹਦੀ ਹੈ, ਕੱਪੜੇ ਲਾ ਦੇ ਜਿਹੜੇ ਪਾਏ ਮੇਰੇ ਕੋਲ ਬੈਠ ਜਾ। ਕਹਿੰਦਾ ਨਹੀਂ ਹੁਣ ਤਾਂ ਮੈਂ ਤਿਆਰੀ ਕਰ ਬੈਠਾ ਦੁਨੀਆ ਫਤਿਹ ਕਰਨ ਦੀ, ਫਿਰ ਮੈਂ ਆ ਕੇ ਕਰਾਂ। ਕਹਿੰਦਾ ਇੱਕ ਗੱਲ ਸੁਣ, ਫਿਰ ਤੂੰ ਆ ਨਹੀਂ ਸਕਦਾ, ਫਿਰ ਨਹੀਂ ਤੈਨੂੰ ਵਕਤ ਮਿਲਣਾ। ਹੁਣ ਬਹਿਣਾ ਤੇ ਹੁਣ ਬਹਿ ਸਕਦਾ, ਫਿਰ ਨਹੀਂ ਹੋਏਗਾ। ਇਹ ਟਾਈਮ ਫਿਰ ਨਹੀਂ ਆਉਂਦਾ ਕਿ ਤੂੰ ਕਹਿੰਦਾ ਕਿ ਮੈਂ ਦੁਨੀਆ ਫਤਿਹ ਕਰਕੇ ਆ ਕੇ ਫਿਰ ਮੈਂ ਦਰਿਆ ਦੇ ਕਿਨਾਰੇ ਬਹਿ ਜਾਣਾ, ਫਿਰ ਨਹੀਂ ਹੋਇਆ। ਫਿਰ ਨਹੀਂ ਹੋ ਸਕਦਾ। ਉਹੀ ਹੋਇਆ, ਉਹਨੇ ਫਕੀਰ ਨੇ ਪਹਿਲਾਂ ਵੀ ਕਹਿਤਾ, ਫਿਰ ਨਹੀਂ ਹੋਇਆ। ਇਹ ਯੂਨਾਨ ਦੀ ਗੱਲ ਹੈ ਨਾ। ਹਾਂ ਇਹ ਵੀ ਕਹਾਣੀ ਉਹਦੇ ਆਉਣ ਤੋਂ ਪਹਿਲਾਂ ਦੀ ਗੱਲ। ਉਹੀ ਹੋਇਆ ਤੁਸੀਂ ਜੋ ਮਰਜ਼ੀ ਭਾਵੇਂ ਨੈਪੋਲੀਅਨ ਹੋਵੇ ਹੁਣ ਇਹਨੂੰ ਹਿਸਟਰੀ 'ਚ ਪੜ੍ਹਾਈ ਜਾਂਦੇ, ਕਾਹਦੇ ਨਹੀਂ ਪੜ੍ਹਾਉਂਦੇ? ਇੰਨੀਆਂ ਲੜਾਈਆਂ ਕੀਤੀਆਂ ਇਹਨੇ, ਸਾਰਿਆਂ ਦੇ ਐਂਡ ਖਰਾਬ ਨੇ। ਮਿਲਦਾ ਤਾਂ ਕੁਛ ਨਹੀਂ, ਸਿੱਖਣ ਨੂੰ ਤਾਂ ਕੁਛ ਨਹੀਂ ਮਿਲਦਾ। ਨਹੀਂ ਸਿੱਖਣ ਲਈ ਨਹੀਂ, ਤੁਸੀਂ ਦੂਜੇ ਬੰਦੇ ਨੂੰ ਕਿੰਨੇ
ਲੱਖਾਂ ਆਦਮੀ ਤੇ ਮਾਰੇ ਹੋਣਗੇ ਹਾਂ। ਤੇ ਕਰੋੜਾਂ ਆਦਮੀ ਬਹੁਤ ਚੰਗੇ ਜਾਂਦੇ। ਯਤੀਮ ਕੀਤੇ ਹੋਣਗੇ ਬਹੁਤ ਹੈ, ਜਿਨ੍ਹਾਂ ਦੇ ਬੰਦੇ ਮਰ ਗਏ। ਉਸ ਔਰਤ ਦਾ ਕੀ ਬਣਿਆ, ਉਸ ਉਹਨਾਂ ਦੇ ਬੱਚਿਆਂ ਦਾ ਕੀ ਬਣਿਆ, ਹਾਂਜੀ, ਹਾਂਜੀ। ਉਹਦੀ ਜ਼ਿੰਮੇਵਾਰੀ ਤੁਸੀਂ ਕੀ ਲੈਣੀ? ਤੁਸੀਂ ਤਾਂ ਸੋਚਦੇ ਜੀ ਮੈਂ ਮੁਲਕ ਫਤਿਹ ਕਰ ਲਿਆ। ਕੀ ਫਤਿਹ ਕਰ ਲਿਆ? ਕੁਝ ਵੀ ਨਹੀਂ ਫਤਿਹ ਕੀਤਾ, ਤੁਸੀਂ ਵੀ ਹਾਰ ਗਏ। ਜੇ ਤੁਸੀਂ ਇਹ ਸੋਚੋ ਕਿ ਰੱਬ ਦੇ ਬੰਦੇ ਅਸੀਂ ਵੀ ਆ ਤੇ ਇਹ ਵੀ ਹੈ, ਤੇ ਤੁਸੀਂ ਹਮਲਾ ਹੀ ਨਾ ਕਰੋ। ਬਿਲਕੁਲ ਤੁਸੀਂ ਇਹ ਮੰਨਦੇ ਹੀ ਨਹੀਂ ਨਾ। ਹਮਲਾਵਰ ਕਿੱਥੇ ਮੰਨਦਾ? ਉਹਨੂੰ ਤਾਂ ਆਪਣੀ ਉਹ ਪਹਿਲੀ ਲੁੱਟ ਮਾਰ ਕਰਦੇ ਹੈ ਤਾਂ ਲੁਟੇਰੇ ਹੀ ਸਭ। ਹਾਂਜੀ ਹਾਂਜੀ। ਤੁਸੀਂ ਇਹ ਨਾ ਕਹੋ ਹੈ ਸਭ ਲੁਟੇਰੇ, ਲੁੱਟ ਕੇ ਨਹੀਂ ਜਾਣਾ। ਜੇ ਤੁਹਾਡੇ ਘਰ ਬਹੁਤ ਹੁੰਦਾ ਤੁਹਾਨੂੰ ਹਮਲਾ ਕਰਨ ਦਾ ਸੁਝਦਾ ਹੀ ਨਾ। ਇਹ ਇੰਨੇ ਮੁਸਲਮਾਨ ਆਏ ਹਿੰਦੁਸਤਾਨ 'ਚ ਹਮਲਾਵਰ, ਜੇ ਇਹਨਾਂ ਦੇ ਮੁਲਕ 'ਚ ਇਹਨਾਂ ਲਈ ਕੁਝ ਹੁੰਦਾ ਤੇ ਹਮਲਾ ਕਰਨ ਕਿਉਂ ਆਉਂਦੇ? ਇੱਥੇ ਤਾਂ ਲੁੱਟ ਨਹੀਂ ਆਏ। ਤੇ ਅਸੀਂ ਉਹਨਾਂ ਨੂੰ, ਤੁਸੀਂ ਲੁਟੇਰਿਆਂ ਦਾ ਨਾਂ ਜੋ ਮਰਜ਼ੀ ਬਾਬਰ ਕਹੋ ਕਿ ਉਹਨੂੰ ਅਕਬਰ ਕਹੋ ਕਿ ਕੁਛ ਕਹੋ, ਨਾਵਾਂ ਨਾਲ ਕੀ ਫਰਕ? ਹੁਣ ਦੇਖ ਲਓ, ਹੁਣ ਮੁਸਲਮਾਨਾਂ ਦੀ ਉਹ ਜਾਨ ਨਹੀਂ ਹੈਗੀ, ਨਾ ਉਹ ਤੁਰਕ ਤਗੜੇ ਨੇ, ਨਾ ਕੋਈ ਉਹ ਕੁਛ ਵੀ ਨਹੀਂ ਕਰ ਸਕਦੇ। ਉਹ ਸਭ ਤੋਂ ਗਰੀਬ ਮੁਲਕ ਹੋ। ਤੇ ਉਹ ਤਰੱਕੀ ਨਹੀਂ ਨਾ, ਨਾਲ ਤਰੱਕੀ ਚਾਹੀਦੀ ਹੈ। ਰਾਜ ਤਾਂ ਤੁਸੀਂ ਇਹੋ ਜਿਹਾ ਕੀਤਾ ਜਿਹੋ ਜਿਹੀ ਬਲਗਾਰੀਆਂ ਨੂੰ ਦੱਸਦੇ ਬਲਗਾਰੀਆ 'ਚ ਗਏ ਸੀ, ਤੇ ਉਹ ਤੁਰਕ ਜਿਹੜੇ ਨੇ ਉਹਨਾਂ ਨੂੰ ਸਿਪਾਹੀਆਂ ਨੂੰ ਖੁੱਲ੍ਹ ਸੀ ਉਸ ਵੇਲੇ, ਜਿਵੇਂ ਜਦੋਂ ਪਤਾ ਨਹੀਂ ਕਿੰਨੇ ਸੌ ਸਾਲ ਉਹਨਾਂ ਨੇ ਉੱਥੇ ਰਾਜ ਕੀਤਾ। ਬਲਗੇਰੀਆ, ਰੋਮਾਨੀਆ, ਚੈਕੋਸਲੋਵਾਕੀਆ, ਹੰਗਰੀ, ਇਹ ਸਾਰੇ ਮੁਲਕਾਂ ਨੇ ਜਿਹਦੇ ਮਰਜ਼ੀ ਘਰ ਜਾਣਾ, ਉਹਦੇ ਜੋ ਮਰਜ਼ੀ ਲੁੱਟ ਕੇ ਲੈ ਆਓ, ਜਿਹੜੀ ਜਨਾਨੀ ਚੰਗੀ ਲੱਗੀ ਉਹਨੂੰ ਚੁੱਕ ਕੇ ਲੈ ਆਓ। ਇਸ ਤਰ੍ਹਾਂ ਦਾ ਮਤਲਬ ਰੂਲ ਰਾਜ ਕਰ ਲਿਆ। ਔਰ ਉਹਨਾਂ ਮੁਲਕਾਂ ਮੁਸਲਮਾਨ ਹੈ ਨਹੀਂ। ਸਪੇਨ ਆਏ, ਇਹਦੇ ਪਤਾ ਨਹੀਂ 800 ਸਾਲ ਕੇ ਮੁਸਲਮਾਨ ਜਿਹੜੇ ਨੇ ਅਰਬੀ ਰਾਜ ਕਰਦੇ ਰਹੇ। तो ਉੱਥੇ ਦੇਖ ਲਓ ਮੁਸਲਮਾਨ ਕੋਈ ਨਹੀਂ, ਪਤਾ ਨਹੀਂ ਉਹਨਾਂ ਸਾਰੇ ਮੁਸਲਮਾਨ ਜਦੋਂ ਕ੍ਰਿਸਚੀਅਨ ਤਗੜੇ ਹੋਏ ਉਹਨਾਂ ਨੇ ਲੜਾਈ ਲੜੀ, ਪਤਾ ਨਹੀਂ ਸਾਰੇ ਸਮੁੰਦਰ ਸੁੱਟਦੇ ਹੋਣੇ ਜਾਂ ਕ੍ਰਿਸਚੀਅਨ ਬਣ ਗਏ, ਮੁਸਲਮਾਨ ਹੀ ਨਹੀਂ ਹੈਗੇ। ਨਹੀਂ ਕ੍ਰਿਸਚੀਅਨ ਨਹੀਂ ਬਣੇ। ਉਹ ਕਾਹਦੀ ਉਹ ਜਿਹੜੀਆਂ ਪਹਿਲਾਂ ਉਹਨਾਂ ਨੇ ਚਰਚ ਨੂੰ ਮਸਜਿਦ ਬਣਾਇਆ ਸੀ, ਫਿਰ ਇਹਨਾਂ ਨੇ ਮਸਜਿਦ ਨੂੰ ਚਰਚ ਬਣਾਤਾ। ਕਿਆ ਬਾਤ ਆ ਜਿਹਦਾ ਜ਼ੋਰ ਚੱਲ ਗਿਆ ਬਸ, ਜਦੋਂ ਜਿਹਦਾ ਜ਼ੋਰ ਚੱਲਦਾ ਰਿਹਾ। ਹਾਂ, ਹੁਣ ਉਹ ਅਰਬੀ ਕੁਝ ਵੀ ਨਹੀਂ ਹੈਗੇ। ਉਹ ਇਹਨਾਂ ਵਿੱਚ ਥੋੜ੍ਹਾ ਜਿਹਾ ਸਮੁੰਦਰ ਹੈਗਾ, ਉਹ ਪਾਰ ਕਰਕੇ ਉਹ ਆ ਕੇ ਕਰਕੇ ਜੋ ਉਹਨਾਂ ਦਾ ਤਕੜਾ ਹੋ ਗਿਆ। ਮਤਲਬ ਹਿਸਟਰੀ ਇਹ ਸਿਖਾਉਂਦੀ ਹੈ ਬੰਦੇ ਨੂੰ ਵੀ ਤੂੰ ਇਹ ਧਰਮ ਦੇ ਜਿਹੜੇ ਮਨਾਰੇ ਮਨੂਰੇ ਜਾਂ ਹੋਰ ਖੜੇ ਕਰ ਲੈ ਜਿੰਨੇ ਮਰਜ਼ੀ, ਕੁਝ ਨਹੀਂ ਕਰ ਸਕਦੇ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਹਾਂ, ਤੁਸੀਂ ਹੁਣ ਦੇਖੋ ਸਪੇਨ ਨੇ ਉਹ ਪੂਰਾ ਸਾਊਥ ਅਮਰੀਕਾ ਜਿਹੜਾ ਹੈ ਉਹਦੇ ਸਿਵਾਏ ਇੱਕ ਮੁਲਕ ਨੇ, ਬਾਕੀ ਸਾਰੇ ਮੁਲਕ ਜਿਹੜੇ ਸਪੈਨਿਸ਼ ਬੋਲਦੇ, ਉਹਨਾਂ ਦਾ ਰਾਜ ਰਿਹਾ ਹੋਊ। ਲੈਂਗੁਏਜ ਆ ਗਈ ਮੈਕਸੀਕੋ ਤੋਂ ਲੈ ਕੇ ਥੱਲੇ ਤੱਕ, ਅਰਜਨਟੀਨਾ 'ਚ ਇੱਕ ਬ੍ਰਾਜ਼ੀਲ ਹੈ ਜਿੱਥੇ ਪੁਰਤਗਾਲੀ ਬੋਲਦੇ ਹੈ ਇੱਕ ਮੁਲਕ 'ਚ, ਬਾਕੀ ਸਭ ਸਪੇਨ। ਇਹ ਹੁੰਦਿਆਂ ਹੋਇਆਂ ਵੀ ਉਹ ਤੁਹਾਡਾ ਸਪੇਨ ਦਾ ਹਿੱਸਾ ਨਹੀਂ ਬਣਨਗੇ ਕਦੇ ਵੀ। ਤੁਸੀਂ ਇਹ ਕਹੋ ਕਿ ਅਸੀਂ ਉੱਥੇ ਸਾਡੀ ਜ਼ੁਬਾਨ ਸਿਖਾਈ, ਜੋ ਕੀਤਾ, ਜ਼ੁਬਾਨ ਤੁਸੀਂ ਸਿਖਾਈ ਥੋੜ੍ਹੀ ਹੈ। ਉਹ ਤਾਂ ਰਾਜ ਕਰਦੇ ਤਾਂ ਜਿਸ ਤਰ੍ਹਾਂ ਇੱਥੇ ਲੋਕਾਂ ਨੇ ਫਾਰਸੀ ਸਿੱਖੀ, ਲੋੜ ਸੀ ਉਹਦੇ ਲੋੜ ਹੈ। ਉਹਦੇ ਜਦੋਂ ਗੁਰੂ ਗੋਬਿੰਦ ਸਿੰਘ ਉਸ ਵੇਲੇ ਪੈਦਾ ਹੋਇਆ, ਜਿਸ ਵੇਲੇ ਮੁਗਲੀਆ ਫੌਜ, ਤੇ ਉਹਨਾਂ ਨੂੰ ਵੀ ਫਾਰਸੀ ਆਉਂਦੀ ਹੈ, ਕਿਉਂਕਿ ਬੋਲਚਾਲ ਦੀ ਜ਼ੁਬਾਨ ਨੂੰ ਉਸ ਵੇਲੇ ਫਾਰਸੀ ਹੈ, ਫਾਰਸੀ ਵੀ ਆਏਗੀ। ਲਿਖਣੀ ਵੀ ਆਏਗੀ, ਪੜ੍ਹਨੀ ਵੀ ਆਏਗੀ, ਆਪਾਂ ਅੰਗਰੇਜ਼ੀ ਬੋਲਦੇ ਹਾਂ, ਹਾਂਜੀ। ਜਿਵੇਂ ਅੰਗਰੇਜ਼ੀ ਬੋਲਦੇ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ੀਆਂ ਉਹਨਾਂ ਕਰਕੇ ਅਸੀਂ ਅੰਗਰੇਜ਼ੀ ਸਿੱਖ ਲਈ, ਕਿਉਂਕਿ ਗੱਲਬਾਤ ਜੋ ਉਹਨਾਂ ਨੇ ਸਕੂਲ 'ਚ ਪੜ੍ਹਾਉਣੀ ਸ਼ੁਰੂ ਕਰਤੀ ਹੈ, ਉਸ ਸਭ ਸਾਡੀ ਚੋਇਸ ਨਹੀਂ ਹੈਗੀ। ਉਹ ਸਾਰੇ ਮੁਲਕ ਆਪਣੀ ਜ਼ੁਬਾਨਾਂ ਭੁੱਲ ਗਏ। ਉਹਨਾਂ ਦੀ ਜਿਹੜੀ ਪਹਿਲਾਂ ਜ਼ੁਬਾਨਾਂ ਹੁੰਦੀਆਂ ਉਹ ਹੈ ਨਹੀਂ, ਹੁਣ ਸਪੈਨਿਸ਼ ਹੀ ਬੋਲਦੇ। ਆਖਰੀ ਵਿੱਚ ਹੁਣ ਤੁਸੀਂ ਜੇ ਕੋਈ ਤੁਹਾਨੂੰ ਅਸੀਂ ਗੁਜ਼ਾਰਿਸ਼ ਕਰੀਏ ਵੀ ਦੁਨੀਆ ਨੂੰ ਕੋਈ ਮੈਸੇਜ ਦੇਣਾ ਹੋਵੇ ਸ਼ਾਰਟ ਵਿੱਚ, ਮੈਸੇਜ ਦੇਣ ਵਾਲੀ ਕਿਹੜੀ ਗੱਲ, ਖੂਬਸੂਰਤ ਜੀਓ ਬਸ, ਕੀ ਬਾਤ ਹੈ। ਨਾ ਬਦਸੂਰਤ ਬੋਲੋ, ਨਾ ਕਿਸੇ ਨੂੰ ਬਦਸੂਰਤ ਕਹੋ। ਵੈਰੀ ਗੁੱਡ। ਬੋਲੀ ਜਿਹੜੀ ਬਹੁਤ ਅੱਛੀ ਗੱਲ ਹੈ ਕਿ ਜਿਹਦੀ ਬੋਲੀ ਨਹੀਂ ਸੁਧਰੀ ਉਹਦਾ ਬੋਲਣਾ ਤੇ ਬਹੁਤ ਪਿਆਰ ਨਾਲ ਆਦਮੀ ਨੂੰ ਚਾਹੀਦਾ, ਇਹ ਵੀ ਨਾ ਬੋਲੀ ਜਾਏ। ਜਿਵੇਂ ਆਪਾਂ ਪੰਜਾਬੀ ਦੀਆਂ ਗਾਲਾਂ ਇਸਤੇਮਾਲ ਕਰਦੇ ਨੇ, ਪਤਾ ਨਹੀਂ ਉਹਨਾਂ ਨੂੰ ਕੋਈ ਨਾਮ ਨਹੀਂ ਹੋਵੇ, ਗੱਲ ਤਾਂ ਵੀ ਵਿੱਚ ਬੋਲੀ ਜਾਂਦੀ ਨੇ ਗੱਲ। ਪਤਾ ਨਹੀਂ ਹੁੰਦਾ ਉਹਨਾਂ ਨੂੰ ਗੱਲ ਕੱਢ ਰਹੇ। ਹਾਂ, ਉਹ ਬੋਲਚਾਲ ਦਾ ਹਿੱਸਾ ਐਸਾ ਹੋ ਗਿਆ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ, ਭੈਣ ਦੇ ਸਾਹਮਣੇ ਵੀ, ਮਾਂ ਦੇ ਸਾਹਮਣੇ ਵੀ, ਸਭ ਦੇ ਸਾਹਮਣੇ ਉਹ ਬੋਲੀ ਜਾਂਦੀ ਗੱਲ, ਤੇ ਕੋਈ ਟੋਕਦਾ ਹੀ ਨਹੀਂ, ਕਿਉਂਕਿ ਇਹ ਕੀ ਬੋਲਦੇ ਨੇ। ਜੇ ਮਾਂ ਹੀ ਟੋਕੇ, ਪਿਓ ਨੇ ਟੋਕਿਆ ਹੁੰਦਾ ਤਾਂ ਉਹ ਹਟ ਜਾਂਦੇ। ਬੱਚੇ ਨੂੰ ਤੁਸੀਂ ਇੱਕ ਵਾਰ ਟੋਕਦੇ ਤਾਂ ਉਹਨੂੰ ਸਮਝਾ ਦਿਓ ਕਿ ਇਹ ਬੋਲਣ ਵਾਲਾ ਸ਼ਬਦ ਨਹੀਂ ਹੈ, ਤੂੰ ਹਟ ਜਾ।
पर जो तुम पॉइंट आउट ही ना करो तो उन्हें किवें पता लगू कि माड़ा है। ऐसे कहते नौकर नौकर ना भी माड़ा नहीं बोलना चाहिए, ਤੁਹਾਡੀ ਜ਼ੁਬਾਨ ਇੱਕੋ ਹੀ ਹੋਣੀ ਚਾਹੀਦੀ ਹੈ। ਤੇ ਉਹ ਸਾਡੇ ਤੇ ਉਹ ਰਜਨੀਤ ਜਿਵੇਂ ਕਹਿੰਦਾ ਸਿਰਫ ਰਾਵਣ ਦੇ 10 ਸਿਰ ਨਹੀਂ ਸੀ, ਹਰ ਬੰਦੇ ਦੇ 10 ਸਿਰ ਤੋਂ 10 ਤੋਂ ਜ਼ਿਆਦਾ ਹੋਣਗੇ। ਤੁਸੀਂ ਬੰਦਾ ਵੇਖ ਕੇ ਤੇ ਬੋਲੀ ਬੋਲਦੇ ਹੋ, ਉਹ ਬੰਦਾ ਆਉਂਦਾ ਉਹਦੇ ਨਾਲ ਹੋਰ ਬੋਲੀ ਬੋਲਦੇ ਹੋ, ਉਹ ਬੰਦਾ ਆਉਂਦਾ ਉਹਦੇ ਨਾਲ ਹੋਰ ਬੀਵੀ ਨਾਲ ਹੋਰ ਬੋਲਦੇ ਹੋ, ਮਹਬੂਬਾ ਨਾਲ ਹੋਰ ਲੈਂਗੁਏਜ ਬੋਲਦੇ ਹੋ, ਹੈ ਗੁਆਂਢੀ ਨਾਲ ਔਰਤ ਨਾਲ ਹੋਰ ਬੋਲਦੇ ਹੋ, ਕੋਈ ਦਫ਼ਤਰ ਜਾਂਦੇ ਤਾਂ ਹੋਰ ਜ਼ੁਬਾਨ ਬੋਲਦੇ ਹੋ। ਤੁਹਾਡੇ ਕਿੰਨੇ ਸਿਰ ਨੇ? ਇੱਕ ਸਿਰ ਥੋੜੀ ਤੁਹਾਡਾ। ਤੇ ਉਹਦੇ ਚੰਗੇ ਭਲੇ ਤੁਸੀਂ ਬੋਲਦੇ ਹੁੰਦੇ ਸੀ, ਨੌਕਰ ਆਉਂਦਾ ਤਾਂ ਉਹਨੇ ਕਹਿੰਦੇ ਓਏ ਕੋ ਆ ਉਹ ਲੈਂਗੁਏਜ ਬਦਲ ਜਾਂਦੀ। ਹੁਣ ਇਹ ਕਲਚਰ ਆਦਮੀ ਨਹੀਂ ਲੱਗਦਾ, ਤੁਸੀਂ ਉਹਦੇ ਨਾਲ ਵੀ ਤਾਂ ਆਰਾਮ ਨਾਲ ਬੋਲ ਸਕਦੇ। ਉਹਨੂੰ ਸਮਝ ਆਏ ਜਾਂ ਨਾ ਆਏ ਉਹ ਵੱਖਰੀ ਗੱਲ ਹੈ, ਤੁਸੀਂ ਆਪਣੇ ਨਾਲ ਸਰ ਬੰਦਾ ਵੇਖ ਕੇ ਜ਼ੁਬਾਨ ਥੋੜੀ ਬੋਲੀ ਦੀ, ਉਹ ਕਲਚਰ ਨਹੀਂ ਨਾ ਹੈਗਾ। ਤੇ ਕਲਚਰਡ ਬੰਦਾ ਉਹੀ ਹੈ ਜਿਹੜਾ ਸਾਰਿਆਂ ਨਾਲ ਇੱਕੋ ਜਿਹਾ ਵਰਤਾ। ਠੀਕ ਬੋਲੇਗਾ, ਹਾਂ ਠੀਕ ਬੋਲੇ। ਹਾਂ ਕਿਉਂ ਬੋਲੇਗਾ? ਬਹਿਰੇ ਨੂੰ ਵੀ ਕਹੇ ਵੀ ਇੱਧਰ ਆਉਣਾ ਜਰਾ। ਇਹ ਐਸਾ ਨੌਕਰਾਂ ਨੇ ਸਫਾਈ ਕਰਨਾ ਆਉਂਦੀ। ਮੈਂ ਇੱਕ ਨੂੰ ਕਿਹਾ ਇੱਕ ਦਿਨ ਅਸੀਂ ਚਾਹ ਪੀਂਦੇ ਪਏ, ਮੈਂ ਤਾਂ ਬੈਠਾ ਇੱਥੇ ਮੇਜ਼ 'ਤੇ ਬੈਠੇ, ਕੋਈ ਹੋਰ ਵੀ ਦੋਸਤ ਬੈਠੇ। ਮੈਂ ਕਿਹਾ ਚਾਹ ਬਣਾਉਣ ਲੱਗੇ, ਤੂੰ ਚਾਹ ਪੀ? तो कहने लगी नहीं साहब मेरे पास टाइम नहीं है, क्योंकि उन्हें एक घर चार घर उन्हें अगर उन्हें काम करने की कैपेसिटी तो उन्हें जरूर 5-6 ले होंगे, तो वो भज दौड़ के मसा पूरा करती। तो मैं उन्हें हंस के किया, मैं अच्छा तू कल आएंगी ना तो टाइम नूं नाल लेके आई। वो कहती सी टाइम है नहीं। सो असीं ते चाह पी रहे थे, उन्होंने कह दिया तू भी चाह पी, पूछ ली था ना पीए तो वक्री गल। तो ये की खास गल, ये तो उंज ही चंगा लगता कि एक बंदा तुम चाह पी रहे हो, एक बंदा कोल बैठा वो चाह नहीं पी रहे, वो तुहानूं वेख रहा खाली, तुसीं अपने विजुअली चंगा कर दो, कोई चलो वो भी नाल चाह पी ले। सही गल। ये तुसीं जे अपनी देखी सोहनी करनी होवे, पेंटिंग ने पेंटिंग घर च इसे करके लाई भी चंगा लगे घर। डिजाइन की मोमबत्तियां ला के वेखी, उत्थे मोमबत्तियां बाल की करनी। मिस्त्री नूं बुलाया ते नाल टकाया। अच्छा अच्छा आह दुआया नाल नहीं ए पुरले पासे ना आ लाया ना, ए पट्टी लाई सी। हां जी हां जी, ओनू इन्हें जोड़ना सी, अगे ते खाली है ना, ओ विच ने ਇੱਥੇ ਫਿਰ ਕੇਲਾ ਆ ਕੇ ਮੈਂ ਕਿਹਾ ਯਾਰ ਹਾਂ ਇਹਦੇ ਵਿੱਚ ਕਰਦੇ ਹੁਣ ਮੇਰੇ ਕੋਲ ਡਿੱਗੀ ਆ ਮੇਰਾ ਖਿਆਲ। ਨਹੀਂ ਉਹ ਕੋਈ ਨਹੀਂ ਕੇਲਾ ਅਟਕ ਗਿਆ, ਉਹ ਕੇਲ ਥੱਲੇ ਲੱਗਾ ਹੋਇਆ ਨਾ। ਹਾਂ ਜੀ ਹਾਂ ਉਹ ਫਿਰ ਉਸ ਤਰ੍ਹਾਂ ਇਹੋ ਜਿਹਾ ਬੈੱਡ ਮੇਰਾ ਹੀ ਹੈ। ਇਹ ਤੁਸੀਂ ਇਹੋ ਜਿਹਾ ਬੈੱਡ ਵੀ ਨਹੀਂ ਕਿਸੇ ਦੇ ਘਰ ਦੇਖਿਓ। ਨਹੀਂ ਦੇਖਿਆ। ਇਹਦੇ ਚ ਰਜਾਈਆਂ ਕੰਬਲ ਇਹਦੇ ਵਿੱਚ ਹੀ ਨੇ, ਮੈਂ ਕੱਢ ਦਿੰਦੇ ਨੇ ਵਿੱਚ ਸਵੇਰ ਰਾਤ ਨੂੰ ਚਾਹੀਦਾ ਹੋਵੇ ਫਿਰ ਇਹਦੇ ਵਿੱਚ ਪਾ ਦਿੱਤਾ। ਸਾਡੇ ਕੋਈ ਨਹੀਂ ਹੈਗਾ ਮੇਰੀ ਔਰ ਅਮਤਾ ਦੀ ਲਾਈਫ 'ਚ ਇਹ ਨਹੀਂ ਕਿ ਮੈਂ ਬਾਜ ਦੀਆਂ ਵਰਤਾ ਮੇਰਾ ਤੌਲੀਆ ਕਿੱਥੇ ਹੈ ਨਾ, ਮੈਂ ਆਪਣਾ ਖਿਆਲ ਰੱਖਦਾ, ਆਪਣਾ ਖਿਆਲ ਉਹਨਾਂ ਨੂੰ ਪੁੱਛਦੀ, ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਮੇਰੀ ਬਨੈਣ ਕਿੱਥੇ ਹੈ, ਤੌਲੀਆ ਕਿੱਥੇ ਹੈ। ਮੈਂ ਆਪਣਾ ਤੌਲੀਆ ਨਹੀਂ ਖਿਆਲ ਰੱਖ ਸਕਦਾ। ਅੱਛਾ ਉਹ ਵੀ ਰੋਟੀ ਪਕਾ ਸਕਦੀ, ਮੈਂ ਵੀ ਰੋਟੀ ਪਕਾ ਸਕਦਾ, ਅਸੀਂ ਦੋਨੋਂ ਜਾਣੇ ਕਿਚਨ ਕਰ ਲੈਂਦੇ। ਵੈਰੀ ਗੁੱਡ। ਅੱਛਾ ਮੇਰੇ ਤੋਂ ਪਹਿਲਾਂ ਉਹਨੇ ਕਦੇ ਰੋਟੀ ਨਹੀਂ ਪਕਾਈ। ਅੱਛਾ ਨੌਕਰ ਰੱਖ ਸੀ ਤੇ ਉਹ ਫਿਰ ਮੈਂ ਫੋਟੋ ਖਿੱਚੀ, ਪਹਿਲੇ ਦਿਨ ਮੈਨੂੰ ਰੋਟੀ ਖਵਾਈ ਨਾ ਮਤਲਬ ਉਹ ਕਹਿੰਦੀ ਕਿ ਇੱਥੇ ਵੀ ਸੀ ਆ ਸੀ ਇਹ ਪਹਿਲੇ ਦਿਨ ਦੀ ਫੋਟੋ। ਆਹ ਫੋਟੋ ਮੈਂ ਦੇਖੀ ਪਹਿਲਾਂ, ਮੈਂ ਕਿਹਾ ਰੋਟੀ ਫੜਾ ਰਹੇ ਆ। ਉਹ ਦੇਖੋ ਇੱਕ ਪਤੀਲੇ 'ਚ ਇੱਕ ਸਬਜ਼ੀ, ਪਤਾ ਨਹੀਂ ਆਲੂ ਦੀ ਸਬਜ਼ੀ ਹੈ तो इन्ना की सिंपल जा किचन ये पटेल नगर का। तो मैं सेल्फ कैमरे ने फोटो खींची। अब कैमरा अच्छा उधर रख के बैठ गए फटाफट आके बैठ गया किसी ने नहीं कि कैमरे में फोटोग्राफर थोड़ा बुलाना है। हां ये गल भी फोटोग्राफर तो बुलाई जाए नहीं। ये सारी फोटो जी मैं औरतों ने खींची है, ये सेल्फ कैमरे दी है। ये पहली बार जब तुहानू रोटी खिलाई उन्होंने? हां वेरी गुड। ये वो देख ले सारी फोटो सेल्फ कैमरे ने खींची हुई है, 3 इकट्ठियां। ये मेरे कमरे की है, वही कैमरा है दूसरा कैमरा का, वही कैमरा थी आपको। फोटोग्राफर तो मैं है ही नहीं। तो 58 तो पहले नहीं करता, 57 होना। तो ये नहीं घरेलू भी है ना। बहुत घरेलू है। तो रोटी भी आप ही बनाना पसंद करते हैं। वो गई नहीं मार्केट, वो पता नहीं कितनी इससे क्या होता है जो मैं कभी बाहर जाना सब्जी ले सारा सामान जनी बाहर ला तुसी लाने और किचन मैं ही संभालना।
ਲਾਈਫ ਤਾਂ ਫਿਰ ਹੁਣ ਇੰਨੀ ਕੀ ਮਤਲਬ ਹੈਗੀ ਆ ਵੀ ਬਾਹਰੋਂ ਅੰਦਰੋਂ ਸਮਾਨ ਲਿਆਉਣਾ ਘਰੇ ਜਾਂ ਪੇਂਟਿੰਗ ਕਰਨੀ। ਹਾਂ ਨਹੀਂ ਅਸੀਂ ਸ਼ੁਰੂ ਤੋਂ ਇਹੋ ਜਿਹਾ ਬਣਾਇਆ। ਮੈਂ ਤੇ ਆਪ ਵੀ ਇਸ ਤਰ੍ਹਾਂ ਹੀ ਕਰਦਾ ਜਾਂ ਕਿਸੇ ਰਿਸ਼ਤੇਦਾਰ ਦੇ ਜਾਣਾ ਵਿਆਹ ਸ਼ਾਦੀ ਆਪਣੇ ਆਪ ਵੀ ਇਸ ਤਰ੍ਹਾਂ ਸਟੈਪ ਲਿਖਿਆ ਕਿ ਮੈਂ ਕੰਮ ਚੰਗਾ ਕਰਦਾ। ਠੀਕ ਹੈ। ਮੈਨੂੰ ਉਹ ਕਿਤਾਬਾਂ ਦੇ ਡਿਜ਼ਾਈਨ ਬਣਾਉਣ ਜੇ ਤੂੰ ਮੈਂ ਕਰਦਾ ਡਿਜ਼ਾਈਨਾਂ ਨੂੰ ਬਣਾ ਕੇ ਦਿੱਤਾ। ਹਾਂਜੀ ਹਾਂਜੀ। ਇਹ ਵੀ ਬਣਾ ਕੇ ਮੈਂ ਕਰਦਾ। ਮੈਂ ਨਹੀਂ ਕਿਤੇ ਜ਼ਿਆਦਾ ਕੇਅਰ ਦਿੱਤਾ, ਨਾ ਮੈਂ ਪੇਮੈਂਟ ਲੈਣ ਜਾਂਦਾ ਨਾ ਮੈਂ ਕੰਮ ਲੈਣ ਜਾਂਦਾ। ਮੈਂ ਇਸ ਤਰ੍ਹਾਂ ਸਟੈਪ ਇੱਕ ਵਾਰ ਕਰ ਲਿਆ। ਹਾਂ ਬਸ ਉਹ ਹੁਣ ਆਈ ਜਾਂਦੇ ਆ ਲੋਕ। ਮੈਂ ਉਹ ਜਿਹਾ ਕੰਮ ਚੰਗਾ ਕਰਦਾ ਕਿ ਉਹ ਉਹਨੇ ਆਉਣਾ ਹੀ ਆਉਣਾ ਹੈਗਾ। ਉਹ ਕਸ਼ਮੀਰੀ ਗੇਟ ਤੋਂ ਵੀ ਆਏਗਾ ਇੱਥੇ ਪੈਸੇ ਵੀ ਦੇ ਦੇਗਾ, ਡਿਜ਼ਾਈਨ ਵੀ ਲੈ ਜਾਏਗਾ। ਬਿਲਕੁਲ ਉਹ ਮੈਨੂੰ ਕਹਿ ਦੇਗਾ ਕੋਈ ਮੁਸ਼ਕਿਲ ਬਹੁਤ ਵਧੀਆ। ਮੈਂ ਚੰਗਾ ਕੰਮ ਕਰਕੇ ਦੇਖਦਾ ਇਹ ਵੀ ਨਹੀਂ ਹੈ ਕਿ ਉਹ ਪਸੰਦ ਕਰੇ, ਮੈਨੂੰ ਪਸੰਦ ਹੈ ਕਿ ਨਹੀਂ ਪਸੰਦ ਹੈ, ਇਹ ਚੋਇਸ ਨਹੀਂ ਹੈਗੀ। ਮੈਂ ਇੰਨਾ ਵਧੀਆ ਆਪ ਹੀ ਕਰਦੇ ਨੇ, ਕੋਈ ਪਸੰਦ ਆਉਂਦਾ ਹੀ ਆਉਂਦਾ। ਉਹ ਆਏਗਾ ਮੈਂ ਸਾਰਿਆਂ ਨੂੰ ਚੰਗਾ ਕਰਦਾ ਤਾਂ ਹੀ ਤੋਂ ਲੈਂਦੇ ਆ। ਬਿਲਕੁਲ ਕਿਉਂ ਆਏਗਾ? ਬਹੁਤ ਮੇਰੇ ਆਰਟਿਸਟ ਹੈ ਬਹੁਤ ਵਧੀਆ। ਸੋ ਇਸ ਤਰ੍ਹਾਂ ਚੱਲ ਰਹੀ ਹੈ। ਪਰ ਬਹੁਤ ਸਿੰਪਲ ਲਾਈਫ ਰੱਖੀ ਹੋਈ ਹੈ, ਬਹੁਤ ਜ਼ਿਆਦਾ ਵਿਚਾਰ ਉੱਚੇ, ਲਾਈਫ ਸਿੰਪਲ ਹੈ ਬਹੁਤ। ਨਹੀਂ ਇਹ ਪਲਾਨ ਕਰਕੇ ਨਹੀਂ ਹੁੰਦਾ। ਨਹੀਂ ਨਹੀਂ ਹੈ ਤਾਂ ਕੁਦਰਤੀ ਟੈਂਪਰਾਮੈਂਟ ਹੈ, ਇਹ ਕੁਦਰਤੀ। ਮੈਂ ਤਾਂ ਕਿਹਾ ਕਿ ਫਸੂਰੋ ਕੰਮ ਨਾ ਆਏ ਕੋਈ ਅੱਛੀ ਨੌਕਰੀ ਤੇ ਨਹੀਂ ਨਾ ਆਏਗੀ। ਨੌਕਰੀ ਥੋੜੀ ਹੈ, ਨਾ ਆਏ ਨਾ ਖਰਚ ਕਰੋ। ਖਰਚ ਕੀ ਮੈਂ ਤੁਹਾਨੂੰ ਨਾ ਆਮ ਆਦਮੀ ਨਹੀਂ ਕਹਿ ਸਕਦਾ, ਕਿਉਂਕਿ ਮੈਂ ਅੱਜ ਤੋਂ ਪਹਿਲਾਂ ਬਹੁਤ ਘੱਟ ਬੰਦਿਆਂ ਨਾਲ ਇਹੋ ਜਿਹਾ ਮਿਲਿਆ ਹੈਗਾ ਵੀ ਜਿਨ੍ਹਾਂ ਨਾਲ ਮਤਲਬ ਮੈਨੂੰ ਗੱਲਬਾਤ ਕਰਕੇ ਜਾਂ ਸੁਣ ਕੇ ਇੱਕ ਅੰਦਰੋਂ ਇੱਕ ਇੰਨੀ ਖੁਸ਼ੀ ਜਿਹੀ ਮਹਿਸੂਸ, ਆਨੰਦ ਜਿਹਾ ਮਹਿਸੂਸ ਹੋਇਆ ਹੈਗਾ ਤੁਹਾਡੇ ਨਾਲ ਮਿਲ ਕੇ ਅੱਜ। ਮੈਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਕੀ ਕਹਾਂ, ਕਿਹੜਾ ਖਿਤਾਬ ਦੇਵਾਂ ਜਾਂ ਕਿਸ ਕੋਈ ਵਰਡ ਐਸਾ ਹੋਵੇ ਜਿਹਦੇ ਨਾਲ ਮੈਂ ਤੁਸੀਂ ਨਵਾਜੇ ਜਾਓ। ਮਤਲਬ ਕੋਈ ਲਫ਼ਜ਼ ਨਹੀਂ ਹੈਗੇ ਨਵਾਜੇ ਗਏ। ਨਹੀਂ ਮੇਰਾ ਮਤਲਬ ਮੈਂ ਅੱਜ ਤੱਕ ਬਹੁਤ ਸਿੰਪਲ ਬੰਦਿਆਂ ਨਾਲ, ਇੰਨੇ ਉੱਚੇ ਵਿਚਾਰਾਂ ਵਾਲੇ ਬੰਦੇ ਨਾਲ ਸਭ ਤੋਂ ਵਧੀਆ ਲਫ਼ਜ਼ ਇੱਕੋ ਹੀ ਹੈ, ਫਕਰ। ਪਰ ਇੱਕ ਲਫ਼ਜ਼ ਦੇ ਵਿੱਚ ਵੀ ਕੋਈ ਊਣਤਾ ਹੀ ਨਹੀਂ ਮੈਨੂੰ ਲੱਗ ਰਹੀ। ਫਕੀਰੀ ਹੈ, ਫਕੀਰੀ। ਇਹਨਾਂ ਨੂੰ ਦੇਖ ਕੇ ਮੈਨੂੰ ਇੱਕ ਬੰਦਾ ਯਾਦ ਆ ਗਿਆ, ਰੱਬ ਦੀ, ਆਪਣੇ ਉਸਤਾਦ ਜੀ ਯਾਦ ਆ ਗਏ ਮੈਨੂੰ। ਰੱਬ ਦੀ ਬਖਸ਼ਿਸ਼ ਹੈ ਆਪਣੇ ਉਸਤਾਦ ਜੀ ਬਾਬਾ ਕੇਰ ਸਿੰਘ ਜੀ। ਰੱਬੀ ਬਖਸ਼ਿਸ਼ ਹੁੰਦੀ ਹੈ। ਉਸਤਾਦ ਜੀ ਹੁੰਦੇ ਉਹਨਾਂ ਨੇ ਪਤਾ ਕੀ ਕਰਨਾ ਸੀ, ਇਹਨੇ ਪੈਰ ਫੜ ਲੈਣੇ। ਹਾਂ ਸਾਡੇ ਮਹਾਂਪੁਰਸ਼ ਸੀਗੇ ਜੀ, ਤੁਸੀਂ ਨਹੀਂ ਸੁਣੇ ਹੋਣੇ, ਲੇਕਿਨ ਇੰਨੀ ਉੱਚੀ ਸ਼ਖਸੀਅਤ ਦੇ ਮਾਲਕ ਔਰ ਇੰਨਾ ਸਿੰਪਲ ਜੀਵਨ ਅਸੀਂ ਨਹੀਂ ਦੇਖਿਆ ਕਦੀ। ਨਹੀਂ ਸਿੰਪਲ ਹੀ ਸੋ ਕਈਆਂ ਨੂੰ ਔਖਾ ਲੱਗਦਾ। ਸਿੰਪਲ ਹੋਣਾ ਟੈਂਪਰਾਮੈਂਟ ਦੇ ਬਗੈਰ ਕੋਈ ਸਿੰਪਲ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਉਹਨਾਂ ਨੇ ਮਤਲਬ ਇਹ ਜਿਹੜੀ ਗੱਲ ਹੈ ਇਹ ਮੈਂ ਤੇ ਕਦੇ ਕਿਸੇ ਨੂੰ ਸੁਣੀ ਕੋਈ ਬੰਦਾ ਇਹ ਕਹੇ ਕਿ ਮੈਂ ਸਿਰਫ ਆਪਣਾ ਆਪ ਕੀਤਾ ਖਰਚ ਕਰਨਾ। ਮੈਂ ਕਦੇ ਸੁਣਿਆ ਨਹੀਂ, ਮੈਂ ਕੋਈ ਇੰਸਪਾਇਰ ਹੋ ਗਿਆ ਨਹੀਂ ਇਹ ਅਡਾਪਟ ਕੀਤਾ। ਮੈਂ ਅਡਾਪਟ ਨਹੀਂ ਕੀਤਾ, ਮੇਰਾ ਸੁਭਾਅ ਇਹ ਹੋਇਆ। ਮੈਨੂੰ ਈਵਨ ਅਮਰਤਾ ਪੈਸੇ ਕਦੇ ਕਦੇ ਮੇਰੇ ਕੋਲ ਪੈਸੇ ਨਹੀਂ ਹੁੰਦੇ, ਪਰ ਜਦੋਂ ਕੰਮ ਨਾ ਆਇਆ ਮੈਂ ਕੰਮ ਲੈਣ ਤੇ ਜਾਂਦਾ ਨਹੀਂ। ਜੇ ਨਾ ਆਏ ਕੰਮ ਮੈਂ ਤੇ ਉਹਨੂੰ ਪਤਾ ਲੱਗਿਆ ਮੇਰੇ ਕੋਲ ਪੈਸੇ ਨਹੀਂ, ਤਾਂ ਮੇਰੀ ਜੇਬ ਥੋੜੇ ਪੈਸੇ ਰੱਖ ਨਾਮ ਕਿਹਾ ਨਾ ਮੈਂ ਖਰਚਣੇ ਨਹੀਂ ਹੈਗੇ। ਪਹਿਲਾਂ ਅਮਰਤਾ ਜੀ ਲੱਗ ਗਈ। ਦੋ ਤਿੰਨ ਦਿਨਾਂ ਬਾਅਦ ਮੈਨੂੰ ਕੰਮ ਮਿਲ ਗਿਆ, ਪੈਸੇ ਆ ਗਏ, ਤੇ ਫਿਰ ਮੈਨੂੰ ਕਿਹਾ ਜੇਬ ਚੋਂ ਕੱਢ ਲਾ। ਉਹਦੇ ਪੈਸੇ ਜੇਬ 'ਚ ਹੀ ਪਏ ਜੇ ਉਸੇ ਤਰ੍ਹਾਂ, ਉਹ ਮੈਂ ਨਹੀਂ ਕੱਢੇ ਹੀ ਨਹੀਂ। ਤੁਸੀਂ ਜਾ ਕੇ ਸੋ ਇਹ ਔਰ ਉਹਦੀ ਵੀ ਸੁਵਿਧਾ ਹੋ ਨਹੀਂ, ਉਹ ਵੀ ਬਹੁਤ ਖੁਦਾ ਜਾਣਾ ਮੈਂ ਤਾਂ ਕੀਤੇ ਨਹੀਂ ਕਦੇ। ਮੈਂ ਨਹੀਂ ਉੱਧਰ ਆਪਾਂ ਜਾ ਨਹੀਂ ਸਕਦੇ। ਉਹ ਜਦੋਂ ਤਲਾਕ ਹੋਇਆ ਤਾਂ ਜੱਜ ਪੁੱਛਦਾ ਕਿ ਤੁਸੀਂ ਮੇਨਟੇਨੈਂਸ ਲੈ ਲਓ ਇਸ ਬੰਦੇ ਤੋਂ, ਤਾਂ ਕਹਿੰਦੇ ਨਹੀਂ ਮੇਨਟੇਨੈਂਸ ਮੈਨੂੰ ਨਹੀਂ ਚਾਹੀਦੀ। ਜੱਜ ਹੈਰਾਨ ਹੋ ਰਿਹਾ ਕਿ ਔਰਤ ਮੇਨਟੇਨੈਂਸ ਮੈਂ ਉਹਨੂੰ ਆਫਰ ਕਰ ਰਿਹਾ, ਉਹ ਕਹਿੰਦੀ ਨਹੀਂ ਮੈਨੂੰ ਚਾਹੀਦੀ। ਕੀ ਬਾਤ। 4 ਵਾਰ ਪੁੱਛਿਆ ਜੱਜ ਨੇ ਕਿ ਉਹ ਆ ਗਿਆ, ਦੱਸੋ ਕਰਦੇ ਉਹ ਕਹਿੰਦੇ ਮੈਨੂੰ ਨਹੀਂ ਚਾਹੀਦੀ। ਮੈਨੂੰ ਉਸ ਬੰਦੇ ਦੀ ਇਨਕਮ ਕੀ ਕਰਨੀ ਜਿਸ ਬੰਦੇ ਨਾਲ ਮੈਂ ਰਹਿਣਾ ਹੀ ਨਹੀਂ। ਵੈਰੀ ਗੁੱਡ। ਤੇ ਮੈਂ ਉਹਦੀ ਇਨਕਮ ਕੀ ਕਰਨੀ। ਬਹੁਤ ਅੱਛਾ। ਸੋ ਇਹ ਤੁਸੀਂ ਕਹੋ ਮੁਫਤ ਪੈਸੇ ਮਿਲ ਰਹੇ ਲੈਣ। ਇਹ ਰੱਬ ਤੇ ਇਹ ਫਕੀਰੀ ਹੈ ਨਾ ਕਿ ਤੁਹਾਨੂੰ ਪਤਾ ਮੈਨੂੰ ਦੇਣ ਵਾਲੇ ਨੇ ਦੇਣਾ। ਹਾਂ ਗੱਲ ਖਤਮ। ਉਹ ਦੇ ਰਿਹਾ ਹਮੇਸ਼ਾ, ਪਹਿਲਾਂ ਤਾਂ ਦੇ ਰਿਹਾ, ਹੁਣ ਵੀ ਗਾਂ ਵੀ ਦਊਗਾ। ਮੇਰੇ ਖਿਆਲ ਹੈ ਇਹ ਇੱਕ ਦੋ ਹੀ ਰਾਈਟਰ ਹੋਣਗੇ ਪੰਜਾਬੀ ਜਿਹੜੇ ਰਾਈਟਿੰਗ ਤੋਂ ਰੋਟੀ ਖਾ ਰਹੇ। ਬਿਲਕੁਲ ਇਹੋ ਹੀ ਹੈ। ਜਿਹੜੇ ਰਾਮਨਾਥ ਤੁਸੀਂ ਕਹੋਗੇ ਉਹਦਾ ਘਰ ਵੀ ਹੈਗਾ, तो उसको कार भी आएगी अपने साथ जिंदगी भी। और ये सिर्फ अर्निंग है, ये प्रॉपर्टी नहीं कि कोई माँ ना माँ वालों मिली ना प्यो वालों मिली ना हस्बैंड किसी नहीं अपने बनाई, ये अपनी बनाई सिर्फ अच्छा खाण पीण के बारे तुहाडा की विचार है? जिवें एडिक्शन है कई राइटरां नूं। नहीं कोई अजकल कोई नहीं,
ਇਹੋ ਹੀ ਦਾਲ ਰੋਟੀ ਦਾ ਜਿਹਨੂੰ ਆਪਾਂ ਦਾਲ ਰੋਟੀ ਕਹਿੰਦੇ ਇਹੋ ਹੀ ਦਾਲ ਰੋਟੀ ਆਪੇ ਤਾਂ ਬਣਾਉਣੀ ਹੈ। ਅਸੀਂ ਦੇਖੋ ਇੰਨੇ ਸਾਲ ਮੈਨੂੰ ਇਕੱਠੇ ਅਸੀਂ ਇੱਕ ਵਾਰ ਆਵੇਂ ਕਦੇ ਕਿਸੇ ਨੂੰ ਦਾਵਤ ਨਹੀਂ ਦਿੱਤੀ, ਅਸੀਂ ਦਾਵਤ ਨਹੀਂ ਦਿੰਦੇ। ਰੋਟੀ ਵੇਲੇ ਕੋਈ ਆ ਗਿਆ ਅਸੀਂ ਜੋ ਖਾ ਲੈਂ ਤੁਸੀਂ ਖਾ ਲਓ। ਵੈਰੀ ਗੁੱਡ। ਚਾਹ ਪੀ ਰਹੇ ਜੋ ਅਸੀਂ ਖਾ ਲੈਂ ਤੁਸੀਂ ਖਾ ਲਓ। ਪਰ ਇਹ ਨਹੀਂ ਹੋ ਸਕਦਾ ਉਹਦੇ ਲਈ ਸਵੇਰੇ ਦਾਵਤ ਰੋਟੀਆਂ ਬਣ ਰਹੀਆਂ ਸਬਜ਼ੀਆਂ ਬਣ ਰਹੀਆਂ ਨਾ, ਉਹ ਸਾਡੇ ਕੋਲ ਹੈ ਨਹੀਂ ਇਹੋ ਜਿਹਾ। ਤੇ ਉਹ ਬਣਾ ਨਹੀਂ ਅੱਜ ਜੋ ਆਇਆ ਤੁਸੀਂ ਵੀ ਖਾ ਲਓ। ਸਿੰਪਲ ਲਾਈਫ ਵਧੀਆ, ਸਿੰਪਲ ਪਰ ਇਹ ਨੈਚੁਰਲ ਜਿਹਨੂੰ ਕੋਈ ਸਿੰਪਲ ਨਾ ਐਸਾ ਕਿਸੇ ਦੇ ਜਾਂਦੇ ਹਾਂ ਅਸੀਂ। ਠੀਕ ਹੈ। ਜਾਂਦੇ ਵੀ ਨਹੀਂ ਤੇ ਵਿਆਹਾਂ ਸ਼ਾਦੀਆਂ ਤੇ ਵੀ ਨਹੀਂ ਜਾਂਦੇ? ਨਹੀਂ, ਫੰਕਸ਼ਨਾਂ ਤੇ ਵੀ ਹੁਣ ਤਾਂ ਜਾਣਾ ਬੰਦ ਕੀਤਾ। ਜਾ ਕੇ ਹਾਂ ਜਾਂਦੇ ਮੈਨੂੰ ਤਾਂ ਬਿਲਕੁਲ ਹੀ ਨਹੀਂ ਚੰਗਾ ਲੱਗਦਾ, ਮੈਂ ਤਾਂ ਜਾਂਦਾ ਹੀ ਨਹੀਂ ਕਿਤੇ ਵੀ ਨਹੀਂ ਜਾਂਦਾ। ਤੇ ਤੁਹਾਨੂੰ ਜ਼ਿੰਦਗੀ 'ਚ ਕਿਸੇ ਵੀ ਚੀਜ਼ ਦੀ ਐਡਿਕਸ਼ਨ ਨਹੀਂ ਹੋਈ ਕਦੇ? ਵੈਰੀ ਗੁੱਡ, ਨਹੀਂ ਹੈਗੀ। ਵੈਰੀ ਗੁੱਡ। ਮੈਨੂੰ ਛੱਡਣ ਦੀ ਲੋੜ ਨਹੀਂ ਪਈ ਕਿ ਮੈਂ ਪਹਿਲਾਂ ਸ਼ਰਾਬ ਪੀਣਾ ਫਿਰ ਸ਼ਰਾਬ ਛੱਡਾਂ ਫਿਰ ਸਿਗਰਟ ਪੀਣਾ ਫਿਰ ਸ਼ਰਾਬ ਛੱਡਾਂ ਨਾ। ਵਾਹ ਵਾਹ, ਕੋਈ ਨਹੀਂ। ਕਿਆ ਗ੍ਰੇਟਨੈਸ। ਤੇ ਤੁਹਾਡਾ ਕੀ ਖਿਆਲ ਹੈ ਵੀ ਜਿਹੜੇ ਲੋਕ ਇਸ ਤਰ੍ਹਾਂ ਖਾਂਦੇ ਔਰ ਕਹਿੰਦੇ ਆ ਵੀ ਜ਼ਰੂਰੀ ਹੈ ਜੀ ਦਾਰੂ ਪੀ ਕੇ? ਨਹੀਂ ਨਹੀਂ, ਜ਼ਰੂਰੀ ਨਾਲ ਕੁਝ ਨਹੀਂ ਹੈਗਾ, ਉਹ ਬਾਨੇ ਨਹੀਂ। ਤੁਹਾਨੂੰ ਆਦਤ ਹੋ ਗਈ ਹੁਣ ਤੁਸੀਂ ਉਹਨੂੰ ਜਸਟੀਫਾਈ ਕਰਦੇ। ਅਸੀਂ ਕਹਿੰਦੇ ਵੀ ਗੁਰਦੁਆਰੇ ਜਾਣ ਦੀ ਵੀ ਤੁਹਾਨੂੰ ਜੇ ਲੋੜ ਨਹੀਂ। ਗੁਰਦੁਆਰਾ ਦੇ ਰਜੀਟ ਕਹਿੰਦਾ ਹਰ ਇੱਕ ਬੰਦਾ ਆਪਣੇ ਅੰਦਰ ਗੁਰਦੁਆਰਾ ਆਪਣੇ ਅੰਦਰ ਲੈ ਕੇ ਜੰਮਿਆ। ਅੰਦਰ ਜਿਹਨੂੰ ਤੁਸੀਂ ਰੂਹ ਕਹਿੰਦੇ ਹੋ ਛੋਟੀ ਜਿਹੀ ਉਹ ਰੱਬ ਦੀ ਇੱਕ ਲਾਈਟ ਹੈ। ਇਹ ਸਿਰਫ ਤੁਹਾਨੂੰ ਵਾਸ਼ਨਾ ਕਰਕੇ ਉਹ ਦਿਸਦੀ ਨਹੀਂ। ਜਿਹੜਾ ਬੰਦਾ ਜਾਗ ਪੈਂਦਾ ਤੁਸੀਂ ਤਾਂ ਸੁੱਤੇ ਪਏ, ਬਹੁਤੇ ਬੰਦੇ ਸੁੱਤੇ ਪਏ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਂਦੇ। ਜੇ ਜਾਗ ਪਏ ਤੇ ਫਿਰ ਉਹਨੂੰ ਦਿਸ ਪੈਂਦਾ ਤੇ ਅੰਦਰ ਹੀ ਹੈਗਾ, ਅਸੀਂ ਬਾਹਰ ਕਿੱਥੇ ਲੱਭਦੇ ਬੰਦੇ? ਕਿਉਂਕਿ ਉਹਦੇ ਬਗੈਰ ਤਾਂ ਤੁਸੀਂ ਕੋਈ ਬੰਦਾ ਮਾੜਾ ਚੰਗਾ ਚਾਹੇ ਮਰਡਰ ਹੋਵੇ ਡਾਕੂ ਹੋਵੇ ਸਾਹ ਹੀ ਨਹੀਂ ਲੈ ਸਕਦਾ। ਬਿਲਕੁਲ, ਚਾਹੇ ਉਹ ਕੁਛ ਵੀ ਹੋਏ। ਰੱਬ ਥੋੜਾ ਇਹ ਪੱਖਪਾਤ ਕਰਦਾ ਕਿ ਇਹ ਡਾਕੂ ਹੈ ਇਹਨੂੰ ਮੈਂ ਕਹਾਂ ਕਿ ਨਹੀਂ ਤੈਨੂੰ ਤੇਰੇ ਸਾਹ ਬੰਦ ਕਰਨਾ। ਉਹ ਨਹੀਂ ਕਰਦਾ, ਉਹ ਇਹੋ ਜਿਹਾ ਪੱਖਪਾਤ ਉਹ ਇਹ ਕੰਮ ਨਹੀਂ ਕਰਦਾ। ਉਹ ਸਾਰਿਆਂ ਦੇ ਅੰਦਰ ਇੱਕੋ ਜਿਹਾ ਵਸਦਾ। ਉਹਦੇ ਲਈ ਕੋਈ ਨਹੀਂ। ਤੇ ਬੰਦੇ ਵੀ ਇਹ ਜਿਹੇ ਵਿਤਕਰਾ ਕਰਦੇ ਨੇ ਕਿ ਹੁਣ ਤੂੰ ਉਹਨੇ ਵੀ ਕਹਿੰਦੇ ਘਰੋਂ ਕੱਢ ਦਿੰਦੇ ਹੋ ਕਿ ਤੂੰ ਇਹ ਕੰਮ ਮਾੜਾ ਕੰਮ ਕਰ ਰਿਹਾ ਘਰੋਂ ਨਹੀਂ ਕਰਨਾ ਥੋੜ੍ਹੀ ਕਰਨਾ। ਕਿਸੇ ਨੂੰ ਨਹੀਂ ਕੁਝ ਕਰਨਾ। ਲੋਕੀ ਕਿੰਨੇ ਮਾੜੇ ਕੰਮ ਕਰਦੇ ਉਹ ਉਹਨਾਂ ਨੂੰ ਸਾਹ ਤੇ ਆ ਰਹੇ ਉਹਦੇ ਕਰਕੇ ਹੀ ਆ ਰਹੇ। ਨਹੀਂ ਉਹਨੇ ਤਾਂ ਨਵੇੜਤਾ ਵੀ ਆਪੇ ਬੀਜ ਤੇ ਆਪੇ ਖਾ। ਆਪੇ ਕਰੋ ਜੇ ਬੀਜेंगे ਹੋ ਜਾਏਗਾ। ਜਿਹੜਾ ਜਾਗ ਕੇ ਜੀਏਗਾ ਉਹ ਹੋਰ ਤਰ੍ਹਾਂ ਜੀਏਗਾ, ਜਿਹੜਾ ਸੁੱਤਾ ਪਿਆ ਜੀਏਗਾ ਉਹ ਹੋਰ ਤਰ੍ਹਾਂ ਜੀਏਗਾ। ਉੱਤੋਂ ਦੀ ਉਹ ਲਾਈਫ ਇਸ ਤਰ੍ਹਾਂ ਮਿਲੀ। ਅੱਛਾ ਇਹ ਰਿਲੀਜਨ ਜਿਹੜਾ ਇਹ ਕਿਸੇ ਨੂੰ ਜਗਾਉਣ 'ਚ ਇੰਟਰਸਟ ਨਹੀਂ, ਕਿਉਂਕਿ ਫਿਰ ਰਿਲੀਜਨ ਚੱਲੇਗਾ ਨਹੀਂ। ਤੁਹਾਨੂੰ ਜਿਹੜੇ ਪਿਛਲਾਗੇ ਨੇ ਪਿਛਲਾਗੇ ਤਾਂ ਉਹੀ ਬੰਦਾ ਬਣ ਸਕਦਾ ਜਿਹਨੂੰ ਸਮਝ ਨਹੀਂ। ਬਿਲਕੁਲ। ਜੇ ਕੋਈ ਜਾਗ ਪਿਆ ਉਹ ਜਿਹੜਾ ਜਾਗ ਪੈਂਦਾ ਉਹ ਪਿਛਲਾਗੇ ਨਹੀਂ ਬਣਦਾ, ਕਿਸੇ ਦਾ ਵੀ ਨਹੀਂ ਬਣਦਾ। ਉਹ ਤਾਂ ਹੈ ਹੀ ਫਿਰ ਉਹ ਪਤਾ ਲੱਗ ਜਾਂਦਾ, ਸਮਝ ਲੱਗ ਜਾਂਦੀ। ਇਸੇ ਕਰਕੇ ਜਗਾਉਣ 'ਚ ਇੰਟਰਸਟਿਡ ਨਹੀਂ। ਮੈਂ ਖਤਮ ਦੇ ਜਵਾਬ ਨਾ ਪਹਿਲਾਂ ਨਾਗਮਣੀ 'ਚ ਚਾਹੀਦੇ ਸੀ, ਮੇਰਾ ਇੱਕ ਪੇਜ ਮੈਂ ਲਿਖਦਾ ਤਾਂ ਕਿਸੇ ਨੇ ਮੈਨੂੰ ਪੁੱਛਿਆ ਕਿ ਔਰਤ ਆਦਮੀ ਦੇ ਜਿਹੜੇ ਰਿਸ਼ਤੇ ਨੇ ਇਹ ਜੇ ਨਹੀਂ ਖੈਬਰ ਕਿਉਂ ਆਏ, ਕਿਉਂ ਠੀਕ ਨਹੀਂ ਚੱਲਦੇ। ਤੇ ਮੈਂ ਉਹਨੂੰ ਕਿਹਾ ਕਿ ਆਦਮੀ ਨੇ ਸਿਰਫ ਅਜੇ ਔਰਤ ਨਾਲ ਸੌਣਾ ਸਿੱਖਿਆ, ਸੌਂ ਕੇ ਵੇਖਿਆ, ਜਾਗ ਕੇ ਤਾਂ ਉਹਨੇ ਕਦੇ ਵੇਖਿਆ ਨਹੀਂ। ਉਹਨੇ ਕਦੇ ਇਹ ਨਹੀਂ ਕਿਹਾ ਕਿ ਇਸ ਔਰਤ ਨਾਲ ਮੈਂ ਜਾਗਿਆ। ਉਹ ਜਾ ਕੇ ਉਹ ਸਿਰਫ ਸੌਂ ਕੇ ਵੇਖਦਾ ਤੇ ਉਹਨੂੰ ਇਸ ਕਰਕੇ ਰਿਸ਼ਤਾ ਇਹੋ ਜਿਹਾ ਹੀ ਹੈ। ਉਹ ਸੁੱਤੇ ਪਏ ਦਾ ਰਿਸ਼ਤਾ ਬਿਲਕੁਲ ਜਾਗਣ ਦਾ ਰਿਸ਼ਤਾ ਹੀ ਨਹੀਂ ਬਣਿਆ ਜੀ। ਵੈਰੀ ਗੁੱਡ। ਦੋਨਾਂ ਦਾ ਔਰਤ ਬੰਦੇ ਦਾ ਇਹੀ ਹਾਲ ਹੈ। ਜੇ ਬੰਦਾ ਜਾਗਣਾ ਚਾਹੁੰਦਾ ਤਾਂ ਕਈ ਵਾਰੀ ਔਰਤ ਕਦੀ ਨਹੀਂ। ਉਹ ਜਾਗਣ ਦਾ ਕੀ ਜੇ ਰਿਲੀਜਨ ਇਸੇ ਕਰਕੇ ਚੱਲਦੇ ਪਏ ਨਾ, ਇੰਨੀ ਕੱਟੜਤਾ ਇਹ ਹੈ ਇਹ ਕਾਇਮ ਰੱਖੀ ਜਾ ਰਹੀ ਹੈ। ਜਿਹੜੇ ਚਲਾਉਣ ਵਾਲੇ ਰਿਲੀਜਨ ਇਹਦਾ ਮਤਲਬ ਜਿਹੜੀ ਮੁਹੱਬਤ ਜਾਂ ਪਿਆਰ ਜਾਂ ਪ੍ਰੇਮ ਦੀ ਗੱਲ ਕਰਦੇ ਹਾਂ ਅਸੀਂ, ਉਹ ਵੀ ਕੋਈ ਇਸ ਤਰ੍ਹਾਂ ਨਹੀਂ ਹੈ। ਦੇਖੋ ਨਾ ਬੜਾਈ ਇਹ ਤੁਹਾਨੂੰ ਗਾਜਰ ਮੂਲੀ ਤੇ ਸਿਲੈਕਟ ਕਰਨ ਦੀ ਖੁੱਲ੍ਹ ਹੈਗੀ। ਮੂਲੀ ਚੀਜ਼ਾਂ ਤੁਸੀਂ ਸਿਲੈਕਟ ਕਰ ਸਕਦੇ, ਰਿਲੀਜਨ ਸਿਲੈਕਟ ਕਰ ਸਕਦੇ। ਕਿਸੇ ਨੇ ਕਦੇ ਸੋਚੇ ਤੁਸੀਂ ਮੈਂ ਸਿੱਖਾਂਗੇ ਕਰ ਜੰਮਿਆ ਪਰ ਇਹ ਮੇਰੀ ਚੋਇਸ ਕਰੋ। ਰਿਲੀਜਨ ਐਡੀ ਵੱਡੀ ਚੀਜ਼ ਹੈ ਇਹ ਮੇਰੀ ਚੋਇਸ ਹੋਣੀ ਚਾਹੀਦੀ। ਨਾ ਵੀ ਮੇਰਾ ਮੈਂ ਨਾ ਰੱਖਾਂ, ਮਾਂ ਪਿਓ ਨੇ ਜੋ ਛੋਟਾ ਜਿਹਾ ਆਉਂਦਾ ਜੋ ਉਹਨਾਂ ਨੂੰ ਸਮਝ ਆਈ ਉਹਨਾਂ ਰੱਖ ਲਿਆ।
पर वो कोई जरूरी नहीं मैं बड़ा होकर 18 साल का जो दस्तखत कर सकता उदों मैं अपना नाम चाहूँ मैंने नहीं पसंद तो मैं बदल सकता। इस तरह रिलीजन मैं सारे रिलीजन पढ़ा मैंने जो रिलीजन चंगा लगे बुद्ध चंगा लगे फलान चंगा लगे कृष्ण चंगा लगे मैं वो आपे करा ये तो ऑटोमैटिक किस तरह हो गया कि मैं सिखा कर मैं तो सीख हो गया ऑटोमैटिक तो नहीं हो सकता पर ये ऑटोमैटिक चलाई जा रही इससे चलाई है क्योंकि ये छोटे होंगे बच्चे कंडीशन कर देंगे रिलीजन नहीं चलते मतलब ਅਸੀਂ ਬਣੀਆਂ ਬਣੀਆਂ ਚੀਜ਼ਾਂ ਜਿਹੜੀਆਂ देखना कृष्ण मुसलमान का जब मैं तो ये सुनता पहले करते उन्होंने कहने पूछा ये की करते पे ਉਹਨੂੰ ਪੱਕਾ ਕਰਦਾ ਨਾ ਪਹਿਲੇ हाँ पक्का कर ਮਤਲਬ ਅਸੀਂ ਬਣਾ ਕੇ ਚੀਜ਼ਾਂ ਜਿਹੜੀਆਂ ਆਪ ਬਣਾਉਂਦੇ ਆ ਉਹਨਾਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਉਸੇ ਤਰ੍ਹਾਂ ਹੀ ਹਾਂ ਨੈਚੁਰਲ ਜਿਹੜੀਆਂ ਹੈਗੀਆਂ ਤੁਸੀਂ ਹੈਗੇ ਹੋ ਜੇ ਤੁਸੀਂ ਸੁੱਤੇ ਚੱਲ ਰਹੇ ਹੋ ਤਾਂ ਅੱਗੇ ਬੱਚਿਆਂ ਨੂੰ ਵੀ ਸੁੱਤੇ ਹੀ ਚਲਾ ਰਹੇ ਉਹਨਾਂ ਨੂੰ ਜਗਾਉਣ 'ਚ ਇੰਟਰਸਟ ਹੈ ਹੀ ਨਹੀਂ ਤੁਸੀਂ ਜੇ ਉਹ ਜਾਗ ਪਿਆ ਹੁਣ ਸਾਡੇ ਘਰ ਇੱਥੇ ਕੋਈ ਰਵੇ ਸਾਨੂੰ ਤਾਂ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਰਿਲੀਜਨ ਨੂੰ ਬਿਲੀਵ ਕਰਦੇ ਨਾ ਅਮਰਤਾ ਦਾ ਨਾ ਮੇਰਾ ਅਸੀਂ ਤਾਂ ਚੰਗਾ ਜੀਣਾ ਚਾਹੁੰਦੇ ਤਾਂ ਤੁਸੀਂ ਕੁਝ ਕਹੋ ਬਗੈਰ ਰਿਲੀਜਨ ਦੇ ਵੀ ਤੁਸੀਂ ਰਿਲੀਜਨ ਨੂੰ ਕਿਸੇ ਨੇ ਪੁੱਛਿਆ ਕਿ ਉਹਦਾ ਵੋਟ ਅਗੇ ਵੋਟ ਨਹੀਂ ਬਣਿਆ ਕਿਉਂਕਿ ਵੋਟ ਦੇ ਉੱਤੇ ਰਿਲੀਜਨ ਲਿਖਿਆ ਹੋਇਆ ਫਾਰਮ ਤੇ तो कहता मेरा रिलीजन कोई नहीं मैं तो ये डिसाइड ही नहीं किया केड़ा रिलीजन सिलेक्ट करा तो कहते तू जैनियन का जमे जैनी लिख दे कहता मैं आगे क्यों लिख दे मैं जैनी है ही नहीं ऑटोमेटिक क्यों हो गया तो मेरा प्यो जैनी है तो मैं जैनी हो गई इसलिए क्या ऑटोमेटिक दैट्स वेरी गुड इंडियन लिख दो कुछ भी करो इंडिया भी लिमिट है सारी दुनिया का हिस्से सिर्फ इंडियन ही नहीं हो सारी दुनिया का तुम हिस्सा हो बिल्कुल पर वो ऐसा चलता नहीं ना ऐसा उन्हें चलाया जे कोई बोले सारे को अजीब लगे ਜਿਹੜਾ ਰਜਨੀਸ਼ ਦਾ ਪਿਆਰ ਮੁਹੱਬਤ ਬਾਰੇ ਸੀ ਉਹ ਜਿਵੇਂ ਹੁਣ ਉਹਦੇ ਕੋਲ ਗੋਰੇ ਵੀ ਆਉਂਦੇ ਸੀ ਕਾਫੀ ਮਤਲਬ ਫੋਰਨਰ ਸੀ ਇੱਥੋਂ ਜਿਨ੍ਹਾਂ ਨੂੰ ਉਹ ਅਸਲ 'ਚ ਉੱਥੇ ਯੂਰਪ ਦੀ ਲਾਈਫ ਹੋਰ ਹੈ ਉਹਨਾਂ ਦੀ ਮਾਨਤਾਵਾਂ ਵੀ ਹੋਰ ਨੇ ਉਹਨਾਂ ਨੂੰ ਉੱਥੇ ਵੀ ਕਈ ਚੀਜ਼ਾਂ ਨਹੀਂ ਸਮਝ ਆਉਂਦੀਆਂ ਜਿਸ ਤਰ੍ਹਾਂ ਉਹ ਉੱਥੇ ਗੁਰੂ ਦੀ ਕਨਸੈਪਸ਼ਨ ਹੈ ਨਹੀਂ ਸਾਰੀ ਟੀਚਰ ਵੀ ਹੈ ਗੁਰੂ ਕੋਈ ਨਹੀਂ ਗੁਰੂ ਉਹਨਾਂ ਕਦੇ ਸੋਚਿਆ ਵੀ ਕੋਈ ਗੁਰੂ ਵੀ ਹੁੰਦਾ ਕੋਈ ਗੁਰੂ ਹੈ ਜਿਹੜਾ ਰਾਹ ਤੁਹਾਨੂੰ ਦੱਸਦਾ ਕੋਈ ਰਾਹ ਤੁਹਾਨੂੰ ਤੋੜਦਾ ਨਹੀਂ ਖਾਲੀ ਪੁਆਇੰਟ ਆਊਟ ਕਰਦਾ ਕਿ ਇਹ ਰਾਹ ਤੁਹਾਨੂੰ ਸਮਝ ਆ ਜਾਏ तो तब राम मिल जाता नहीं समझ आए तो ना से कोई जरूरी थोड़ा जो स्कूले पढ़ने जाइए सारे बंदे लायक थोड़ी होंगे एक अद्धा बंदा लायक हो जाता हाँ उन्हें समझ आ जाती है बाकी स्टूडेंट तो उस तरह ही हैं कि वो क्लास च आए तो चले गए उन्होंने समझ ही नहीं आती आर्ट स्कूल से मेरे नाल किन्ने मुंडे पढ़े तो सारे तो आर्टिस्ट नहीं बनते कोई गारंटी नहीं है कोई सारे बन जाते हैं वो की सोच के आर्ट स्कूल च आए उन्होंने मुड़ के ड्राइंग करनी भी ठीक नहीं आई ना उन्होंने सोचना होता ना वो समझने भी की करनी तो फिर कोई जो छोटा मोटा काम उन्होंने आता वो कर लेंगे बहुते बंदे तो यही सोचते हैं कि जिससे जिस काम बहुते पैसे नहीं कमाए जा सकते वो काम की काम भी है बेकार है वो काम भी बेकार है मैनू भी आर्ट स्कूल लगे किया गया मैं कहा कोई गल नहीं पैसे थोड़े अपन पैसे बहुत चाहिए नहीं आके तब चाहिए मैं कि जमीन खरीदनी ये कमरा चाहिए ये कमरा है बाथरूम है कमरा मैनू ये नहीं चाहिए मकान चाहे तो हम मकान लाइब्रेरी बनाई ये कमरा अमरता नहीं तू लै ला तू अपना स्टूडियो बना ला जो बेडरूम बना ला नहीं मैं इन्ना की साफ कर सकता एक कोई बड़ा कोई लाइब्रेरी बना वो लाइब्रेरी बना तो बना कमरा लोड़ ही नहीं बरांडा सी पहला वो इतने इतने दीवार वो दीवार कट के मैं कर अमरता ने मुझे एक बार गिफ्ट देता है एक ये मैं कभी भी नहीं चला उन्होंने डेकोरेट करके ऐसा डेकोरेशन बनाता हूँ इन चलाया ही नहीं कर मुझे लोड़ ही नहीं पड़ी वो कहते गर्मी नहीं लगी मैं नहीं गर्मी नहीं लगी मैं गर्म ला के जमया तो ठीक है बच्चे को दे देंगे करेंगे ਤੇ ਪ੍ਰੇਮ ਮੁਹੱਬਤ ਬਾਰੇ ਇਸ਼ਕ ਬਾਰੇ ਕੋਈ ਗੱਲ ਨੋਰਮਲ ਗੱਲ ਹੈ ਜਿਹਨਾਂ ਨੂੰ ਨਹੀਂ ਹੁੰਦੀ ਉਹ ਉਹਨਾਂ ਨੂੰ ਅਬਨੋਰਮਲ ਹੈ ਇੱਥੇ ਹੈਰਾਨ ਹੈ ਕਿ ਉਹ ਹੀ ਰਹਿੰਦਾ ਇੱਕੋ ਹੀ ਹੋਇਆ ਪੰਜਾਬ 'ਚ ਬਹੁਤੇ ਹੋਣੇ ਚਾਹੀਦੇ ਸੀ ਨਹੀਂ ਪਤਾ ਨਹੀਂ ਲਵਰ ਜੰਮਦੇ ਨੇ
ਨਾਮ ਉਹਨਾਂ ਦਾ ਹੋ ਗਿਆ ਜਣੀ, ਹੋਣਗੇ ਤਾਂ ਬਥੇਰੇ ਐਸੀ ਗੱਲ ਨਹੀਂ ਪਤਾ ਨਹੀਂ ਕਿਉਂਕਿ ਜ਼ਰੂਰੀ ਨਹੀਂ ਕਿ ਸਾਰੇ ਦੂਸਰੇ ਦੇ ਘਰ ਜੰਪੇ ਤੇ ਤੁਸੀਂ ਐਡਮਾਇਰ ਕਰਦੇ ਹੋ, ਆਪਣੇ ਘਰ ਜੰਪੇ ਤਾਂ ਪ੍ਰੋਬਲਮ ਲੱਗਦੀ। ਤੁਸੀਂ ਉਹ ਇਸ ਗੱਲ ਨੂੰ ਇਸ ਤਰ੍ਹਾਂ ਸੋਚੋ ਨਾ, ਉਹਨਾਂ ਦੇ ਕੋਈ ਹੀਰ ਤੇ ਵੀ ਤਾਂ ਇਹੋ ਪ੍ਰੋਬਲਮ ਹੈ। ਆਪਣੇ ਚਾਚਾ ਵਿਲਨ ਬਣ ਗਿਆ, ਆਪਣੇ ਘਰ ਦਾ ਹੀ ਸਗਾ ਚਾਚਾ ਵਿਲਨ ਬਣ ਗਿਆ, ਉਸੇ ਕਿਹੜਾ ਪਸੰਦ ਆਇਆ ਕਿ ਬਾਹਰ ਦਾ ਮੁੰਡਾ ਆ ਕੇ ਉਹ ਲੈ ਜਾਵੇ। ਇਹ ਲਵਰਸ ਦੇ ਵਿੱਚ ਜਿਹੜੇ ਜ਼ਿਆਦਾ ਪਪੂਲਰ ਹੋਏ ਉਹਨਾਂ ਦੇ ਵਿੱਚ ਮੈਕਸੀਮਮ ਜਿੰਨੇ ਇਹਨਾਂ ਦੇ ਵਿਆਹ ਹੋਏ ਸੀ, ਜਿਵੇਂ ਰਾਧਾ ਸੀ, ਮੰਨ ਲਓ ਰਾਧਾ ਵਿਆਹੀ ਹੋਈ ਸੀ ਪਰ ਲਵਰ ਸੀ ਕ੍ਰਿਸ਼ਨ ਦੀ। ਉਹ ਦੇਖ ਲਓ ਹੁਣ ਕਿਸੇ ਦੇ ਨਾਲ ਤੁਸੀਂ ਜੋੜ ਲਓ ਹੈ ਤੇ ਕੋਈ ਵੀ ਨਹੀਂ। ਇਹ ਹਿੰਦੂਆਂ ਦੇ ਵੀ ਕਮਾਲ ਹੈ, ਰਾਮ ਨੂੰ ਮੰਨਦੇ ਜਿਹਦੇ ਚ ਮਰਿਆਦਾ ਹੀ ਮਰਿਆਦਾ, ਇਹ ਕਰੋ ਇਹ ਨਾ ਕਰੋ। ਕ੍ਰਿਸ਼ਨ ਹੈ ਉਹ ਕੋਈ ਚੀਜ਼ ਵੀ ਨਹੀਂ ਮੰਨਦਾ, ਮਰਿਆਦਾ ਹੈ ਹੀ ਨਹੀਂ। ਉਹ ਕਹਿੰਦਾ ਜੋ ਸਪੌਂਟੇਨੀਅਸਲੀ ਸਿਚੁਏਸ਼ਨ ਆਏ ਉਸ ਵੇਲੇ ਬਿਹੇਵ ਕਰੋ। ਪਹਿਲਾਂ ਕੀ ਸੋਚਣਾ ਹੋਇਆ, ਪਹਿਲਾਂ ਤੁਸੀਂ ਕਿਵੇਂ ਸੋਚ ਸਕਦੇ? ਜਦੋਂ ਆਏਗੀ ਸਿਚੁਏਸ਼ਨ ਉਹ ਹਰ ਵੇਲੇ ਤਿਆਰ ਹੈ, ਕਿਤੇ ਵੀ ਉਹਦੇ ਨਾਲ ਕੋਈ ਕੁੜੀ ਨੱਚਣਾ ਚਾਹੇ ਨੱਚ ਲੈਂਦੇ, ਜੇ ਕਿਤੇ ਲੋੜ ਪੈ ਵੀ ਜੇ ਫਿਜ਼ੀਕਲੀ ਵੀ ਜੇ ਕਿਸੇ ਨੂੰ ਪਿਆਰ ਕਰਨਾ ਤਾਂ ਪਿਆਰ ਵੀ ਕਰ ਸਕਦਾ, ਉਹ ਉਹਦੇ ਲਈ ਕੋਈ ਬੰਦਿਸ਼ ਨਹੀਂ ਹੈ। ਮਗਰ ਉਹ ਔਰਤ ਦੇ ਪਿੱਛੇ ਪਿੱਛੇ ਨਹੀਂ ਘੁੰਮਦਾ। ਉਹਦੇ 'ਚ ਇੱਕ ਜਿਹੜੀ ਖੂਬੀ ਹੈ ਨਾ, ਉਹ ਆਦਮੀ ਆਮ ਨਹੀਂ ਹੁੰਦੀ। ਸੋਚ ਕੇ ਦੇਖੋ, ਕ੍ਰਿਸ਼ਨ ਇਹ ਕਹਿੰਦਾ ਕਿ ਮੈਂ ਕਿਸੇ ਔਰਤ ਦੇ ਨਾ ਮੈਂ ਕਿਸੇ ਔਰਤ ਦੇ ਪਿੱਛੇ ਲੱਗਾ ਹੈ ਤੇ ਨਾ ਮੈਂ ਔਰਤ ਤੋਂ ਦੌੜਨਾ, ਦੌੜਦਾ ਵੀ ਨਹੀਂ, ਮੈਂ ਔਰਤ ਤੋਂ ਦੌੜਦਾ ਨਹੀਂ ਹੈ। ਸਾਡੇ ਤੇ ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਔਰਤ ਤੋਂ ਦੌੜਦੇ ਵੀ, ਇੱਕ ਔਰਤ ਵੱਲ ਦੌੜਦੇ। ਇੱਕ ਨੂੰ ਡਰ ਲੱਗਦਾ ਹੈ, ਇੱਕ ਨੂੰ ਭੁੱਖ ਜ਼ਿਆਦਾ, ਉਹ ਹਰ ਇੱਕ ਔਰਤ ਦੇ ਪਿੱਛੇ ਦੌੜਦਾ ਤੇ ਨਾਰਮਲ ਕੋਈ ਵੀ ਨਹੀਂ। ਤੇ ਕ੍ਰਿਸ਼ਨ ਨੂੰ ਇਹ ਪ੍ਰੋਬਲਮ ਹੈ। ਕ੍ਰਿਸ਼ਨ ਨੂੰ ਤਾਂ ਦ੍ਰੋਪਦੀ ਆਫਰ ਹੋਈ ਸੀ, ਉਹ ਉਦੋਂ ਵੀ ਉਹਨੇ ਕਿਹਾ ਕਿ ਨਹੀਂ ਇਹ ਮੈਂ ਦਾ ਦੋਸਤ ਬਣਾਉਣਾ। ਉਹ ਜਿਹੜਾ ਸੀਰੀਅਲ ਚੱਲਿਆ ਉਹਦੇ ਵਿੱਚ ਇਹੋ ਹੀ ਦੱਸਿਆ। ਅੱਜ ਕੱਲ੍ਹ ਪਹਿਲਾਂ ਪੜ੍ਹੀ ਹੋਈ ਸੰਸਕ੍ਰਿਤ ਤੋਂ ਪੜ੍ਹੀ ਨਹੀਂ, ਉਹਨੇ ਕਿਹਾ ਦੋਸਤ ਰਿਹਾ ਉਹ ਹੈ। ਉਹ ਦੇਖ ਲਾ ਜਦੋਂ ਉਹਨੂੰ ਕਿਤੇ ਲੋੜ ਪਈ ਹਾਜ਼ਰ, ਹਰ ਥਾਂ ਤੇ ਹਾਜ਼ਰ। ਅੱਛਾ ਪਾਂਡਵਾਂ ਨੂੰ ਪੰਜਾਂ ਬੰਦਿਆਂ ਨੂੰ ਕੋਈ ਪ੍ਰੋਬਲਮ ਨਹੀਂ ਕ੍ਰਿਸ਼ਨ ਨਾਲ ਕਿ ਸਾਡੀ ਬੀਵੀ ਦੇ ਨਾਲ ਜੇ ਹੋਈ ਦੋਸਤੀ ਕੋਈ। ਇਹ ਯੂਰਪ ਨੂੰ ਵੀ ਐਡਵਾਂਸ ਕੰਮ। ਹਾਂ ਦੇਖੋ ਯੂਰਪ ਐਡਵਾਂਸ ਕਿੱਥੇ ਹੈਗਾ, ਯੂਰਪ ਐਡਵਾਂਸ ਨਹੀਂ ਹੈ। ਯੂਰਪ ਨੇ ਤਾਂ ਇੱਕ ਚੀਜ਼ ਗਵਾਈ ਲਈ ਨਾ, ਰਿਲੇਸ਼ਨਸ਼ਿਪ ਹੈ ਨਹੀਂ। ਅੱਜ ਉੱਥੇ ਬੱਚਿਆਂ 'ਚ ਕੋਈ ਹੈ ਹੀ ਨਹੀਂ ਰਿਲੇਸ਼ਨ, ਨਹੀਂ ਕੋਈ। ਉਹ ਗਵਾਲੀ ਵਾਕਈ ਠੀਕ ਹੈ, ਉਹਦੇ ਗਵਾਲੀ ਨਾ ਉੱਥੇ ਤੇ ਇਹੋ ਹੀ ਆ। ਉਹ ਮੁੰਡਾ ਉਸਨੇ ਇੱਕ ਦੱਸਿਆ, ਉਹ ਸਵੀਡਨ ਦੀ ਗੱਲ ਸੁਣਾ ਰਿਹਾ, ਨਾਰਵੇ ਦੀ। ਉਹ ਉੱਥੇ ਇੱਕ ਮੁੰਡਾ ਵਿਆਹ ਗਿਆ ਤੇ ਉਹ ਮਾਂ ਪਿਓ ਗਏ, ਉਹਨੂੰ ਲੰਘਦੇ ਪੈਸੇ ਘਰ ਦੇ ਕੋਲੋਂ, ਉਹਨੇ ਕਿਹਾ ਚਲੋ ਮੁੰਡੇ ਨੂੰ ਮਿਲ ਚਲੀ। ਤੇ ਉਹ ਗਏ ਤੇ ਉਹਦੀ ਬੀਵੀ ਕਹਿਣ ਲੱਗੀ ਆਈ ਐਮ ਨਾਟ ਇਨਵਾਈਟਡ ਯੂਅਰ ਫਾਦਰ। ਇਹ ਕੀ ਕਰਨਾ ਹੈ? ਮਤਲਬ ਚਾਹੇ ਵਾਲੀ ਲੰਚ ਡਿਨਰ ਦਾ ਟਾਈਮ ਵੀ ਹੋ ਗਿਆ ਹੋ, ਤਾਂ ਉਹਦੇ ਪਹਿਲਾਂ ਉਹਦੇ ਆਉਣ ਤੇ ਹੀ ਇਤਰਾਜ਼ ਕਰ ਰਹੀ ਕਿ ਮੈਂ ਇਹਨੂੰ ਇਨਵਾਈਟ ਨਹੀਂ ਕੀਤਾ ਤੇ ਕਰਤਾ ਹੈ। ਹੁਣ ਇਹ ਕਲਚਰ ਹੈ ਕਿ ਪਿਓ ਨੂੰ ਜਾਂ ਮਾਂ ਨੂੰ ਵੀ ਹੈ ਬੱਚੇ ਨੂੰ ਤੁਸੀਂ ਇਨਵਾਈਟ ਕਰੋਗੇ ਤਾਂ ਆਏਗਾ, ਬਗੈਰ ਇਨਵੀਟੇਸ਼ਨ ਤੋਂ ਘਰ ਨਹੀਂ ਆ ਸਕਦਾ। ਫਿਰ ਨਹੀਂ ਉਹਨੂੰ ਮਿਲ ਸਕਦਾ। ਬਹੁਤ ਪਿੱਛੇ ਹੋ ਗਏ ਤੇਰੇ ਲਈ ਬਣਾਈ ਨਹੀਂ ਰੋਟੀ, ਤੈਨੂੰ ਕਦੋਂ ਬੁਲਾਇਆ? ਐਵੇਂ ਆਪਣੇ ਪਿੰਡਾਂ 'ਚ ਤੇ ਰਾਤ ਨੂੰ 12 ਵਜੇ ਕੋਈ ਪ੍ਰਾਹੁਣਾ ਆ ਗਿਆ ਤੇ 12 ਵਜੇ ਉੱਠ ਕੇ ਦਾਲ ਧਰਦੀਆਂ, ਜੋ ਮਰਜ਼ੀ ਜੋ ਖਰਚੇਗਾ ਸ਼ੁਰੂ ਹੋ ਜਾਂਦਾ। ਉਹ ਇਹ ਨਹੀਂ ਕਹਿੰਦੀਆਂ ਕਿ ਕਿਹੜੇ ਵੇਲੇ ਆ ਗਿਆ ਸਿਆਪਾ ਸੌਣ ਦਾ ਵੇਲਾ ਬਣਦੀ ਰੋਟੀ ਸਭ ਦੇ ਘਰ ਬਣਦੀ। ਉਹਦੇ ਜਾਗਦੇ ਲੋਕ ਵੀ ਖਰਚੇਗਾ ਬਣ ਜਾਂਦਾ, ਪਰ ਇਹ ਤੇ ਮਹਿਸੂਸ ਕਰਨ ਦੀ ਗੱਲ ਹੈ। ਵਾਹ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਉੱਥੇ ਜੇ ਮਿਸ ਕਰਦੇ ਨਾ, ਉੱਥੇ ਤੁਸੀਂ ਬਗੈਰ ਇਨਵੀਟੇਸ਼ਨ ਦੇ ਕਿਸੇ ਘਰ ਨਹੀਂ ਜਾ ਸਕਦੇ। ਕੋਈ ਘਰ ਨਹੀਂ ਜਾਂਦਾ ਉੱਥੇ, ਆਮ ਵਾਕਫ ਨੂੰ ਘਰ ਨਹੀਂ ਲੈ ਜਾਂਦੇ। ਪੈਰਿਸ ਗਏ ਸਾਰੇ ਜਣੇ ਕਾਫੀ ਹਾਊਸ 'ਚ ਮੇਰਾ ਦੋਸਤ ਮਿਲਦੇ ਨੇ, ਉਹ ਘਰ ਨਹੀਂ ਲੈ ਜਾਂਦਾ ਕੋਈ। ਅਸੀਂ ਤਾਂ ਖੁੱਲ੍ਹਾ ਰੱਖਿਆ ਕੰਮ। ਨਹੀਂ ਤੁਸੀਂ ਯੂਰਪੀਅਨ ਕਰੋ। ਯੂਰਪ 'ਚ ਹੀ ਅਸੀਂ ਉਹ ਇੰਗਲੈਂਡ 'ਚ। ਨਹੀਂ ਤੁਸੀਂ ਯੂਰਪੀਅਨ ਨਹੀਂ ਹੋ ਸਕਦੇ। ਅਸੀਂ ਯੂਰਪੀਅਨ ਹਾਂ। ਆਪਣੇ ਪੰਜਾਬੀ ਦੇਸੀ ਬੰਦੇ ਹਿੰਦੁਸਤਾਨ ਤੋਂ ਕੋਈ ਵੀ ਜਾ ਕੇ ਯੂਰਪੀਅਨ ਨਹੀਂ ਹੋ ਸਕਦਾ। ਉਹ ਡੀਪ ਰੂਟਡ ਕਲਚਰ ਹੈ ਨਾ। ਤੁਸੀਂ ਕਿਵੇਂ ਉਹ ਹੋ ਸਕਦੇ? ਤੁਸੀਂ ਆਪਣੇ ਬੱਚੇ ਨੂੰ ਕਹੋਗੇ ਉਹ ਤੁਸੀਂ ਕੋਲ ਹੀ ਰੱਖਣਾ ਚਾਹੋਗੇ,
ਤੁਸੀਂ ਜੇ ਨੂੰਹ ਨੂੰ ਵੀ ਕੋਲ ਰੱਖਣਾ ਚਾਹੋਗੇ, ਬੱਚੇ ਨੂੰ ਵੀ, ਸਾਰਿਆਂ ਨੂੰ ਕੋਲ ਰੱਖਣਾ ਚਾਹੋਗੇ, ਤੇ ਮੇਰੇ ਕੋਲ ਹੀ ਰਹੋ। ਤੇ ਉੱਥੇ ਦੇ ਬੁੜੇ ਨੂੰ ਬਾਹਰ ਕੱਢ ਦਿੰਦੇ, ਤੁਹਾਨੂੰ ਵੀ ਫਿਰ ਬਾਹਰ ਕੱਢ ਦੇਣਗੇ। ਸਹੀ ਗੱਲ। ਉੱਥੇ ਓਲਡ ਹਾਊਸ ਬਣੇਗੀ। ਹਾਂ ਬਹੁਤ ਹੈ। ਜਦੋਂ ਬੁੜੇ ਨੂੰ ਜ਼ਿਆਦਾ ਲੋੜ ਹੈ ਉਦੋਂ ਉਹਨੂੰ ਕਰੋ। ਕਰ ਦਿੰਦੇ। ਦੇਖ ਲਓ ਇਹ ਕਲਚਰ ਆ। ਜੇ ਇਹਨਾਂ ਨੂੰ ਆਪ ਨੂੰ ਲੋੜ ਹੋਵੇ ਬੱਚੇ ਸੰਭਾਲਣੇ ਬੁੜਿਆਂ ਨੂੰ ਫਿਰ ਰੱਖ ਲੈਂਦੇ ਉਹਨੂੰ। ਉਹ ਤੇ ਉਹਨਾਂ ਨਾਲ ਵੀ ਇਹੋ ਹੀ ਹੋਣਾ। ਅਜੇ ਪਤਾ ਵੀ ਹੈ ਕਿ ਜਿਹੜੇ ਗੱਲ ਅਸੀਂ ਆਪਣੇ ਪਿਓ ਨਾਲ ਕਰ ਰਹੇ ਹਾਂ, ਕੱਲ ਸਾਡੀ ਵਾਰੀ ਆਉਣੀ, ਸਾਨੂੰ ਵੀ ਸਾਡੇ ਬੱਚੇ ਬਾਹਰ ਉੱਥੇ ਕਰ ਦੇਣਗੇ। ਜੇ ਇਹਨਾਂ ਨੇ ਆਪਣੇ ਪਿਓ ਨੂੰ ਰੱਖਿਆ ਹੁੰਦਾ ਤੇ ਫਿਰ ਇਹਨਾਂ ਦਾ ਵੀ ਚਾਂਸ ਹੋ ਸਕਦਾ ਕਿ ਇਹਨਾਂ ਦੇ ਬੱਚੇ ਇਹਨੂੰ ਰੱਖ ਲੈਂਦੇ। ਉਹ ਵੇਖਣਗੇ ਜੋ ਵੇਖਿਆ ਹੋਣਾ ਉਹੀ ਚੱਲਦਾ ਰਹਿੰਦਾ ਬਹੁਤ। ਬਿਲਕੁਲ। ਹੁਣ ਤੁਹਾਡੀਆਂ ਥੱਲੇ ਵਾਲੀਆਂ ਪੇਂਟਿੰਗ ਜਿਹੜੀਆਂ ਉਹ ਲੱਗੀਆਂ ਰਿਸੈਪਸ਼ਨ ਤੇ, ਉਹ 10 ਮਿੰਟ 5 ਮਿੰਟ ਲਾ ਲਈ ਉੱਥੇ। ਜੋ ਮਰਜ਼ੀ ਕਰੋ, ਮੈਂ ਹੁਣ ਜਰਾ ਸਭ ਕੁਝ ਜਾਣਾ। ਲੋਕ ਲੱਗਿਆ ਹੋਇਆ, ਬਾਜਾ ਮਾਰ ਰਹੀ। ਕਿਉਂਕਿ ਇਹਦੀ ਪੇਂਟਿੰਗ ਜਿਹੜੀ ਹੈ ਤਾਂ ਪਪੂਲਰ ਹੈ ਕਿ ਇਹ ਬੰਦਾ ਜਿਉਂ ਰਿਹਾ ਉਸਦਾ। ਗੱਲ ਸਾਰੀ ਜਿਉਣ ਦੀ ਹੈ ਨਾ, ਜਿਵੇਂ ਇਹਨੇ ਪੇਂਟ ਕੀਤਾ ਹੈ ਇਹਦੀ ਲਾਈਫ ਉਵੇਂ ਜਿਉਂ ਰਿਹਾ ਹੈ। ਇਹ ਸਮਾਜ ਦੇ ਵਿੱਚ ਵੀ ਜਿੰਦਾ ਹੁੰਦਾ ਹੈ, ਇਹ ਉਸ ਤੋਂ ਬਾਅਦ ਵੀ ਜਿੰਦਾ ਹੀ ਰਹੇਗਾ। ਜੇ ਰਹਿਣਾ ਹੀ ਆ ਤਾਂ ਜਦੋਂ ਬੰਦਾ ਉਹ ਓਪਨ ਹੈ ਨਾ, ਉਹ ਅੰਦਰ ਬਾਹਰ ਉਹ ਨਹੀਂ ਨਾ ਵੀ ਚੱਲ ਗੱਲ ਕੁਛ ਹੋਰ ਕਰਤੀ। ਸਮਾਜਿਕ ਚੀਜ਼ਾਂ ਦੀ ਤਾਂ ਜਿਹੜੀਆਂ ਸੋਸ਼ਲ ਚੀਜ਼ਾਂ ਹੈਗੀਆਂ ਉਹਨੂੰ ਤਾਂ ਪਰੇ ਆ। ਆਮ ਜੀਵਨ ਦੇ ਜਿਹੜੇ ਲੋਕ ਲੋੜਾਂ ਐ ਨਾ ਹੋ ਜੇ, ਉਹ ਨਾ ਹੋ ਜੇ, ਬੰਦੇ ਨੇੜੇ ਉਹਨਾਂ ਤੋਂ ਦੂਰ ਹੈ। ਵੈਸੇ ਪੇਂਟਿੰਗ ਕਰਨੀ ਕਿਸੇ ਦਾ ਚਿਹਰਾ ਬਣਾਉਣਾ ਉਹ ਤਾਂ ਗੱਲ ਵੱਖਰੀ ਹੈ, ਸੌਖਾ ਕੰਮ। ਆ ਹੁਣ ਬੰਸਰੀ ਦੇ ਵਿੱਚ ਬਣਾਇਆ ਕਿਆ ਪਹਿਲਾਂ ਪੈਨਸਲ ਵਗੈਰਾ ਨਾਲ ਬਣਾਇਆ ਹੋਊਗਾ, ਹਾਂ ਬਾਅਦ ਚ ਪੇਂਟ ਕੀਤਾ ਕੁਛ ਕਰਦਾ ਹੋਣਾ।
ओशो है ना, ओशो देखे आज